ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਇੱਕ ਵਾਰ ਫੇਰ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਇਆ। ਤੇ ਅੱਜ ਦੀ ਅਸੀਂ ਵਿਚਾਰ ਚਰਚਾ ਦੇ ਵਿੱਚ ਬੀ ਯੋਰ ਓਨ ਡਾਕਟਰ ਐਪੀਸੋਡ ਨੰਬਰ 50 ਆਪਣਾ ਡਾਕਟਰ ਆਪ ਬਣੋ ਲੜੀਵਾਰ ਨੰਬਰ 50 ਦੇ ਵਿੱਚ ਗੱਲਬਾਤ ਕਰਾਂਗੇ ਨਰਵਸ ਸਿਸਟਮ ਦੀਆਂ ਬਿਮਾਰੀਆਂ ਨੂੰ ਅੱਗੇ ਵਧਾਉਂਦੇ ਹੋਏ। ਪਿਛਲੀ ਵਾਰ ਅਸੀਂ 48 ਤੇ 49 ਦੇ ਵਿੱਚ ਅਸੀਂ ਇਹ ਸਮਝਿਆ ਸੀ ਕਿ ਨਰਵਸ ਸਿਸਟਮ ਹੁੰਦਾ ਕੀ ਹੈ। ਹੁਣ ਅਸੀਂ ਸਮਝਾਂਗੇ ਕਿ ਨਰਵਸ ਸਿਸਟਮ ਦੀਆਂ ਕਿਹੜੀਆਂ ਬਿਮਾਰੀਆਂ ਨੇ ਅਤੇ ਉਹਨਾਂ ਦੇ ਕੀ ਇਲਾਜ ਨੇ ਅਤੇ ਕਿਹੜੀਆਂ ਅਜਿਹੀਆਂ ਹਿਡਨ ਬਿਮਾਰੀਆਂ ਨੇ ਜਿਹੜੀਆਂ ਕਿ ਜਿਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ। ਡਾਕਟਰ ਸਾਹਿਬ, ਨਰਵਸ ਸਿਸਟਮ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਅਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਸਾਰੇ ਸਰੀਰ ਨੂੰ ਇੱਕ ਚੀਜ਼ ਨੂੰ ਇਫੈਕਟ ਕਰਦੀਆਂ ਨੇ ਅਤੇ ਨਰਵਸ ਸਿਸਟਮ ਹੀ ਅਜਿਹਾ ਸਿਸਟਮ ਹੈ ਜਿਹਦੇ ਨਾਲ ਪੂਰਾ ਦਾ ਪੂਰਾ ਜਿਹੜਾ ਸਰੀਰ ਦਾ ਤਾਣਾ ਬਾਣਾ ਜਿਹੜਾ ਉਹ ਸਾਰਾ ਦਾ ਸਾਰਾ ਬੱਝਾ ਹੋਇਆ ਨਰਵਸ ਦੇ ਨਾਲ ਹੀ ਜਿਹੜੀਆਂ ਨੇ ਉਹ ਹਰ ਇੱਕ ਚੀਜ਼ ਜਿਹੜੀ ਆ ਉਹ ਕਨੈਕਟਿਡ ਹੈਗੀ ਹੈ। ਨਰਵਸ ਸਿਸਟਮ ਦੀਆਂ ਬਿਮਾਰੀਆਂ ਵੀ ਜਿਹੜੀਆਂ ਨੇ ਉਹ ਬੜੀਆਂ ਗੰਭੀਰ ਨੇ, ਜਿਵੇਂ ਤੁਸੀਂ ਪਿਛਲੀ ਵਾਰ ਵੀ ਗਣਮਾਇਆ ਸੀਗਾ ਕਿ ਹੈਮੀਪਲੀਜੀਆ ਅਤੇ ਕਈ ਚੀਜ਼ਾਂ ਹੋਰ, ਅਧਰੰਗ ਦੀ ਬਿਮਾਰੀ, ਅੱਧਾ ਸਰੀਰ ਮਾਰਿਆ ਜਾਣਾ, ਪੂਰਾ ਸਰੀਰ ਮਾਰਿਆ ਜਾਣਾ, ਇੱਕ ਸਾਈਡ ਮਾਰੀ ਜਾਣੀ, ਹੋਰ ਬਹੁਤ ਸਾਰੀਆਂ ਬਿਮਾਰੀਆਂ। ਥੋੜ੍ਹਾ ਜਿਹਾ ਹੁਣ ਇਹ ਆਪਾਂ ਬਿਮਾਰੀਆਂ ਵਾਲੇ ਪਾਸੇ ਆਈਏ ਵੀ ਸਿਰ ਤੋਂ ਸ਼ੁਰੂ ਹੋ ਕੇ ਪੈਰ ਤੱਕ ਨਰਵਸ ਸਿਸਟਮ ਦੀਆਂ ਕਿਹੜੀਆਂ ਬਿਮਾਰੀਆਂ। ਕੁਲਵੰਤ ਜੀ, ਵੈਸੇ ਜਿਹੜੀਆਂ ਆਪਾਂ ਰਵਾਇਤੀ ਬਿਮਾਰੀਆਂ ਨੇ ਜਿਹੜੇ ਆਮ ਤੌਰ 'ਤੇ ਡਾਕਟਰੀ ਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਬਿਮਾਰੀਆਂ ਦੀ ਕਰਦੇ ਹਾਂ, ਜਿਵੇਂ ਅਧਰੰਗ ਹੋ ਗਿਆ ਜਾਂ ਦੋਨੋਂ ਲੱਤਾਂ ਮਾਰੀਆਂ ਗਈਆਂ ਉਹ ਹੋ ਗਿਆ, ਜਾਂ ਮਾਈਗ੍ਰੇਨ ਹੋ ਗਈ, ਜਾਂ ਟ੍ਰਾਈਜੈਮਿਨਲ ਨਿਊਰਲਜੀਆ ਹੋ ਗਿਆ, ਇਹੋ ਜਿਹੀਆਂ ਬਿਮਾਰੀਆਂ। ਡਿਪਰੈਸ਼ਨ ਦੀ ਗੱਲ ਜਿਹੜੀ ਥੋੜ੍ਹੀ ਬਹੁਤ ਸਾਰੇ ਲੋਕ ਇਹਨੂੰ ਨਰਵਸ ਸਿਸਟਮ ਨਾਲ ਨਹੀਂ ਜੋੜ ਕੇ ਦੇਖਦੇ ਕਈ ਵਾਰੀ। ਤਾਂ ਮੇਰੇ ਖਿਆਲ 'ਚ ਆਪਾਂ ਜਿਹੜੀ ਗੱਲ ਕਰਦੇ ਹਾਂ ਕਿ ਇੱਕ ਗੱਲ ਜਿਹੜੀ ਨਾ ਇਹਨੂੰ ਥੋੜ੍ਹਾ ਜਿਹਾ ਗਹਿਰਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਨਰਵਸ ਸਿਸਟਮ ਨੂੰ ਜਿੰਨਾ ਅਸੀਂ ਸਮਝਦੇ ਹਾਂ, ਜਿੰਨਾ ਹੁਣ ਤੱਕ ਸਮਝਿਆ, ਉਹ ਸਮਝ ਸ਼ਾਇਦ ਕਿਤੇ ਨਾ ਕਿਤੇ ਬਹੁਤ ਸਤਹੀ ਹੈ, ਜਿਹਦੇ 'ਚ ਅਸੀਂ ਉਲਝਦੇ ਹਾਂ, ਜਿਹਦੇ 'ਚ ਕਿ ਅਸੀਂ ਮਤਲਬ ਜਿਹੜੀ ਬਿਮਾਰੀਆਂ ਦੀ ਗੱਲ ਤਾਂ ਛੱਡੋ, ਅਸੀਂ ਸਾਰੇ ਹੀ ਉਲਝਦੇ ਹਾਂ। ਮਤਲਬ A to Z ਕੋਈ ਬੰਦਾ ਨਹੀਂ ਕਹਿ ਸਕਦਾ ਵੀ ਮੈਂ ਆਪਣੇ ਨਰਵਸ ਸਿਸਟਮ, ਮਾਈਂਡ ਨਰਵਸ ਸਿਸਟਮ ਦਾ ਪਾਰਟ ਹੈ ਨਾ ਬੇਸਿਕਲੀ। ਮਾਈਂਡ ਕੀ ਹੈ? ਮਾਈਂਡ ਸੋਫਟਵੇਅਰ ਹੈ ਅਤੇ ਬ੍ਰੇਨ ਹਾਰਡਵੇਅਰ ਹੈ ਤਾਂ ਨਰਵਸ ਸਿਸਟਮ ਦਾ ਪਾਰਟ ਹੀ ਨਾ। ਤਾਂ ਅੱਜ ਤੁਸੀਂ ਕੋਈ ਬੰਦਾ ਕਹਿ ਸਕਦਾ ਵੀ ਮੈਂ ਆਪਣੇ ਮਾਈਂਡ ਨੂੰ ਪੂਰੀ ਤਰ੍ਹਾਂ ਢੰਗ ਸਿਰ ਕੰਟਰੋਲ ਕਰ ਰਿਹਾ ਜਾਂ ਮਾਈਂਡ ਮੇਰੇ ਕੰਟਰੋਲ 'ਚ ਹੈ, ਜਾਂ ਆਪਾਂ ਬਹੁਤ ਸਾਰੇ ਲਗਭਗ ਕੋਈ ਗੁੱਸੇ 'ਚ ਕਈ ਵਾਰੀ ਗਲਤੀਆਂ ਕਰਦੇ ਹਾਂ, ਕੋਈ ਡਿਪਰੈਸ਼ਨ 'ਚ ਫਿਰੀ ਜਾਂਦਾ ਹੈ, ਕੋਈ ਐਂਗਜ਼ਾਇਟੀ 'ਚ ਫਿਰੀ ਜਾਂਦਾ ਹੈ, ਕੋਈ ਕਿਸੇ ਨਾ ਕਿਸੇ ਸ਼ਕਲ 'ਚ ਅਸੀਂ ਆਪਣੇ ਰਿਸ਼ਤਿਆਂ ਨੂੰ ਬਹੁਤ ਮਿਸਹੈਂਡਲ ਕਰਦੇ ਹਾਂ। ਜਿੱਥੇ ਲੋੜ ਹੁੰਦੀ ਹੈ ਪਿਆਰ ਦੀ, ਉੱਥੇ ਅਸੀਂ ਈਰਖਾ ਪਾ ਲੈਂਦੇ ਹਾਂ, ਜਿੱਥੇ ਦੁਸ਼ਮਣੀ ਦੀ ਕੋਈ ਲੋੜ ਨਹੀਂ ਹੁੰਦੀ ਉੱਥੇ ਦੁਸ਼ਮਣੀ ਪਾ ਲੈਂਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਿਮਾਰੀਆਂ ਨਾ ਹੋ ਕੇ, ਜਿਹਨੂੰ ਕਹਿੰਦੇ ਆ ਕਿ ਆਪਣੇ ਬ੍ਰੇਨ ਨੂੰ, ਆਪਣੇ ਨਰਵਸ ਸਿਸਟਮ ਨੂੰ ਪ੍ਰੋਪਰਲੀ ਨਾ ਸਮਝ ਸਕਣਾ, ਉਹਦਾ ਸ਼ਿਕਾਰ ਅਸੀਂ ਹੁੰਦੇ ਹਾਂ। ਅਤੇ ਮੇਰੇ ਖਿਆਲ 'ਚ ਆਪਾਂ ਕੋਸ਼ਿਸ਼ ਕਰਦੇ ਹਾਂ, ਹੈ ਥੋੜ੍ਹਾ ਜਿਹਾ ਸੂਖਸ਼ਮ ਵਿਸ਼ਾ, ਥੋੜ੍ਹਾ ਗਹਿਰਾ ਵਿਸ਼ਾ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਬਹੁਤ ਸਿੰਪਲ ਭਾਸ਼ਾ 'ਚ ਕਿਤੇ ਨਾ ਕਿਤੇ ਆਪਾਂ ਦੋਸਤਾਂ ਨਾਲ ਗੱਲ ਕਰ ਸਕੀਏ, ਕਿਉਂਕਿ ਇਹ ਕਰਨੀ ਬਹੁਤ ਜ਼ਰੂਰੀ ਹੈ। ਮੇਰੇ ਮਨ 'ਚ ਬਹੁਤ ਤਮੰਨਾ ਹੈ ਕਿ ਆਪਾਂ ਇਸ ਗੱਲ ਨੂੰ ਸਿੰਪਲੀਫਾਈ ਕਰਕੇ ਕਰ ਸਕੀਏ, ਆਸਾਨ ਕਰਕੇ ਕਰ ਸਕੀਏ, ਤਾਂ ਕਿ ਜੇ ਅਸੀਂ ਸਾਰੇ ਉਲਝ ਜਾਂਦੇ ਕਿਤੇ ਨਾ ਕਿਤੇ, ਕੋਈ ਨਹੀਂ ਗੱਲ, ਤੁਸੀਂ ਛੱਡ ਦਿਓ ਬਹੁਤ ਹੀ ਗਿਣਵੇਂ ਚੁਣਵੇਂ ਚੰਦ ਪਹੁੰਚੇ ਹੋਏ ਸ਼ਖਸੀਅਤਾਂ ਦੀ, ਜਿਹੜੇ ਕਿ ਕੋਈ ਗੁਰੂ ਦਾ ਦਰਜਾ ਦੇਣ ਵਾਲੇ ਲੋਕ ਨੇ, ਸੰਤ ਨੇ, ਮਹਾਤਮਾ ਨੇ, ਉਹਨਾਂ ਲੋਕਾਂ ਨੂੰ ਛੱਡ ਕੇ ਬਾਕੀ ਮੇਰੇ ਖਿਆਲ 'ਚ ਆਪਾਂ ਸਾਰੀ ਜਿਹੜੇ ਆਮ ਲੋਕ ਹਾਂ, ਆਪਾਂ ਸਾਰੇ ਹੀ ਇਹਦੇ ਚੱਕਰ 'ਚ ਕਿਤੇ ਨਾ ਕਿਤੇ ਉਲਝਦੇ ਹਾਂ। ਕਿੱਦਾਂ ਦੀ ਉਲਝਣਾਂ ਨੇ ਦੇਖੋ ਆਪਣੇ ਆਲੇ ਦੁਆਲੇ। ਦੇਖੋ ਇੱਕ ਤਾਂ ਆਪਾਂ ਉਲਝਦੇ ਹਾਂ ਕਿ ਆਪਾਂ ਕਿੰਨੇ ਝੂਠ ਦਾ ਸ਼ਿਕਾਰ ਹੁੰਦੇ ਹਾਂ। ਲੋਕ ਝੂਠ ਬੋਲ ਜਾਂਦੇ ਆ ਅਤੇ ਅਸੀਂ ਬੇਵਕੂਫ ਬਣੇ ਰਹਿ ਜਾਂਦੇ ਹਾਂ। ਬਹੁਤ ਪਿਛਲੇ 2 ਸਾਲਾਂ 'ਚ ਦੇਖਿਆ ਅਸੀਂ ਕਿੰਨਾ ਕੁਛ ਆਇਆ, ਕਿੰਨਾ ਕੁਛ ਗਿਆ। ਸੋਸ਼ਲ ਮੀਡੀਆ 'ਤੇ ਕਿੰਨਾ ਝੂਠ ਹੈ, TV 'ਤੇ ਕਿੰਨਾ ਝੂਠ ਹੈ, ਤੋਂ ਝੂਠੀਆਂ ਐਡਸ ਨੇ, ਉਹਦੇ ਬੇਸ 'ਤੇ ਸਾਰਾ ਕੁਛ ਚੱਲ ਰਿਹਾ ਹੈ। ਅਤੇ ਹਸਪਤਾਲਾਂ ਵਾਲੇ ਕਿਵੇਂ ਜਿਹੜੇ ਨੇ, ਡਰੱਗ ਕੰਪਨੀਆਂ ਕਿਵੇਂ ਉੱਲੂ ਬਣਾਈ ਜਾਂਦੀਆਂ ਸਾਨੂੰ, ਇਸੇ ਤਰ੍ਹਾਂ ਫੂਡ ਕੰਪਨੀਆਂ ਜਿਹੜੀਆਂ ਨੇ ਉਹ ਉੱਲੂ ਬਣਾਈ ਜਾਂਦੀਆਂ ਨੇ। ਸਾਡਾ ਉਹਦੇ 'ਚ ਪਾ ਕੇ ਖੇਤੀ ਦੇ ਵਿੱਚ ਜ਼ਹਿਰ ਪਵਾ ਕੇ ਸਾਨੂੰ ਖਵਾਈ ਜਾਂਦੇ ਆ। ਇਹ ਕਿਤੇ ਨਾ ਕਿਤੇ ਇੱਕ ਹੈ ਕੀ ਹੈ ਤਾਂ ਆਪਾਂ ਜੇ ਇਹਨੂੰ ਬਰੀਕੀ 'ਚ ਦੇਖੀਏ ਤਾਂ ਸਾਡੀ ਇਨਐਬਿਲਿਟੀ ਹੋ ਗਈ ਨਾ
ਅਸੀਂ ਚੀਜ਼ ਨੂੰ ਐਨਾਲਾਈਜ਼ ਨਹੀਂ ਕਰ ਸਕੇ ਪ੍ਰੋਪਰਲੀ ਐਨਾਲਾਈਜ਼ ਨਹੀਂ ਕਰ ਸਕੇ, ਅਤੇ ਸਾਡੇ ਗੱਲ ਇਹੋ ਜਿਹਾ ਸਿਆਪਾ ਪਾਤਾ ਉਹਨਾਂ ਨੇ ਜਿਹੜਾ ਅਸੀਂ 70 ਸਾਲ ਤੋਂ ਭੁਗਤ ਰਹੇ ਹਾਂ। ਫਿਰ ਤੁਸੀਂ ਦੂਜੇ ਪਾਸੋਂ ਲੈ ਲਓ, ਆਪਾਂ ਕਿੰਨੇ ਲੋਕ ਧਰਮਾਂ ਦੇ ਨਾਂ 'ਤੇ ਲੜੀ ਜਾਂਦੇ ਆ, ਉਹ ਕੀ ਆ ਉਹ? ਜੇ ਦੇਖੋ ਹਿੰਦੁਸਤਾਨ ਪਾਕਿਸਤਾਨ ਬਣ ਗਿਆ ਨਾ, ਮੈਨੂੰ ਦੱਸੋ ਵੀ ਆਪਾਂ ਖੱਟਿਆ ਕੁਛ? 47 'ਚ ਅਸੀਂ ਪੰਜਾਬ ਵੰਡਾ ਲਿਆ, ਕਾਹਦੇ ਕਰਕੇ? ਲਾਲਾ ਕਰਕੇ। ਹਿੰਦੂ ਸਾਡੇ ਹਿੰਦੂ ਕਹਿੰਦੇ ਮੁਸਲਮਾਨ ਸਾਡੇ ਦੋਸਤ ਨੇ, ਮੁਸਲਮਾਨ ਕਹਿੰਦੇ ਹਿੰਦੂ ਸਾਡੇ ਦੋਸਤ ਨੇ, ਦੁਸ਼ਮਣ ਨੇ, ਅਤੇ ਅਸੀਂ ਪੰਜਾਬ ਦੀ ਵੰਡ ਕਰਾ ਕੇ ਬਹਿ ਗਏ। ਅੱਜ ਸਾਡੇ ਪੱਲੇ ਕੁਛ ਵੀ ਨਹੀਂ ਹੈ। ਕਿੰਨੇ ਖੋਖਲੇ ਹੋ ਗਏ ਅਸੀਂ ਪੰਜਾਬ ਦੇ ਵਿੱਚ। ਜੇ ਮੰਨ ਲਓ ਤੁਸੀਂ ਇਮੈਜਿਨ ਕਰੋ ਵੀ 47 'ਚ ਪੰਜਾਬ ਨਾ ਵੰਡਿਆ ਗਿਆ ਹੁੰਦਾ, ਅਤੇ ਅੱਜ ਕੀ ਸ਼ਾਨ ਹੁੰਦੀ ਇੱਥੋਂ ਦੇ ਜਿਹੜੇ ਵਾਸੀ ਹੋਣੇ ਸੀਗੇ, ਅਸੀਂ ਜਿਹੜੇ ਵਾਸੀ ਹਾਂ, ਸਾਡੀ ਕੀ ਸ਼ਾਨ ਹੋਣੀ ਸੀ ਦੁਨੀਆ 'ਚ। ਤਾਂ ਕਿੱਦਾਂ ਅਸੀਂ ਇੱਕ ਝੂਠ 'ਤੇ ਬੇਸਡ ਐਕਸ਼ਨ ਰਿਐਕਸ਼ਨ ਕਰਦੇ ਹਾਂ, ਅਤੇ ਉਹਦੇ 'ਚ ਬਹੁਤ ਵੱਡੇ ਜਿਹੜੇ ਨੇ ਅਸੀਂ ਜਿਹਨੂੰ ਕਹਿੰਦੇ ਹਾਂ ਬੱਜਰ ਗਲਤੀਆਂ ਕਰ ਜਾਂਦੇ ਹਾਂ, ਅਤੇ ਬੱਜਰ ਗਲਤੀਆਂ ਦਾ ਖਾਮਿਆਜਾ ਫਿਰ ਅਸੀਂ ਨਿਕਲਦੇ ਭੁਗਤਦੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਭੁਗਤੀ ਜਾਂਦੀਆਂ ਨੇ। ਦੇਖੋ ਸਾਡੀਆਂ ਹੁਣ 3 ਪੀੜ੍ਹੀਆਂ ਲੰਘ ਗਈਆਂ, 3 ਪੀੜ੍ਹੀਆਂ ਨੇ ਖਾਮਿਆਜਾ ਭੁਗਤਿਆ ਨਾ। ਪਹਿਲੀ ਪੀੜ੍ਹੀ ਜਿਹੜੀ ਤਾਂ ਉਜੜੀ ਪੁਜੜੀ ਉਹਨਾਂ ਦੇ ਵਿਚਾਰਿਆਂ ਨੇ ਭੁਗਤਿਆ, ਜਿਹੜੇ ਉਜੜ ਕੇ ਉੱਧਰੋਂ ਇੱਧਰ ਆਏ ਅਤੇ ਇੱਧਰੋਂ ਉੱਧਰ ਗਏ, ਲੱਖਾਂ ਕਰੋੜਾਂ ਲੋਕ ਹੈਂ। ਹੋਰ ਉਹਨਾਂ ਦੀ ਪੀੜ੍ਹੀ ਵਿਗੜੀ। ਫਿਰ ਅਗਲੀ ਪੀੜ੍ਹੀ ਨੇ ਜੇ ਉਹ ਆਪਣੇ ਥਾਂ 'ਤੇ ਬੈਠੇ ਰਹਿੰਦੇ ਤਾਂ ਉਹਨਾਂ ਦੀ ਅਗਲੀ ਪੀੜ੍ਹੀ ਨੇ ਕਿੱਥੇ ਪਹੁੰਚਣਾ ਸੀਗਾ? ਉਹਨੇ ਜਦੋਂ 0 ਤੋਂ ਆ ਕੇ ਸ਼ੁਰੂ ਕੀਤਾ ਤਾਂ ਉਹਦੀ ਅਗਲੀ ਪੀੜ੍ਹੀ ਵੀ ਰਹਿ ਗਈ। ਤਾਂ ਇੱਦਾਂ ਇੱਕ ਚੇਨ ਰਿਐਕਸ਼ਨ ਬਣ ਗਿਆ ਨਾ। ਤਾਂ 3 ਪੀੜ੍ਹੀਆਂ ਨੇ ਉਹਦਾ ਖਾਮਿਆਜਾ ਭੁਗਤਿਆ। ਕਿਸ ਗੱਲ ਦਾ? ਕਿ ਅਸੀਂ ਅੰਗਰੇਜ਼ਾਂ ਨੇ ਲਾਂਬੂ ਲਾਇਆ, ਝੂਠ ਪ੍ਰਚਾਰ ਕੀਤਾ ਕਿ ਹਿੰਦੂਆਂ ਨੂੰ ਕਹਿਤਾ ਮੁਸਲਮਾਨ ਤੁਹਾਨੂੰ ਖਾ ਜਾਣਗੇ, ਅਤੇ ਮੁਸਲਮਾਨਾਂ ਨੂੰ ਕਹਿਤਾ ਹਿੰਦੂ ਤੁਹਾਨੂੰ ਖਾ ਜਾਣਗੇ, ਅਤੇ ਕਿਤੇ ਨਾ ਕਿਤੇ ਉੱਧਰ ਮੁਸਲਮਾਨਾਂ ਨੂੰ ਅੱਗ ਲਾਤੀ। ਜਿਹੜੇ ਉਹਨਾਂ ਦੇ ਲੀਡਰ ਸੀਗੇ ਸਾਡੇ ਵਾਲਿਆਂ ਨੇ ਵੀ ਉਹਦੇ ਸ਼ਾਮਲ ਹੋ ਗਏ, ਅਤੇ ਲੈ ਦੇ ਕਿ ਅਸੀਂ ਪਾਕਿਸਤਾਨ ਜੇ ਮੰਨ ਲਓ ਅੰਗਰੇਜ਼ ਧੱਕੇ ਨਾਲ ਥੋੜ੍ਹਾ ਵੰਡ ਕਰਾ ਦਿੰਦਾ, ਅੰਗਰੇਜ਼ ਜਿੰਨੀ ਮਰਜ਼ੀ ਲੁੱਤੀਆਂ ਲਾਈ ਜਾਂਦਾ, ਜੇ ਅਸੀਂ ਨਾ ਉਹਦੇ ਸ਼ਿਕਾਰ ਹੁੰਦੇ ਤਾਂ ਵੰਡਾ ਸਕਦੇ ਸੀ। ਉਹਨਾਂ ਨੇ ਵੰਡਿਆ ਕਿਉਂਕਿ ਅਸੀਂ ਬੇਵਕੂਫ ਸੀਗੇ। ਉਹ ਜਿਹੜੀ ਨਰਵਸ ਸਿਸਟਮ ਦੀ ਉਹ ਵੀਕਨੈਸ ਹੈ, ਉਹ ਆਫਟਰ ਆਲ ਜਿਹੜੀ ਹੈ ਕਿਤੇ ਨਾ ਕਿਤੇ ਚੇਤਨਾ ਦੀ ਵੀਕਨੈਸ ਹੈ, ਕਮਜ਼ੋਰੀ ਹੈ। ਉਹ ਕਿੱਥੋਂ ਨਿਕਲਦੀ ਹੈ? ਉਹਨੂੰ ਆਪਾਂ ਸਮਝੀਏ। ਜੇ ਆਪਾਂ ਸਮਝੀਏ ਤਾਂ ਮੇਰੇ ਖਿਆਲ 'ਚ ਅੱਜ ਵੀ ਕਦੇ ਵੀ ਲੇਟ ਨਹੀਂ ਹੁੰਦਾ। ਅੱਜ ਵੀ ਅਸੀਂ ਉਸ ਗਲਤੀ ਨੂੰ ਠੀਕ ਕਰ ਲਈਏ ਕਿ ਕਿੱਥੇ ਗਲਤੀ ਹੋਈ। ਜਦੋਂ ਕਿ ਸਾਡੇ ਕੋਲ ਸਾਡੀ ਸੱਭਿਅਤਾ ਦਾ ਉਪਨਿਸ਼ਦਾਂ ਦੇ ਤੁਸੀਂ ਸ਼ਲੋਕ ਪੜ੍ਹੋ, ਕਿਆ ਉਹਦੇ 'ਚ ਕਮਾਲ ਦਾ ਨੌਲੇਜ ਹੈ। ਕੀ ਅਸੀਂ ਉਪਨਿਸ਼ਦਾਂ ਦੇ ਸ਼ਲੋਕਾਂ ਦੇ ਸਿਰ 'ਤੇ ਅਗਰ ਸਾਰੇ ਸਮਾਜ ਦੀ ਚੇਤਨਾ ਹੁੰਦੀ, ਜਾਂ ਅੱਜ ਗੁਰਬਾਣੀ ਸਾਡੇ ਕੋਲ ਇੱਕ ਸਾਡੇ ਕੋਲ 10 ਗੁਰੂ ਸਾਹਿਬਾਨ ਦਾ 9 ਗੁਰੂਆਂ ਸਾਹਿਬਾਨ ਦਾ ਜਿਹੜਾ ਇੱਕ ਜਿਹਨੂੰ ਕਹਿੰਦੇ ਆ ਇੱਕ ਉਹਨਾਂ ਦੇ ਸ਼ਬਦ ਦਾ, ਉਹਨਾਂ ਦੇ ਵਿਚਾਰਾਂ ਦਾ, ਉਹਨਾਂ ਦੀ ਸਮਝ ਦਾ ਇੱਕ ਐਸਾ ਸੁੰਦਰ ਰੂਪ ਪਿਆ ਸਾਡੇ ਕੋਲ। ਜੇ ਅਸੀਂ ਉਹਨੂੰ ਸਮਝ ਲਈਏ ਤਾਂ ਕੀ ਅਸੀਂ ਇੱਦਾਂ ਦੇ ਹੋਵਾਂਗੇ ਜਿੱਦਾਂ ਦੇ ਹੁਣ ਹੈਗੇ ਆ। ਤਾਂ ਇਹ ਕਿਤੇ ਨਾ ਕਿਤੇ ਜਿਹੜੀ ਗਲਤੀ ਹੁੰਦੀ ਹੈ, ਕਿਉਂ ਹੁੰਦੀ ਹੈ? ਕਿਉਂਕਿ ਜਿਹੜਾ ਗਿਆਨ ਪੈਦਾ ਹੁੰਦਾ, ਗਿਆਨ ਜਦੋਂ ਪੈਦਾ ਹੁੰਦਾ ਤਾਂ ਉਹ ਬਹੁਤ ਕੁਇਕਲੀ ਆਮ ਲੋਕਾਂ ਤੱਕ ਜਾਣਾ ਚਾਹੀਦਾ। ਆਮ ਲੋਕਾਂ ਤੱਕ ਕੌਣ ਲੈ ਕੇ ਜਾਂਦਾ? ਉਹਨਾਂ ਨੂੰ ਇੱਕ ਇੰਟਰਮੀਡੀਏਟ ਕਲਾਸ ਹੁੰਦੀ ਹੈ, ਜਿਹੜੀ ਕਿ ਪੜ੍ਹੀ ਲਿਖੀ ਕਲਾਸ ਹੁੰਦੀ ਹੈ, ਉਹਨੇ ਲੈ ਕੇ ਜਾਣਾ ਹੁੰਦਾ। ਅਧਿਆਪਕ ਨੇ, ਡਾਕਟਰ ਨੇ, ਵਕੀਲ ਨੇ, ਕੁਛ ਲੀਡਰ ਟਾਈਪ ਬੰਦੇ ਹੈ, ਕੋਈ ਪੋਲੀਟੀਕਲ ਪਾਰਟੀਆਂ ਨੇ, ਕੋਈ ਉਹ ਨੇ, ਸਾਰੇ ਕਿਤੇ ਨਾ ਕਿਤੇ ਉਹਨਾਂ ਦਾ ਫਰਜ਼ ਬਣਦਾ ਹੁੰਦਾ। ਹੁਣ ਜੇ ਸਾਡੇ ਕੋਲ ਉਪਨਿਸ਼ਦਾਂ ਵਰਗਾ ਗਿਆਨ ਪਿਆ ਜਿਹੜਾ ਕਿ ਹਜ਼ਾਰਾਂ ਸਾਲ ਪੁਰਾਣਾ ਹੈ, ਅਤੇ ਫਿਰ ਵੀ ਅਸੀਂ ਉਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਰਹੇ ਜਿਹੜੇ ਕਿ ਉਪਨਿਸ਼ਦਾਂ ਦੇ ਟੀਚਿੰਗ ਦੇ ਬਿਲਕੁਲ ਖਿਲਾਫ ਨੇ। ਫਿਰ ਹੁਣ ਕੀ ਕਹੀਏ, ਕੀ ਹੋਇਆ, ਇਹ ਕੀ ਵਾਪਰਿਆ? ਤਾਂ ਇਹਨੂੰ ਕਿਵੇਂ ਠੀਕ ਕੀਤਾ ਜਾਵੇ, ਉਹ ਵੀ ਇੱਕ ਬਹੁਤ ਵੱਡਾ ਇੱਕ ਸਾਡੇ ਸਾਹਮਣੇ ਸਵਾਲ ਖੜ੍ਹਾ। ਤਾਂ ਮੈਂ ਸਮਝਦਾ ਕਿ ਜਿਹੜਾ ਇਹ ਮਸਲਾ ਹੈ, ਇਹ ਡਾਇਰੈਕਟਲੀ ਇਨਡਾਇਰੈਕਟਲੀ ਕਿਤੇ ਨਾ ਕਿਤੇ ਆਪਣੀ ਨਰਵਸ ਸਿਸਟਮ ਨੂੰ ਸਮਝਣਾ। ਉਹ ਨਰਵਸ ਸਿਸਟਮ ਜਿਹੜਾ ਸੋਫਟਵੇਅਰ ਚੇਤਨਾ ਹੈ, ਉਹਦੇ ਅੰਦਰ ਇੱਕ ਵਿਵੇਕ ਹੈ, ਉਹਦੇ ਅੰਦਰ ਇੱਕ ਬੁੱਧੀ ਹੈ, ਉਹਦੇ ਅੰਦਰ ਇੱਕ ਨੌਲੇਜ ਹੈ, ਗਿਆਨ ਹੈ। ਉਹਨੂੰ ਸਮਝਣ ਦੀ ਅਤੇ ਐਨਾਲਾਈਜ਼ ਕਰਨ ਦੀ ਸਮਰੱਥਾ ਨਾ ਹੋਣਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ। ਤਾਂ ਉਹਦੇ 'ਚ ਜੇ ਹੁਣ ਆਪਾਂ ਕਹੀਏ ਕੋਈ ਕਹਿ ਸਕਦਾ ਵੀ ਦੇਖੋ ਜੀ ਉਦੋਂ ਸਮਾਜ ਪੜ੍ਹਿਆ ਲਿਖਿਆ ਨਹੀਂ ਸੀਗਾ, ਪੜ੍ਹਾਈ ਲਿਖਾਈ ਦਾ ਕੋਈ ਤਲਕ ਨਹੀਂ ਹੈ, ਕਿਉਂਕਿ ਰਿਸ਼ੀ ਮੁਨੀ ਜਦੋਂ ਪੜ੍ਹਾ ਰਹੇ ਸੀਗੇ ਤਾਂ ਸਾਡਾ ਸਮਾਜ ਤਾਂ ਬਹੁਤ ਪੜ੍ਹਿਆ ਲਿਖਿਆ ਸੀਗਾ। ਸਾਡੇ ਸਮਾਜ ਦੇ ਵਿੱਚ ਤਾਂ ਜੇ ਉਸ ਵੇਲੇ ਵੀ ਲੋਕ ਗੌਤਮ ਬੁੱਧ ਦੀ ਗੱਲ ਸੁਣ ਕੇ ਲੱਖਾਂ ਕਰੋੜਾਂ ਲੋਕ ਬੁੱਧ ਧਰਮ ਨਾਲ ਖਿੱਚੇ ਗਏ,
ਔਰ ਲੱਖਾਂ ਕਰੋੜਾਂ ਲੋਕਾਂ ਨੇ ਬੁੱਧ ਦੀਆਂ ਸਿੱਖਿਆਵਾਂ ਨੂੰ ਮੰਨਿਆ, ਲੇਕਿਨ ਫਿਰ ਕਿਤੇ ਨਾ ਕਿਤੇ ਗੱਲ ਫਿਰ ਉਲਝ ਗਈ। ਤਾਂ ਇਹਦਾ ਮਤਲਬ ਹੈ ਪੜ੍ਹਾਈ ਲਿਖਾਈ ਦੀ ਇਕੱਲੀ ਗੱਲ ਨਹੀਂ ਹੈ, ਪੜ੍ਹਾਈ ਲਿਖਾਈ ਗੁਜ਼ਾਰੇ ਜੋਗੀ ਹਰ ਸਮਾਜ ਖੜੀ ਕਰ ਲੈਂਦਾ, ਅਤੇ ਉਦੋਂ ਵੀ ਸੀਗੀ, ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਸੀਗੀ, ਅਤੇ ਹੁਣ ਵੀ ਹੈਗੀ ਆ, ਕੋਈ ਐਸੀ ਗੱਲ ਨਹੀਂ ਹੈ। ਹੁਣ ਅਸੀਂ ਜਿਹੜਾ ਧੋਖਾ ਖਾ ਰਹੇ ਹਾਂ ਉਹ ਕਿਤੇ ਨਾ ਕਿਤੇ ਇਹ ਖਾ ਰਹੇ ਹਾਂ ਕਿ ਅਸੀਂ ਗੱਲ ਦੀ ਗਹਿਰਾਈ ਤੱਕ ਜਾਣ ਦੀ ਜਿਹੜੀ ਹੈ ਨਾ ਕੋਸ਼ਿਸ਼ ਨਹੀਂ ਕਰਦੇ। ਭਾਵਨਾਵਾਂ ਹੁੰਦੀਆਂ ਨੇ, ਭਾਵਨਾਵਾਂ ਦੇ ਲੈਵਲ 'ਤੇ ਬਹਿ ਜਾਂਦੇ ਹਾਂ, ਅਤੇ ਭਾਵਨਾਵਾਂ 'ਤੇ ਲੈਵਲ 'ਤੇ ਬਹਿ ਕੇ ਫਿਰ ਗਲਤ ਐਕਸ਼ਨ ਕਰਦੇ ਹਾਂ, ਅਤੇ ਉਹਦਾ ਫਿਰ ਖਮਿਆਜਾ ਭੁਗਤੀ ਜਾਂਦੇ ਹਾਂ। ਆਪਣੇ ਆਲੇ ਦੁਆਲੇ ਤੁਸੀਂ ਰੋਜ਼ ਦੇਖ ਲਓ ਸਮਾਜ ਦੇ ਵਿੱਚ ਕੀ ਕੁਛ ਹੋ ਰਿਹਾ, ਘਰਾਂ ਦੇ ਅੰਦਰ ਕੀ ਕੁਛ ਹੋ ਰਿਹਾ। ਤਾਂ ਉਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਹੈ ਕੀ ਹੈ, ਅਲਟੀਮੇਟਲੀ ਆਪਣੇ ਸਿਸਟਮ ਨੂੰ ਨਾ ਸਮਝ ਸਕਣਾ। ਤਾਂ ਉਹਦੀ ਜਿਹੜੀ ਆਪਾਂ ਗੱਲ ਪਹਿਲਾਂ ਵੀ ਇੱਕ ਵੀਡੀਓ 'ਚ ਕਰ ਚੁੱਕੇ ਹਾਂ ਮੇਰੇ ਖਿਆਲ 'ਚ, ਉਹਨੂੰ ਰਿਪੀਟ ਕਰਨਾ ਕੋਈ ਜਿਹੜੀ ਹੈ ਉਹਦੀ ਲੋੜ ਵੀ ਹੈ ਕਿ ਇਹ ਨਰਵਸ ਸਿਸਟਮ ਅਤੇ ਕਾਸਮਿਕ ਨਰਵਸ ਸਿਸਟਮ ਦੇ ਵਿੱਚ ਰਿਸ਼ਤਾ ਕੀ ਹੈ। ਸਾਡਾ ਇੱਕ ਵਿਅਕਤੀ ਦਾ ਬਾਕੀ ਸਮਾਜ ਨਾਲ ਕੀ ਰਿਸ਼ਤਾ, ਕੁਦਰਤ ਨਾਲ ਕੀ ਰਿਸ਼ਤਾ, ਫਿਰ ਬਾਕੀ ਜਿਹੜਾ ਬ੍ਰਹਿਮੰਡ ਹੈ ਉਹਦੇ ਨਾਲ ਕੀ ਰਿਸ਼ਤਾ। ਹਾਲਾਂਕਿ ਗੀਤਾ ਤੁਸੀਂ ਲੈ ਲਓ, ਕ੍ਰਿਸ਼ਨ ਭਗਵਾਨ ਨੇ ਤਾਂ ਸਾਰੀ ਗੱਲ ਗੀਤਾ 'ਚ ਸਪਸ਼ਟ ਕਰਤੀ ਉਹ ਰਿਸ਼ਤੇ ਦੀ, ਲੇਕਿਨ ਫਿਰ ਵੀ ਸਾਨੂੰ ਸਮਝ ਨਹੀਂ ਆਈ। ਠੀਕ ਹੈ ਨਾ, ਤੁਸੀਂ ਗੀਤਾ ਨਾਲੋਂ ਤਾਂ ਸਿੰਪਲ ਗ੍ਰੰਥ ਕੋਈ ਨਹੀਂ ਹੋ ਸਕਦਾ। ਕ੍ਰਿਸ਼ਨ ਭਗਵਾਨ ਨੇ ਜਿਹੜੀ ਉਪਨਿਸ਼ਦਾਂ ਦੀ ਸਾਰੀ ਸਿਆਣਪ ਸੀਗੀ ਉਹ ਸਾਰੀ ਦੀ ਸਾਰੀ ਗੀਤਾ 'ਚ ਸਮ ਅਪ ਕਰਤੀ। ਫਿਰ ਵੀ ਗੱਲ ਜਿਹੜੀ ਆ ਉਹ ਗੱਲ ਪੱਲੇ ਨਹੀਂ ਪਈ ਸਾਡੇ, ਫਿਰ ਅਸੀਂ ਭੁੱਲ ਗਏ ਉਹਨੂੰ, ਫਿਰ ਭੁੱਲ ਜਾਂਦੇ ਹਾਂ, ਬਾਰ-ਬਾਰ ਭੁੱਲ ਜਾਂਦੇ ਹਾਂ। ਤਾਂ ਕਿਤੇ ਨਾ ਕਿਤੇ ਲੋੜ ਹੈ ਕਿ ਅਸੀਂ ਜਿਹੜੀ ਇਹ ਸਾਰੀ ਦੀ ਸਾਰੀ ਸਿਆਣਪ ਹੈ ਉਹਨੂੰ ਸਮਝੀਏ ਕਿ ਜਿਹੜਾ ਸਾਡਾ ਨਰਵਸ ਸਿਸਟਮ ਹੈ ਜਿਸ ਢੰਗ ਨਾਲ ਕੰਮ ਕਰਦਾ ਹੈ, ਸਾਡੇ ਤੋਂ ਵੱਡਾ ਇੱਕ ਨਰਵਸ ਸਿਸਟਮ ਹੋਰ ਹੈ, ਉਹ ਹੈਗਾ ਕਲੈਕਟਿਵ, ਸਾਂਝਾ। ਕਿ ਮੇਰਾ ਨਰਵਸ ਸਿਸਟਮ ਜੋ ਹੈ ਸੋਚਦਾ, ਨਰਵਸ ਸਿਸਟਮ ਦਾ ਸੋਚਣ ਦਾ ਤਰੀਕਾ ਕੀ ਹੈ, ਉਹਨੂੰ ਵੀ ਥੋੜ੍ਹਾ ਜਿਹਾ ਆਪਾਂ ਸਮਝ ਲਈਏ ਕਿ ਇਹ ਨਰਵਸ ਸਿਸਟਮ ਮੇਰਾ ਬ੍ਰੇਨ ਹਾਰਡਵੇਅਰ ਹੈ। ਜਿੱਦਾਂ ਕੰਪਿਊਟਰ ਹੁੰਦਾ ਉਹਦਾ ਹਾਰਡਵੇਅਰ ਹੈ, ਫਿਰ ਉਹਦਾ ਸੌਫਟਵੇਅਰ ਫੀਡ ਕੀਤਾ ਜਾਂਦਾ। ਤਾਂ ਪ੍ਰਮਾਤਮਾ ਨੇ ਸਾਨੂੰ ਹਾਰਡਵੇਅਰ ਦਿੱਤਾ, ਉਹਨੂੰ ਚੰਗੀ ਤਰ੍ਹਾਂ ਪੂਰਾ, ਇਸ ਤੋਂ ਵਧੀਆ ਹਾਰਡਵੇਅਰ ਕੋਈ ਹੋ ਨਹੀਂ ਸਕਦਾ। ਮਤਲਬ ਜੋ ਵੱਡੇ ਤੋਂ ਵੱਡਾ ਕੰਪਿਊਟਰ ਅੱਜ ਬਣਿਆ ਹੈ, ਅੱਜ ਵੀ ਸਾਇੰਟਿਸਟ ਮੰਨਦੇ ਆ ਕਿ ਬ੍ਰੇਨ ਨਾਲੋਂ ਵੱਡਾ ਕੰਪਿਊਟਰ ਨਹੀਂ ਹੋ ਸਕਦਾ ਕੋਈ। ਹਾਲਾਂਕਿ ਕੰਪਿਊਟਰ ਬ੍ਰੇਨ ਤੋਂ ਜ਼ਿਆਦਾ ਐਫੀਸ਼ੀਐਂਟਲੀ ਕੁਛ ਕੰਮ ਕਰ ਸਕਦਾ ਹੈ, ਲੇਕਿਨ ਬ੍ਰੇਨ ਦੇ ਕੰਮ ਸਾਰੇ ਨਹੀਂ ਕਰ ਸਕਦਾ। ਉਹ ਜੋ ਬ੍ਰੇਨ ਜਿਉਂਦਾ ਜਾਗਦੇ ਵਿਅਕਤੀ ਦਾ ਬ੍ਰੇਨ ਜੋ ਕਰ ਸਕਦਾ ਹੈ, ਉਹ ਕੰਪਿਊਟਰ ਸਾਰੇ ਕੰਮ ਨਹੀਂ ਕਰ ਸਕਦਾ। ਚਾਹੇ ਉਹ ਰੋਬੋਟ ਬਣ ਜਾਵੇ, ਜਿੰਨੀ ਮਰਜ਼ੀ ਆਰਟੀਫਿਸ਼ੀਅਲ ਇੰਟੈਲੀਜੈਂਸ ਲਾ ਲਓ, ਨਕਲੀ ਬੰਦਾ ਬਣਾਇਆ ਉਹਨਾਂ ਨੇ, ਰੋਬੋਟ ਬਣਾਇਆ ਨਾ, ਉਹ ਕੁਛ ਕੰਮ ਜ਼ਿਆਦਾ ਵਧੀਆ ਢੰਗ ਨਾਲ ਕਰ ਸਕਦਾ, ਲੇਕਿਨ ਉਹ ਸਾਰੇ ਕੰਮ ਨਹੀਂ ਕਰ ਸਕਦਾ, ਬੈਲੈਂਸ ਨਹੀਂ ਕਰ ਸਕਦਾ, ਉਹਨੂੰ ਸੰਤੁਲਨ ਨਹੀਂ ਬਣਾ ਸਕਦਾ। ਇਹਦਾ ਮਤਲਬ ਹੈ ਕਿ ਸਾਡਾ ਜਿਹੜਾ ਹਾਰਡਵੇਅਰ ਹੈ ਇਹ ਸਭ ਤੋਂ ਉੱਤਮ ਹੈ। ਸਾਡਾ ਜਿਹੜਾ ਹਾਰਡਵੇਅਰ ਬਣਾਇਆ ਕੁਦਰਤ ਨੇ, ਪਰਮਾਤਮਾ ਨੇ, ਸਭ ਤੋਂ ਉੱਤਮ ਹੈ। ਉਹ ਉੱਤਮ ਹਾਰਡਵੇਅਰ ਜਿਹੜਾ ਹੈ ਉਹ ਕਿਹਦੀ ਰਿਫਲੈਕਸ਼ਨ ਹੈ। ਇੱਕ ਪਹਿਲੀ ਗੱਲ ਤਾਂ ਉਹੋ ਜਿਹੇ ਹਾਰਡਵੇਅਰ ਵਾਲੇ ਕਿੰਨੇ ਬੰਦੇ ਨੇ ਸਾਡੇ ਆਲੇ ਦੁਆਲੇ, ਜੇ ਸਾਂਝਾ ਹੋ ਜਾਵੇ, ਉਹਨਾਂ ਦੀ ਨੈਟਵਰਕਿੰਗ ਪ੍ਰੋਪਰ ਹੋਵੇ, ਆਪਸ 'ਚ ਤਾਲਮੇਲ ਵਧੀਆ ਹੋਵੇ, ਸਮਾਜ ਵਧੀਆ ਹੋਵੇ, ਆਪਸ 'ਚ ਸਹਿਚਾਰ ਹੋਵੇ, ਭਾਈਚਾਰਾ ਹੋਵੇ, ਤਾਂ ਉਹ ਕਿੱਡਾ ਵਧੀਆ ਹੋ ਜਾਵੇ। ਫਿਰ ਦੀ ਫੰਕਸ਼ਨਿੰਗ ਹੋਰ ਵਧੀਆ ਹੋ ਜੂਗੀ ਨਾ। ਕਿਉਂਕਿ ਦੇਖੋ ਸਾਰਾ ਦਾ ਸਾਰਾ ਜਿਹੜਾ ਜਿਹੜੀਆਂ ਸਾਡੀਆਂ ਟੀਚਿੰਗਸ ਨੇ ਉਪਨਿਸ਼ਦਾਂ ਦੀਆਂ ਜਾਂ ਗੁਰਬਾਣੀ ਦੀਆਂ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਜਿਸ ਢੰਗ ਦੇ ਨਾਲ ਸਾਰਾ ਔਰਗਨਾਈਜ਼ ਕੀਤਾ ਖਾਲਸਾ, ਤਾਂ ਉਹ ਕਮਾਲ ਦਾ ਹੈ। ਮਤਲਬ ਇੱਕ ਆਪਣੇ ਆਪ 'ਚ ਹੀ ਉਹ ਹੈ ਕਿ ਜਦੋਂ ਤੁਸੀਂ ਸਾਂਝੇ ਹੋ ਕੇ ਸੋਚਦੇ ਹੋ, ਸੰਗਤ ਦਾ ਕਨਸੈਪਟ ਆਇਆ ਸਾਰਾ। ਸਿਬਤ ਖਾਲਸਾ ਦਾ ਆਇਆ ਕਿ ਵੀ ਜਿਹੜੀ ਖਾਲਸਾ ਦਾ ਮਤਲਬ ਜੋ ਸੱਚੇ ਸੁੱਚੇ ਲੋਕ ਇਕੱਠੇ ਹੋ ਕੇ ਬੈਠ ਕੇ ਸੋਚਣਗੇ ਉਹ ਸੁਪਰ ਹੈ। ਅਤੇ ਉਹਨਾਂ ਨੇ ਮੈਨੂੰ 5 ਪਿਆਰਿਆਂ ਦਾ ਦਿੱਤਾ ਵੀ 5 ਪਿਆਰੇ ਜੋ ਸੋਚਣਗੇ ਇੱਕ ਵਿਅਕਤੀ ਨਾਲੋਂ, ਚਾਹੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਚਾਹੇ ਮੈਂ ਵੀ ਹੋਵਾਂ, 5 ਪਿਆਰੇ ਮੇਰੇ ਤੋਂ ਉੱਪਰ ਨੇ। ਉਹਦਾ ਮਤਲਬ ਕੀ ਹੋਇਆ ਕਿ ਜਿਹੜੀ ਚੀਜ਼ ਇੱਕ ਬੰਦੇ ਦਾ ਦਿਮਾਗ ਐਨਾਲਾਈਜ਼ ਕਰ ਰਿਹਾ, ਸੋਚ ਰਿਹਾ, ਉਹਦੇ ਤੋਂ 5 ਬੰਦਿਆਂ ਦਾ ਜਦ ਦਿਮਾਗ ਇਕੱਠਾ ਹੋਏਗਾ ਤਾਂ ਬੈਟਰ ਹੋਏਗਾ। ਅਤੇ 5 ਤੋਂ ਬਾਅਦ 50 ਦਾ, 500 ਦਾ, 5 ਲੱਖ, 1000 ਦਾ, ਜੇ ਤੇ ਲੱਖਾਂ ਬੰਦਿਆਂ ਦਾ ਦਿਮਾਗ ਉਸ ਤੋਂ ਵੀ ਬੈਟਰ ਹੋਏਗਾ। ਤਾਂ ਹੀ ਉਹਨਾਂ ਨੇ ਸੰਗਤ ਦਾ ਕਿਹਾ ਵੀ ਸੰਗਤ ਦਾ ਹੁਕਮ ਹੈ। ਆਪਾਂ ਕਹਿੰਦੇ ਸੰਗਤ ਦਾ ਹੁਕਮ ਹੈ, ਸੰਗਤ ਦੇ ਹੁਕਮ ਦਾ ਮਤਲਬ ਸਮੂਹ ਦਾ ਹੁਕਮ ਹੈ। ਕਿਉਂਕਿ ਸਮੂਹ ਦੇ ਵਿੱਚ ਜਦੋਂ ਇਹ ਵਾਰੀ ਨਿਕਲੇਗੀ ਉਹ ਝੂਠੀ ਨਹੀਂ ਹੋਏਗੀ, ਉਹ 'ਚ ਕਿਸੇ ਦੀ ਇੱਗੋ ਨਹੀਂ ਹੋਏਗੀ, ਕਿਸੇ ਦਾ ਅਹਿਮ ਨਹੀਂ ਹੋਏਗਾ, ਕਿਸੇ ਦਾ ਲਾਲਚ ਨਹੀਂ ਆ ਸਕਦਾ ਉਹ 'ਚ, ਕਿਉਂਕਿ ਸਮੂਹ ਦਾ।
ਤੋ ਇਹ ਸਾਰੇ ਸਾਰੇ ਕਨਸੈਪਟ ਜਿਹੜੇ ਸਾਡੇ ਸਾਹਮਣੇ ਪਏ ਫਿਰ ਵੀ ਅਸੀਂ ਭੁੱਲ ਕੇ ਗੱਲ ਕੀ ਕਰਦੇ ਮੈਂ ਕਰਦੇ ਫਿਰੀ ਜਾਂਦੇ ਤੇ ਮੈਂ ਕਰਦੇ ਲੜਦੇ ਫਿਰੀ ਜਾਂਦੇ ਆ। ਕੋਈ ਹਿੰਦੂ ਸਿੱਖਾਂ ਨਾਲ ਲੜੀ ਜਾਂਦਾ, ਸਿੱਖ ਹਿੰਦੂਆਂ ਨਾਲ ਲੜੀ ਜਾਂਦੇ ਆ, ਕੋਈ ਹਿੰਦੂ ਮੁਸਲਮਾਨਾਂ ਨਾਲ ਲੜੀ ਜਾਂਦਾ। ਕਿੱਥੇ ਕਿੱਥੇ ਉਹ ਕਨਸੈਪਟ, ਕਿੱਥੇ ਸੰਗਤ ਦਾ ਕਨਸੈਪਟ, ਕਿੱਥੇ ਸਮੂਹ ਦਾ ਕਨਸੈਪਟ, ਅਤੇ ਕਿੱਥੇ ਉਹ ਸਾਰੀ ਗੁਰਬਾਣੀ ਦੇਖੋ ਤੁਸੀਂ ਸਾਰੇ ਅਸੀਂ ਉਹਨੂੰ ਨੈਗੇਟ ਕਰ ਦਿੰਦੇ ਹਾਂ। ਜਦੋਂ ਅਸੀਂ ਸਾਡਾ ਬਿਹੇਵੀਅਰ ਰੋਜ਼ ਆਉਂਦਾ ਹੈ ਡੇ ਟੂ ਡੇ, ਕਿਸ ਢੰਗ ਦੇ ਨਾਲ ਅਸੀਂ ਆਪਸ 'ਚ ਲੜਦੇ ਭਿੜਦੇ ਹਾਂ, ਆਪਸ 'ਚ ਈਰਖਾ ਭਾਵ ਰੱਖਦੇ ਹਾਂ, ਬਦਲੇ ਦੀ ਭਾਵਨਾ ਰੱਖਦੇ ਹਾਂ, ਕ੍ਰੋਧ ਰੱਖਦੇ ਹਾਂ, ਉਹ ਕਿਤੇ ਸਟੈਂਡ ਕਰਦਾ ਉਸ ਗੁਰਬਾਣੀ ਦੇ ਟੀਚਿੰਗ ਦੇ ਹਿਸਾਬ ਨਾਲ। ਤਾਂ ਇਹ ਕਿਉਂ ਵਾਪਰ ਰਿਹਾ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਦ ਤੱਕ ਤੁਸੀਂ ਸੱਚ ਨੂੰ ਨਹੀਂ ਦੇਖੋਗੇ, ਸੱਚ ਨੂੰ ਪਰਸੀਵ ਨਹੀਂ ਕਰੋਗੇ ਪ੍ਰੋਪਰਲੀ, ਉੱਥੇ ਮਾਰ ਖਾ ਜਾਂਦੇ ਅਸੀਂ। ਕਿੱਦਾਂ ਸਾਡਾ ਬ੍ਰੇਨ ਕੰਮ ਕਰਦਾ, ਪਹਿਲਾਂ ਅਸੀਂ ਰਿਸੀਵ ਕਰਦੇ ਹਾਂ ਇਨਫੋਰਮੇਸ਼ਨ। ਇੱਕ ਇਨਫੋਰਮੇਸ਼ਨ ਹੈਗੀ ਜੋ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ, ਜੋ ਕੰਨਾਂ ਨਾਲ ਸੁਣ ਰਹੇ ਹਾਂ, ਨੱਕ ਨਾਲ ਸੁੰਘ ਰਹੇ ਹਾਂ, ਜੀਭ ਨਾਲ ਸਵਾਦ ਲੈ ਰਹੇ ਹਾਂ, ਚਮੜੀ ਸਾਨੂੰ ਟੱਚ ਕਰ ਰਹੀ ਹੈ, 5 ਗਿਆਨ ਇੰਦਰੀਆਂ ਨੇ, ਇੱਥੋਂ ਆ ਗਈ। ਦੂਜੀ ਇਨਫੋਰਮੇਸ਼ਨ ਹੁੰਦੀ ਸਾਡੇ ਕੋਲ ਗਿਆਨ ਦੀ ਸ਼ਕਲ 'ਚ, ਜਿਹੜੀ ਕਿ ਪੁਰਾਣੇ ਰਿਸ਼ੀਆਂ ਮੁਨੀਆਂ ਤੋਂ ਅੱਗੇ ਸਟੋਰ ਕੀਤੀ ਹੋਈ ਪਈ ਹੈ, ਉਹ ਪੜ੍ਹਦੇ ਹਾਂ ਅਸੀਂ, ਜਾਂ ਕਿਸੇ ਸਿਆਣੇ ਮਨੁੱਖ ਤੋਂ ਸੁਣਦੇ ਹਾਂ ਸਾਖੀਆਂ ਦੀ ਸ਼ਕਲ 'ਚ, ਜਾਂ ਆਪਾਂ ਨੂੰ ਜੋ ਵੀ ਕੋਈ ਮਹਾਂਪੁਰਸ਼ ਆ ਕੇ ਪ੍ਰਵਚਨ ਕਰਦਾ, ਉਹ ਪ੍ਰਵਚਨ ਵੀ ਤਾਂ ਸਾਰੇ ਉਹ ਪੁਰਾਤਨ ਨੌਲੇਜ ਦੇ ਆਧਾਰ 'ਤੇ ਹੀ ਹੁੰਦੇ ਨਾ। ਤਾਂ ਉਹ ਸਾਰੇ ਦਾ ਸਾਰਾ ਉਹ ਵੀ ਇੱਕ ਇਨਫੋਰਮੇਸ਼ਨ ਹੈ। ਤਾਂ ਸਾਰੀ ਇਨਫੋਰਮੇਸ਼ਨ ਨੂੰ ਫਿਰ ਉਹ ਜਿਹੜਾ ਸਾਡਾ ਬ੍ਰੇਨ ਦਾ ਹਾਰਡਵੇਅਰ ਹੈ ਉਹ ਐਨਾਲਾਈਜ਼ ਕਰਦਾ, ਫਿਰ ਉਹਦੀ ਕੁਛ ਮੈਮਰੀ ਰੱਖਦਾ, ਜਿਹਨੂੰ ਯਾਦਦਾਸ਼ਤ ਕਹਿੰਦੇ ਆ। ਮੈਮਰੀ ਦੇ ਬੇਸ 'ਤੇ ਫਿਰ ਬੁੱਧੀ ਬਣਦੀ ਹੈ। ਬੁੱਧੀ ਦਾ ਕੀ ਮਤਲਬ ਹੈ ਕਿ ਉਸ ਮੈਮਰੀ ਨੂੰ ਫਿਰ ਬੁੱਧੀ ਦੇ ਲੈਵਲ 'ਤੇ ਅਸੀਂ ਐਨਾਲਾਈਜ਼ ਕਰਦੇ ਵੀ ਇਹ ਚੰਗਾ ਹੈ, ਮਾੜਾ ਹੈ, ਇਹ ਠੀਕ ਹੈ, ਗਲਤ ਹੈ, ਉਹ ਬੁੱਧੀ ਹੋ ਗਈ। ਵਿਵੇਕ ਉਸ ਤੋਂ ਵੀ ਥੋੜ੍ਹਾ ਜਿਹਾ ਸੂਖਸ਼ਮ ਹੋ ਗਿਆ ਕਿ ਵਿਵੇਕ ਤੇ ਜੇ ਤੁਹਾਡੇ 'ਚ ਹੈਗਾ ਤਾਂ ਤੁਹਾਨੂੰ ਗਲਤ ਕੰਮ ਨਹੀਂ ਕਰਨ ਦੇਗਾ, ਉਹ ਤੁਸੀਂ ਠੀਕ ਕੰਮ ਕਰੋਗੇ। ਉਸ ਤੋਂ ਹੀ ਅਗਰ ਗਹਿਰੇ ਜਾਈਏ ਆਪਾਂ ਤਾਂ ਉਹ ਹੈ ਜਿਹੜਾ ਧਿਆਨ ਯੋਗ ਹੈ। ਜਿਹਨੂੰ ਧਿਆਨ ਯੋਗ ਕਹਿੰਦੇ ਕਿ ਜਿੱਥੇ ਤੁਸੀਂ ਜਾ ਕੇ ਪਰਮਾਤਮਾ ਨਾਲ ਕਨੈਕਟ ਹੋ ਕੇ ਜਾਂ ਪੂਰੇ ਬ੍ਰਹਿਮੰਡੀ ਚੇਤਨਾ ਨਾਲ ਕਨੈਕਟ ਹੋ ਕੇ ਇੱਕ ਉਹਦਾ ਹਿੱਸਾ ਬਣ ਜਾਂਦੇ ਹੋ। ਉਹਦੇ ਹਿੱਸੇ ਦੀ ਚੇਤਨਾ ਤੁਹਾਡੇ 'ਚ ਹੁੰਦੀ ਹੈ। ਜਿਹੜਾ ਮਹਾਂਪੁਰਖਾਂ ਨੇ ਸਾਨੂੰ ਧਿਆਨ ਯੋਗ ਸਿਖਾਇਆ, ਜਿਹਨੂੰ ਮੈਡੀਟੇਸ਼ਨ ਕਹਿੰਦੇ ਆਪਾਂ, ਉਹਦੇ 'ਚ ਜਾਂਦੇ ਹਾਂ ਤਾਂ ਆਪਾਂ ਉਹਦੇ 'ਚ ਇੱਕ ਉਹ ਰਿਸ਼ਤਾ ਵੀ ਹੈ ਜਿਹਦੇ 'ਚ ਕਿ ਵਨਨੈਸ ਹੈ, ਕਿ ਹੈ ਹੀ ਸਭ ਕੁਛ ਇੱਕੋ ਹੈ, ਕੋਈ ਦੋ ਹੈ ਹੀ ਨਹੀਂ, ਨੋ ਟੂ। ਬ੍ਰਹਿਮੰਡ ਵੀ ਹੈ, ਕੁਦਰਤ ਵੀ ਹੈ, ਉਹਦੇ 'ਚ ਸਮਾਜ ਵੀ ਹੈ, ਮਨੁੱਖ ਵੀ ਨੇ, ਅਤੇ ਮੈਂ ਵੀ ਹਾਂ, ਅਤੇ ਸਾਰਾ ਕੁਛ ਇੱਕ ਦੇ ਨਾਲ ਇੱਕੋ ਕੁਛ ਦਾ ਅੱਡ ਅੱਡ ਕਣ ਨੇ। ਵੱਡੀ ਬਾਡੀ ਆ, ਉਹ ਵੱਡਾ ਸਰੀਰ ਹੈ ਬ੍ਰਹਿਮੰਡ ਦਾ, ਇੱਕ ਬਹੁਤ ਹਿਊਜ ਸਰੀਰ ਹੈ ਜਿਹੜਾ ਕ੍ਰਿਸ਼ਨ ਭਗਵਾਨ ਨੇ ਗੱਲ ਕੀਤੀ ਸਾਰੀ, ਵਿਰਾਟ ਰੂਪ। ਉਹ ਵਿਰਾਟ ਰੂਪ ਆਈ ਸੀ ਹੋਰ ਕਿਸੇ ਕ੍ਰਿਸ਼ਨ ਜਿਹੜਾ ਅਰਜਨ ਨੂੰ ਸਮਝਾਇਆ ਕਿ ਤੂੰ ਵਿਰਾਟ ਰੂਪ ਦਾ ਹਿੱਸਾ ਹੈ, ਤੂੰ ਆਪਣੇ ਨੂੰ ਅੱਡ ਕਿਉਂ ਸਮਝ ਰਿਹਾ। ਵਿਰਾਟ ਰੂਪ ਦਿਖਾਇਆ, ਉਹ ਵਿਰਾਟ ਰੂਪ ਆਹੀ ਸੀ ਵੀ ਪੂਰੇ ਬ੍ਰਹਿਮੰਡ ਇੱਕੋ ਹੀ ਸਰੀਰ ਹੈ, ਉਹਦਾ ਤੂੰ ਹਿੱਸਾ ਹੈ, ਤੇਰੀ ਕੁਛ ਡਿਊਟੀ ਹੈ, ਉਹ ਹਿੱਸਾ ਹੋਣ ਦੇ ਨਾਤੇ ਜਿਹੜੀ ਤੇਰੀ ਡਿਊਟੀ ਉਹਨੂੰ ਨਿਭਾ, ਬਸ ਤੇਰਾ ਇੰਨਾ ਹੀ ਕੰਮ ਹੈ। ਤੇ ਉਹਦੇ ਧੋਖਾ ਨਾ ਖਾ, ਉਹ ਇੱਧਰ ਉੱਧਰ ਨਾ ਜਾ, ਪਾਪ ਨਾ ਕਰ, ਜੋ ਠੀਕ ਆ ਉਹ ਕਰ। ਤਾਂ ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਉਹ ਜਦੋਂ ਅਸੀਂ ਸਾਡੀ ਇਨਐਬਿਲਿਟੀ ਹੁੰਦੀ ਹੈ ਇਹ ਸਾਰੇ ਕੁਝ ਨੂੰ ਸੋਚਣ ਦੀ ਅਤੇ ਐਨਾਲਾਈਜ਼ ਕਰਨ ਦੀ, ਤਾਂ ਅਸੀਂ ਕਿੰਨੀਆਂ ਬੱਜਰ ਗਲਤੀਆਂ ਕਰਦੇ ਹਾਂ ਕਿ ਅਸੀਂ ਕਾਸਟ ਦੇ ਬੇਸ 'ਤੇ, ਧਰਮ ਦੇ ਬੇਸ 'ਤੇ ਨਫ਼ਰਤ ਕਰਨ ਲੱਗਦੇ ਹਾਂ। ਨਫ਼ਰਤ ਹੀ ਨਹੀਂ ਕਰਦੇ, ਹਿੰਸਾ ਕਰਦੇ ਹਾਂ, ਦੂਜਿਆਂ ਨੂੰ ਮਾਰਨ ਤੱਕ ਜਾਂਦੇ ਹਾਂ। ਇਹ ਕਿੱਡੀ ਬੱਜਰ ਗਲਤੀ ਹੈ, ਇਹ ਤੋਂ ਵੱਡੀ ਕੋਈ ਗਲਤੀ ਹੋ ਸਕਦੀ ਹੈ। ਤਾਂ ਇਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਇਹ ਸਾਰਾ ਕੰਮ ਕਿਹਦਾ ਹੈ, ਸਾਡੇ ਨਰਵਸ ਸਿਸਟਮ ਦਾ। ਸਾਡੇ ਵਿੱਚ ਕੈਪੈਸਿਟੀ ਹੈ, ਸਾਡੇ 'ਚ ਪੋਟੈਂਸ਼ੀਅਲ ਹੈ, ਸਾਡੇ 'ਚ ਉਹ ਗੁਣ ਪਰਮਾਤਮਾ ਨੇ ਦਿੱਤਾ ਕਿ ਅਸੀਂ ਸਭ ਕਾਸੇ ਨੂੰ ਸਮਝ ਸਕਦੇ ਹਾਂ, ਲੇਕਿਨ ਫਿਰ ਵੀ ਨਹੀਂ ਸਮਝਦੇ। ਫਿਰ ਵੀ ਕਿਤੇ ਨਾ ਕਿਤੇ ਅਸੀਂ ਬਹੁਤ ਸਤਹੀ ਲੈਵਲ 'ਤੇ ਰਹਿ ਕੇ ਫੌਰੀ ਕਿਸੇ ਗੱਲ 'ਚ ਆ ਕੇ ਭਾਵਨਾ 'ਚ ਬਹਿ ਕੇ ਬੱਜਰ ਗਲਤੀਆਂ ਕਰਦੇ ਹਾਂ। ਤਾਂ ਉਹ ਗਲਤੀਆਂ ਨੂੰ ਰੋਕਣ ਵਾਸਤੇ ਸਮਾਜ ਦੇ ਅੰਦਰ ਕਿਹੜੀ ਚੀਜ਼ ਹੋਵੇ ਜਿਸ 'ਚੋਂ ਗਲਤੀਆਂ ਨਾ ਹੋਣ, ਤਾਂ ਕਿ ਸਭ ਬੰਦਿਆਂ ਦਾ ਨਰਵਸ ਸਿਸਟਮ ਜਿਹੜਾ ਉਹ ਬੈਲੈਂਸਡ ਰਹੇ, ਸੰਤੁਲਿਤ ਰਹੇ। ਉਹ ਕੁਛ ਤਰੀਕੇ ਸਾਨੂੰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਸਿਖਾਏ। ਉੱਥੋਂ ਚੱਲਦਾ ਮਹਾਤਮਾ ਬੁੱਧ ਨੇ ਆਪਣੇ ਢੰਗ ਨਾਲ ਸਮਝਾਇਆ, ਅੱਡ ਰਿਸ਼ੀਆਂ ਮੁਨੀਆਂ ਨੇ ਆਪਣੇ ਢੰਗ ਨਾਲ ਸਮਝਾਇਆ, ਕਬੀਰ ਜੀ ਨੇ ਸਮਝਾਇਆ, ਸਭ ਭਗਤੀ ਲਹਿਰ ਦੇ ਬਾਕੀ ਸੂਫੀ ਸੰਤਾਂ ਨੇ ਸਮਝਾਇਆ, ਫਰੀਦ ਜੀ ਨੇ ਸਮਝਾਇਆ, ਕਿੰਨੇ ਹੀ ਸਮੇਂ ਸਿਰ ਆਉਂਦੇ ਰਹੇ, ਆਪਣੀ ਭਾਸ਼ਾ 'ਚ ਆਪਣੇ ਢੰਗ ਨਾਲ ਸਮਝਾਉਂਦੇ ਰਹੇ। ਗੁਰੂ ਨਾਨਕ ਸਾਹਿਬ ਨੇ ਫਿਰ ਇੱਕ ਟਰੈਡੀਸ਼ਨ ਸ਼ੁਰੂ ਕੀਤੀ, ਜਿੱਥੇ ਆ ਕੇ 10 ਗੁਰੂ ਸਾਹਿਬਾਨ ਨੇ ਆਪਣੇ ਢੰਗ ਨਾਲ ਇੱਕ
ਇਤਿਹਾਸ ਸਿਰਜਿਆ, ਉਹ ਅਸੀਂ ਭੁੱਲ ਭੁਲਾਈ ਜਾਂਦੇ ਹਾਂ। ਮੈਂ ਤਾਂ ਕਈ ਵਾਰੀ ਬੜਾ ਹੈਰਾਨ ਹੁੰਦਾ ਵੀ ਜਦੋਂ ਬਹੁਤ ਮੇਰੇ ਸਾਹਮਣੇ ਇੱਕ ਮਰੀਜ਼ ਬੈਠਾ ਹੁੰਦਾ, ਉਹਨੇ ਕਿਰਪਾਨ ਵੀ ਪਾਈ ਹੁੰਦੀ ਆ, ਉਹਦਾ ਸਿੱਖੀ ਸਰੂਪ ਵੀ ਹੁੰਦਾ, ਪੂਰਨ ਰੂਪ ਹੁੰਦਾ, ਉਹ ਬੰਦਾ ਹੱਦ ਦਰਜੇ ਦਾ ਡਿਪਰੈਸ਼ਨ 'ਚ ਹੁੰਦਾ। ਬਹੁਤ ਅਜੀਬ ਲੱਗਦਾ, ਬਹੁਤ ਅਜੀਬ ਲੱਗਦਾ। ਕਹਿ ਰਿਹਾ ਵੀ ਮੈਨੂੰ ਕਿਸੇ ਨੇ ਭੂਤ ਪ੍ਰੇਤ 'ਚ ਮਿਲ ਗਿਆ ਜਾਂ ਮੈਨੂੰ ਕੁਝ ਕਿਸੇ ਨੇ ਕੁਝ ਕਰਤਾ, ਨਾ ਵੀ ਭੂਤ ਪ੍ਰੇਤ 'ਚ ਮਿਲ ਗਿਆ ਹੋਵੇ, ਲੇਕਿਨ ਉਹ ਢਹਿੰਦੀ ਕਲਾ 'ਚ ਇੰਨਾ ਜ਼ਿਆਦਾ ਹੈ ਕਿ ਉਹਨੂੰ ਪੁੱਛੇ ਵੀ ਜਿਹੜਾ ਤੇਰਾ ਸਰੂਪ ਹੈ ਉਹਦੀ ਕਿੰਨੀ ਵੱਡੀ ਹੱਦ ਤੱਕ ਹੈ। ਜੇ ਤੂੰ ਢਹਿੰਦੀ ਕਲਾ 'ਚ ਬੈਠਾ ਹੈ ਅੱਜ, ਤੈਨੂੰ ਇਹ ਲੱਗ ਰਿਹਾ ਵੀ ਮੈਂ ਤਾਂ ਕੁਛ ਵੀ ਨਹੀਂ ਕਰ ਸਕਦਾ, ਜਾਂ ਮੇਰਾ ਤਾਂ ਜੀਣ ਦਾ ਹੀ ਕੋਈ ਮਤਲਬ ਨਹੀਂ। ਕਿੰਨੇ ਲੋਕ ਸੁਸਾਈਡ ਕਰੀ ਜਾ ਰਹੇ ਆ। ਉਹਨੂੰ ਕੋਈ ਯਾਦ ਕਰਕੇ ਦੇਖੋ, ਵੀ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰ ਲਓ। ਉਹਨਾਂ ਦੀ ਇਤਿਹਾਸ ਦੇ ਵਿੱਚ ਕਿਤੇ ਵੀ ਦੇਖ ਲਓ, ਕਿਤੇ ਉਹਨਾਂ ਢਹਿੰਦੀ ਕਲਾ ਦੀ ਗੱਲ ਹੈ। ਚਮਕੌਰ ਦੀ ਗੜੀ ਵਾਲਾ ਜੀ ਉਦਾਹਰਨ ਹੈ, ਤਾਂ ਸਿਰੇ ਦੀ ਹੈ। 1.25 ਲੱਖ ਸੇ ਇੱਕ ਲੜਾਉਂ ਤਬੇ ਗੋਬਿੰਦ ਸਿੰਘ ਨਾਮ ਕਹੂੰ। 1.25 ਲੱਖ ਨਾਲ ਇੱਕ ਲੜਾਉਣਾ ਤਾਂ ਆਪਣੇ ਆਪ 'ਚ ਸਭ ਤੋਂ ਵੱਡੀ ਗੱਲ ਹੈ। ਉਹਦਾ ਜਿੰਨੀ ਐਡਵਰਸ ਹਾਲਾਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੀਗੇ ਉਸ ਵੇਲੇ, ਉਸ ਤੋਂ ਮਾੜੇ ਹਾਲਾਤ ਨਹੀਂ ਹੋ ਸਕਦੇ। ਤੁਸੀਂ ਦੇਖੋ, ਇਮੈਜਨ ਕਰੋ ਵੀ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ 'ਚ ਕੈਦ ਕੀਤਾ ਅਤੇ ਖਾਣਾ ਤੱਕ ਨਹੀਂ ਪਹੁੰਚਣ ਦੇ ਰਹੇ ਉਹਨਾਂ ਨੂੰ। ਜਿਹੜਾ ਦੁੱਧ ਲੈ ਕੇ ਆਇਆ ਉਹਨੂੰ ਵੀ ਮਰਵਾਤਾ। ਉਹਦੇ ਐਡੂ ਮਾੜੇ, ਜਦੋਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਤੋਂ ਘਰ 'ਚ ਵੜਨ ਨੂੰ ਕੋਈ ਤਿਆਰ ਨਹੀਂ ਸੀਗਾ, ਕਿਉਂਕਿ ਘਰ ਵੜਨ ਦਾ ਮਤਲਬ ਸੀ ਮੌਤ। ਉਹਦੇ ਨਾਲ ਤਾਂ ਮਾੜੇ ਹਾਲਾਤ ਨਹੀਂ ਹੋ ਸਕਦੇ। ਫਿਰ ਅਸੀਂ ਕਹਿੰਦੇ ਵੀ ਅਸੀਂ ਤਾਂ ਡਿਪਰੈਸ਼ਨ 'ਚ ਹਾਂ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਇਹ ਵਰਤਾਰਾ ਹੈ, ਇਹ ਗੈਪ ਕਿਉਂ ਹੈ, ਇਹ ਫੋਰਗੇਟਫੁਲਨੈਸ ਕਿਉਂ ਹੈ? ਅਸੀਂ ਭੁੱਲੀ ਜਾਂਦੇ ਹਾਂ ਵੀ ਅਸੀਂ ਕੀ ਹਾਂ। ਅਸੀਂ ਭੁੱਲ ਹੀ ਗਏ ਕਿ ਅਸੀਂ ਇੱਕ ਹੋਲ ਦਾ ਪਾਰਟ ਹਾਂ, ਬ੍ਰਹਿਮੰਡ ਦਾ ਪਾਰਟ ਹਾਂ। ਨੇਚਰ ਫਿਰ ਇੱਕ ਹੈ, ਮਨੁੱਖ ਸਮਾਜ ਫਿਰ ਇੱਕ ਹੈ, ਅਸੀਂ ਇਕੱਠੇ ਹਾਂ ਸਾਰੇ। ਸਾਡਾ ਆਪਸ ਵਿੱਚ ਰਿਸ਼ਤੇ, ਸਮਾਜ ਦਾ ਆਪਸ 'ਚ ਇੱਕ ਰਿਸ਼ਤਾ ਜਿਹੜਾ ਕਿ ਪਿਛਲੇ 70 ਸਾਲ ਤੋੜ ਦਿੱਤਾ ਗਿਆ। ਅਸੀਂ ਕਿਉਂ ਉਹਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ? ਜੇ ਅਸੀਂ ਉਹਨੂੰ ਬਚਾਵਾਂਗੇ ਤਾਂ ਹੀ ਬਚਾਂਗੇ, ਉਦੋਂ ਤਾਂ ਨਹੀਂ ਬਚ ਸਕਦੇ। ਤਾਂ ਸਾਨੂੰ ਇਕੱਲੇ ਨੂੰ ਤੋੜ ਕੇ ਉਹ ਇਕੱਲੇ ਨੂੰ ਜਿਹੜਾ ਹੈ ਉਹ ਗੁਲਾਮ ਬਣਾ ਸਕਦੇ ਹਾਂ ਦੁਬਾਰਾ। ਇੱਕ ਖਾਸ ਕਿਸਮ ਦੀ ਜਿਹੜੀ ਪੋਲੀਟਿਕਸ ਚੱਲ ਰਹੀ ਹੈ, ਖਾਸ ਕਿਸਮ ਦੀ ਰਾਜਨੀਤੀ ਚੱਲ ਰਹੀ ਹੈ, ਉਹ ਕਰੇਗੀ। ਤਾਂ ਉਹ ਜਿਹੜਾ ਕਿਤੇ ਨਾ ਕਿਤੇ ਜਿਹੜਾ ਮੈਂ ਸਮਝਦਾ ਕਿ ਉਹ ਨਰਵਸ ਸਿਸਟਮ ਦਾ ਹੀ ਫੰਕਸ਼ਨ ਹੈ। ਅਤੇ ਨਰਵਸ ਸਿਸਟਮ ਦੇ ਫੰਕਸ਼ਨ ਨੂੰ ਜੇ ਆਪਾਂ ਪ੍ਰੋਪਰਲੀ ਸਮਝ ਲਈਏ ਤਾਂ ਮੈਂ ਸਮਝਦਾ ਸਮਾਜ ਦੇ ਵਿੱਚ ਕਿਤੇ ਵੀ ਨਾ ਤਾਂ ਡਿਪਰੈਸ਼ਨ ਰਹੇ, ਨਾ ਕੋਈ ਐਂਗਜ਼ਾਇਟੀ ਰਹੇ, ਨਾ ਕੋਈ ਮਾਨਸਿਕ ਬਿਮਾਰੀਆਂ ਰਹਿਣ, ਨਾ ਕੋਈ ਨਸ਼ੇ ਰਹਿਣ। ਦੱਸੋ, ਗੁਰੂ ਗੋਬਿੰਦ ਸਿੰਘ ਦੇ ਸਿੱਖ ਨਸ਼ੇ ਕਰਦੇ ਹੋਣ, ਹੈ ਕੋਈ ਸਮਝਣ ਵਾਲੀ ਗੱਲ? ਉਹ ਕਹਿੰਦੀ ਸ਼ਰਾਬ ਤੋਂ ਬਿਨਾਂ ਤਾਂ ਨੀਂਦ ਨਹੀਂ ਆਉਂਦੀ। ਸਾਰਾ ਪੰਜਾਬ ਅੱਜ ਜਿਹੜਾ ਹੈ, ਪੰਜਾਬ ਦੇ ਇਹੋ ਜਿਹੇ ਲੋਕਾਂ ਦੀ ਕਿੰਨੀ ਗਿਣਤੀ ਹੈ ਜਿਹੜੇ ਕਹਿੰਦੇ ਜੇ ਮੈਂ ਰਾਤ ਨੂੰ ਸ਼ਰਾਬ ਨਾ ਪੀਵਾਂ ਤਾਂ ਮੈਨੂੰ ਨੀਂਦ ਨਹੀਂ ਆਉਂਦੀ। ਔਰ ਕਹਿੰਦੇ ਆਪਣੇ ਨੂੰ ਸਿੱਖ ਨੇ। ਬਹੁਤ ਬੰਦੇ ਜਿਹੜੇ ਨੇ ਸਿੱਖੀ ਸਰੂਪ 'ਚ ਵੀ ਨੇ। ਇਹ ਕੀ ਹੋਇਆ, ਗੱਲ ਕੀ ਬਣੀ? ਤਾਂ ਇਹ ਕਿਤੇ ਨਾ ਕਿਤੇ ਦੇਖੋ, ਨਿੱਕੀ ਜਿਹੀ ਗੱਲ 'ਤੇ ਕਿੱਡਾ ਸਮਾਜ ਦੇ ਵਿੱਚ ਉਥਲ ਪੁਥਲ ਹੋਇਆ ਪਿਆ ਸਾਰਾ, ਕਿ ਗੁਰੂ ਗੋਬਿੰਦ ਸਿੰਘ ਨੇ ਤਾਂ ਚਮਕੌਰ ਦੀ ਗੜੀ ਛੱਡਣ ਦਾ ਜਵਾਬ ਦਿੱਤਾ ਸਿੰਘਾਂ ਨੇ ਵੀ ਨਹੀਂ ਛੱਡਦੇ ਅਸੀਂ। ਇੱਥੇ ਮੁਲਕ ਛੱਡ ਭੱਜੀ ਜਾਂਦੇ ਆ। ਕੋਈ ਕੈਨੇਡਾ ਨੂੰ ਭੱਜੀ ਜਾਂਦਾ, ਆਸਟ੍ਰੇਲੀਆ ਨੂੰ ਭੱਜੀ ਜਾਂਦਾ। ਵੀ ਤੁਸੀਂ ਲੜੋ। ਜੇ ਤੁਹਾਨੂੰ ਲੱਗਦਾ ਪੰਜਾਬ 'ਚ ਤੁਹਾਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਤੁਹਾਡੇ ਇੱਥੇ ਪੰਜਾਬ 'ਚ ਮਾੜਾ ਹਾਲ ਹੋ ਗਿਆ, ਤੁਹਾਨੂੰ ਕੋਈ ਪੰਜਾਬ ਦਾ ਨਾਲ ਕੋਈ ਵੈਰ ਕਮਾ ਰਿਹਾ, ਤੁਹਾਨੂੰ ਕੋਈ ਜਿਹੜਾ ਹੈ ਪੰਜਾਬ ਨੂੰ ਤਬਾਹ ਕਰ ਰਿਹਾ, ਅਤੇ ਇਹਦੇ ਨਾਲ ਲੜੋ। ਇਸ ਨੂੰ ਭੱਜੀ ਜਾਂਦੇ, ਉੱਥੇ ਜਾ ਕੇ ਗੰਦੀਆਂ ਜੋਬਸ ਕਰ ਰਹੇ ਆ। ਗੱਲ ਉੱਥੇ ਵੀ ਕੁਛ ਨਹੀਂ ਹੈ ਕੋਈ ਖਾਸ ਐਡੀ, ਫਿਰ ਵੀ ਕਰ ਰਹੇ ਆ। ਪਰ ਉਹ ਕੀ ਕਮਜ਼ੋਰੀ ਆ? ਉਹ ਕਮਜ਼ੋਰੀ ਕਿਤੇ ਨਾ ਕਿਤੇ ਇੱਥੇ ਕਿ ਇਹਨੂੰ ਅਸੀਂ ਇਹਦਾ ਵਿਕਾਸ ਹੀ ਨਹੀਂ ਕਰ ਸਕੇ, ਕਿਉਂਕਿ ਅਸੀਂ ਕਹਿਣ ਨੂੰ ਡਿਗਰੀਆਂ ਕਰ ਲਈਆਂ, ਕੋਈ 10ਵੀਂ ਪਾਸ ਹੋ ਗਿਆ, 12ਵੀਂ ਹੋ ਗਿਆ, ਜਾਂ BA ਹੋ ਗਿਆ, ਜਾਂ MA ਹੋ ਗਿਆ, ਲੇਕਿਨ ਇਹਦਾ ਵਿਕਾਸ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜੀ ਸਾਡੀ ਸਾਰੀ ਦੀ ਸਾਰੀ ਵਿਜ਼ਡਮ ਇਕੱਠੀ ਹੋਈ ਸੀਗੀ, ਉਹਨੂੰ ਵੀ ਵਿਸਰ ਗਏ ਅਸੀਂ ਇਹ ਵੀ ਨਹੀਂ ਸਮਝ ਸਕੇ ਵੀ ਸਾਰੇ ਦਾ ਸਾਰਾ ਜਿਹੜਾ ਕਿਤੇ ਨਾ ਕਿਤੇ ਸਾਂਝੀ ਗੱਲ ਹੈ। ਅਤੇ ਸਾਂਝੀ ਗੱਲ ਨੂੰ ਅਗਰ ਤੁਸੀਂ ਪ੍ਰੋਟੈਕਟ ਕਰਨਾ ਹੈ, ਉਹਨੂੰ ਬਚਾਉਣਾ ਹੈ, ਉਹਦੀ ਰੱਖਿਆ ਕਰਨੀ, ਤਾਂ ਸਾਡਾ ਧਰਮ ਵੀ ਹੈ ਉਹ। ਜੇ ਸਾਨੂੰ ਇਸ ਧਰਤੀ 'ਤੇ ਅਸੀਂ ਜਨਮ ਲਿੱਤਾ ਹੈ, ਅਤੇ ਇਸ ਧਰਤੀ ਨੂੰ ਬਚਾਉਣਾ ਸਾਡਾ ਧਰਮ ਨਹੀਂ ਹੈ।
ਉਹਨੂੰ ਤੁਸੀਂ ਪਹਿਲਾਂ ਉਹਨੂੰ ਖਰਾਬ ਕੀਤਾ, ਧਰਤੀ ਖਰਾਬ ਹੋ ਗਈ, ਪਾਣੀ ਖਰਾਬ ਹੋ ਗਿਆ, ਹਵਾ ਖਰਾਬ ਹੋ ਗਈ, ਸਾਰਾ ਕੁਝ ਵਿਗਾੜ ਕਰ ਲਿਆ ਸੀ। ਹੁਣ ਉਹਨੂੰ ਬਚਾਏਗਾ ਕੌਣ? ਜਦੋਂ ਬਚਾਉਣ ਦੀ ਗੱਲ ਹੋਈ ਤਾਂ ਉਹੀ ਜ਼ਮੀਨਾਂ ਵੇਚ ਕੇ ਬਾਹਰ ਨੂੰ ਭੱਜ ਲਏ। ਔਰ ਨਰਵਸ ਸਿਸਟਮ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਸਿਰ ਤੋਂ ਸ਼ੁਰੂ ਹੁੰਦੀਆਂ, ਜਿਵੇਂ ਆਪ ਤੁਸੀਂ ਦੱਸਿਆ ਵੀ ਮਾਨਸਿਕ ਬਿਮਾਰੀ ਦੀ ਤੁਸੀਂ ਹੁਣ ਤੱਕ ਡਿਟੇਲ ਦਿੱਤੀ ਹੈ ਵੀ ਮਾਨਸਿਕ ਤੌਰ 'ਤੇ ਅਸੀਂ ਕਮਜ਼ੋਰ ਹਾਂ, ਅਸੀਂ ਮਜ਼ਬੂਤ ਨਹੀਂ ਹਾਂ, ਇਸ ਕਰਕੇ ਸਾਡੇ ਅੱਜ ਹਾਲਾਤ ਇਹ ਹੋ ਚੁੱਕੇ ਨੇ। ਨਰਵਸ ਸਿਸਟਮ ਦੀਆਂ ਆਪਾਂ ਇੱਕ ਵਾਰੀ ਬਿਮਾਰੀਆਂ ਦਾ ਜ਼ਿਕਰ ਕਰ ਦਈਏ ਪੂਰੀ ਸ਼ੁਰੂ ਤੋਂ ਲੈ ਕੇ ਸਿਰ ਤੋਂ ਲੈ ਕੇ ਥੱਲੇ ਤੱਕ। ਬਿਲਕੁਲ ਇਹ ਹੋ ਗਈ ਚੇਤਨਾ ਦੀ ਮੈਨੂੰ ਬਿਮਾਰੀਆਂ ਨਾ ਕਹੋ, ਚੇਤਨਾ ਦੀ ਘਾਟ ਕਹਿ ਲਓ, ਜਾਂ ਚੇਤਨਾ ਦੀ ਜਿਹੜੀ ਜਿਸ ਢੰਗ ਦੇ ਨਾਲ ਚੇਤਨਾ ਦਾ ਵਿਕਾਸ ਹੋਣਾ ਚਾਹੀਦਾ ਸੀਗਾ ਉਹ ਆਮ ਬੰਦੇ ਦਾ ਵਿਕਾਸ ਨਹੀਂ ਹੋ ਸਕਿਆ। ਜਿਨ੍ਹਾਂ ਲੋਕਾਂ ਨੇ ਪ੍ਰਿਵਿਲੇਜ ਇੰਜੋਏ ਕੀਤੇ, ਪੜ੍ਹੇ ਲਿਖੇ, ਯੂਨੀਵਰਸਿਟੀਆਂ ਡਿਗਰੀਆਂ ਕੀਤੀਆਂ, PhD ਕੀਤੀ, ਉਹ ਨਿੱਕੇ ਨਿੱਕੇ ਬੈਨੀਫਿਟਸ ਪਿੱਛੇ ਜਿਹੜੇ ਨੇ ਉਹ ਇੱਥੋਂ ਛੱਡ ਕੇ ਭੱਜ ਗਏ। ਪਿਛਲੇ 3-4 ਦਿਨਾਂ 'ਚ ਮੇਰੇ ਨਾਲ ਦੋ ਬੰਦੇ ਮਿਲੇ ਮੈਨੂੰ। ਇੱਕ ਤਾਂ ਮੇਰਾ ਦੋਸਤ ਸੀ ਪੁਰਾਣਾ, ਇੱਥੋਂ ਸਾਰੀ ਉਮਰ ਉਹਨੇ ਇੱਥੇ ਨੌਕਰੀ ਕੀਤੀ, ਹੱਦ ਦਰਜੇ ਦਾ ਸਟੇਟਸ ਮਿਲਿਆ ਉਹਨੂੰ, ਪ੍ਰਿੰਸੀਪਲ ਰਿਟਾਇਰ ਹੋਇਆ ਉਹ ਇੱਥੋਂ, ਵੱਡੀਆਂ ਡਿਗਰੀਆਂ ਕੀਤੀਆਂ ਹੋਈਆਂ ਨੇ, ਸਾਰੀ ਉਮਰ ਬਹੁਤ ਵੱਡੀਆਂ ਤਨਖਾਹਾਂ ਲਈਆਂ। ਉਹ ਕਿਸੇ ਭੋਗ 'ਤੇ ਇਕੱਠੇ ਸੀਗੇ ਅਤੇ ਮੈਨੂੰ ਕਹਿਣ ਲੱਗਾ ਡਾਕਟਰ ਸਾਹਿਬ ਆ ਜਾਓ ਕਿਤੇ ਮੇਰੇ ਕੋਲ ਕੈਨੇਡਾ, ਆਪਾਂ ਅਲਾਸਕਾ ਚੱਲ ਕੇ ਆਵਾਂਗੇ। ਮੈਂ ਕਿਹਾ ਕਿਉਂ, ਪੰਜਾਬ ਮਾੜਾ? ਕਹਿੰਦਾ ਨਹੀਂ ਸੈਰ ਕਰਨ ਵਾਸਤੇ। ਮੈਂ ਤੂੰ ਤਾਂ ਸੈਰ ਨਹੀਂ ਕਰਨ ਗਿਆ, ਤੂੰ ਤਾਂ ਭਗੌੜਾ, ਤੂੰ ਨਹੀਂ ਕਹਿ ਸਕਦਾ ਤੂੰ ਸੈਰ ਕਰਨ ਗਿਆ। ਮੈਨੂੰ ਤਾਂ ਇਨਵਾਈਟ ਕਰ ਰਿਹਾ ਸੈਰ ਕਰਨ ਵਾਸਤੇ, ਲੇਕਿਨ ਤੂੰ ਤਾਂ ਨਹੀਂ ਸੈਰ ਕਰਨ ਗਿਆ। ਮੈਂ ਤੂੰ ਤਾਂ ਭਗੌੜਾ, ਉਹਦੇ ਮੂੰਹ 'ਤੇ ਕਿਹਾ ਮੈਂ ਤੂੰ ਭਗੌੜਾ। ਫਿਰ ਇੱਕ ਹੋਰ ਪ੍ਰੋਫੈਸਰ ਸਾਹਿਬ ਆਏ, ਉਹ ਵੀ ਇੱਥੋਂ ਪ੍ਰੋਫੈਸਰੀ ਕਰਦੇ ਸੀਗੇ, PhD ਕੀਤੀ ਹੋਈ, 10-15 ਕਿਤਾਬਾਂ ਲਿਖੀਆਂ ਹੋਈਆਂ, ਲੇਕਿਨ ਉਹਨੂੰ ਲੱਗਿਆ ਕੈਨੇਡਾ ਜਾ ਕੇ ਆਰਥਿਕ ਤੌਰ 'ਤੇ ਮੈਂ ਜ਼ਿਆਦਾ ਪੈਸੇ ਕਮਾ ਸਕਦਾ, ਛੱਡ ਛਡਾ ਕੇ ਇੱਥੋਂ ਜਾ ਕੇ ਕੈਨੇਡਾ ਦੀ PR ਲੈ ਲਈ। ਪਰ ਹੁਣ ਆ ਕੇ ਮੇਰੇ ਸਾਹਮਣੇ ਬੈਠੇ ਰੋਣ ਹਾਕਾ ਮੂੰਹ ਬਣਾਇਆ ਹੋਇਆ। ਉਹ ਡਾਕਟਰ ਸਾਹਿਬ ਹੈ ਤਾਂ ਕੁਛ ਨਹੀਂ, ਉਹਦੇ ਪੱਲੇ ਕੁਛ ਨਹੀਂ, ਦਿਲ ਨਹੀਂ ਲੱਗਦਾ ਉੱਥੇ ਉਹ ਗੱਲ ਨਹੀਂ ਬਣਦੀ। ਮੈਂ ਕਰਦੇ ਕੀ ਹੋ ਉੱਥੇ ਡਰਾਈਵਰੀ ਕਰਦਾ। ਇੱਥੇ ਪ੍ਰੋਫੈਸਰ PhD ਕੀਤੀ ਹੋਈ, ਉੱਥੇ ਟਰੱਕ ਦਾ ਡਰਾਈਵਰ ਹੈ। ਤਾਂ ਇਹ ਕਿਤੇ ਨਾ ਕਿਤੇ ਜਿਹੜੀ ਚੇਤਨਾ ਦੀ ਘਾਟ ਹੈ ਕਿ ਤੁਸੀਂ ਕੋਈ ਧਰਮ ਨਾਂ ਦੀ ਚੀਜ਼ ਵੀ ਤਾਂ ਕੋਈ ਹੋਣੀ ਚਾਹੀਦੀ ਹੈ ਨਾ, ਕਿ ਤੁਹਾਡਾ ਜਿਹੜਾ ਸਮਾਜ ਹੈ ਉਹਦੇ ਅੰਦਰ ਕੜੀ ਜੁੜੀ ਹੋਈ ਹੈ, ਤੁਹਾਡੀ ਪੀੜ੍ਹੀ ਦਰ ਪੀੜ੍ਹੀ ਕੜੀ ਜੁੜੀ ਹੋਈ ਹੈ। ਤੁਹਾਡਾ ਇੱਕ ਰੀਜਨ ਹੈ, ਜਿਸ ਰੀਜਨ ਦੇ ਵਿੱਚ ਜਿਸ ਧਰਤੀ ਨੇ ਤੁਹਾਨੂੰ ਜਨਮ ਦਿੱਤਾ, ਜਿਸ ਪਾਣੀ ਨੇ ਤੁਹਾਨੂੰ ਬਾਪ ਬਣ ਕੇ ਪਾਲਿਆ, ਜਿਸ ਹਵਾ 'ਚ ਤੁਸੀਂ ਪਲੇ, ਜਿਸ ਸਮਾਜ ਨੇ ਤੁਹਾਨੂੰ ਬੱਚਿਆਂ ਵਾਂਗੂ ਪਾਲਿਆ। ਮੈਂ ਤਾਂ ਬਹੁਤ ਵਾਰੀ ਕਹਿੰਦਾ ਹੁੰਦਾ ਵੀ ਮੈਂ 70 ਸਾਲ ਦਾ ਹੋ ਗਿਆ, ਮੈਂ ਤਾਂ ਅੱਜ ਤੱਕ ਯਾਦ ਨਹੀਂ ਮੈਨੂੰ ਮੈਂ ਕਦੇ ਭੁੱਖਾ ਸੁੱਤਾ ਹੋਵਾਂ। ਮੈਨੂੰ ਅੱਜ ਤੱਕ ਇਹ ਵੀ ਯਾਦ ਨਹੀਂ ਵੀ ਮੈਂ ਕੱਪੜੇ ਤੋਂ ਬਿਨਾਂ ਨੰਗਾ ਫਿਰਿਆ ਹੋਵਾਂ, ਅਤੇ ਮੈਨੂੰ ਇਹ ਵੀ ਯਾਦ ਨਹੀਂ ਹੈ ਵੀ ਮੈਨੂੰ ਕੋਈ ਲੋੜ ਪਈ ਹੋਵੇ ਬਹੁਤ ਜ਼ਿਆਦਾ ਅਤੇ ਮੇਰੀ ਲੋੜ ਪੂਰੀ ਨਾ ਹੋਈ ਹੋਵੇ। ਫਿਰ ਮੈਂ ਕਿਹਾ ਮੈਂ ਧੰਨਵਾਦੀ ਕਿਉਂ ਨਾ ਹੋਵਾਂ ਉਸ ਧਰਤੀ ਮਾਂ ਦਾ। ਅਤੇ ਅੱਜ ਮੈਂ ਉਹਨੂੰ ਕਹਾਂ ਵੀ ਮੈਂ ਤਾਂ ਆਪਣੀ ਚੰਦ ਕੁਛ ਬੈਨੀਫਿਟਸ ਪਿੱਛੇ ਉਹਨੂੰ ਛੱਡ ਕੇ ਬਾਹਰ ਜਿਹੜਾ ਉਹ ਚੱਲ ਜਾਵਾਂ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਹੈ ਵਰਤਾਰਾ, ਇਹ ਕਿਤੇ ਨਾ ਕਿਤੇ ਜੇ ਅਗਰ ਆਪਾਂ ਠੀਕ ਕਰ ਲਈਏ ਤਾਂ ਮੇਰੇ ਖਿਆਲ ਸਮਾਜ ਦੇ ਬਹੁਤ ਸਾਰੇ ਭੈੜ ਠੀਕ ਹੋ ਸਕਦੇ ਆ। ਇੱਕ ਤਾਂ ਇਹ ਜਿਹੜਾ ਤਾਂ ਹੈ ਹੀ ਹੈ ਨਰਵਸ ਸਿਸਟਮ ਦੀ ਗੱਲ ਜਿਹੜੀ ਹੈ, ਨਰਵਸ ਸਿਸਟਮ ਨਾਲ ਜੁੜੀ ਹੋਈ ਆ। ਦੂਜੀ ਜਿਹੜੀ ਗੱਲ ਆਪਾਂ ਨਰਵਸ ਸਿਸਟਮ ਦੀ ਮੇਰੇ ਖਿਆਲ 'ਚ ਕਰਨੀ ਚਾਹੀਦੀ ਆਪਾਂ ਨੂੰ, ਜਿਹੜੀ ਕਿ ਆਮ ਨਹੀਂ ਕੀਤੀ ਜਾਂਦੀ ਹੈ, ਜੇ ਆਪਾਂ ਇਸ ਐਪੀਸੋਡ 'ਤੇ ਉਹ ਗੱਲਾਂ ਹੀ ਕਰੀਏ ਜਿਹੜੀਆਂ ਕਿ ਰਵਾਇਤੀ ਨਹੀਂ ਹੈ। ਰਵਾਇਤੀ ਬਿਮਾਰੀਆਂ ਦੀ ਗੱਲ ਆਪਾਂ ਅਗਲੀ ਐਪੀਸੋਡ ਕਰ ਲਾਂਗੇ, ਰਵਾਇਤੀ ਜਿਵੇਂ ਅਧਰੰਗ ਹੈ ਜਾਂ ਹੋਰ ਹੈ। ਇਹਦੇ 'ਚ ਇੱਕ ਚੀਜ਼ ਹੋਰ ਜਿਹੜੀ ਆਪਾਂ ਆਮ ਨਹੀਂ ਕਰਦੇ ਕਿ ਸਰੀਰ 'ਚ ਦੋ ਕਿਸਮ ਦਾ ਨਰਵਸ ਸਿਸਟਮ ਹੁੰਦਾ ਜਿਹੜਾ ਸਾਡੇ ਤੋਂ ਕੰਟਰੋਲ ਤੋਂ ਬਾਹਰ ਹੁੰਦਾ। ਕੁਛ ਨਰਵਸ ਸਿਸਟਮ ਹੁੰਦਾ ਜਿਹੜਾ ਸਾਡੇ ਕੰਟਰੋਲ 'ਚ ਹੈ, ਕਿ ਸਾਡੀ ਜਿਹੜੀ ਇੱਛਾ ਸ਼ਕਤੀ ਹੈ ਕੁਝ ਕੰਮ ਕਰਦੀ ਹੈ। ਉਹਦੇ ਹੈਲਪ ਕਰਨ ਲਈ ਦੋ ਸਿਸਟਮ ਹੋਰ ਲਾਏ ਹੁੰਦੇ ਆ। ਇੱਕ ਸਿਸਟਮ ਨੂੰ ਕਹਿੰਦੇ ਅਸੀਂ ਸਿੰਪੈਥੈਟਿਕ ਸਿਸਟਮ, ਅਤੇ ਇੱਕ ਨੂੰ ਕਹਿੰਦੇ ਪੈਰਾਸਿੰਪੈਥੈਟਿਕ ਸਿਸਟਮ। ਸਿੰਪੈਥੈਟਿਕ ਜਿਹੜਾ ਪੈਰਾਸਿੰਪੈਥੈਟਿਕ ਸਿਸਟਮ ਹੁੰਦਾ ਉਹ ਹੁੰਦਾ ਰਿਲੈਕਸ, ਖੁਸ਼, ਆਨੰਦ। ਪੈਰਾਸਿੰਪੈਥੈਟਿਕ ਜਿਸ 'ਚ ਕੋਈ ਵਰੀ ਨਹੀਂ ਹੈ, ਕੋਈ
ਚਿੰਤਾ ਨਹੀਂ ਹੈ, ਕੋਈ ਉਹਦੇ 'ਚ ਮਾਰਾਮਾਰੀ ਨਹੀਂ ਹੈ। ਗਲੈਂਡ ਹੁੰਦਾ ਪੈਰਾਸਿੰਪੈਥੈਟਿਕ। ਇਸ ਨਰਵਸ ਸਿਸਟਮ ਦੇ ਦੋ ਹਿੱਸੇ ਹੁੰਦੇ ਆ। ਜਿਹੜਾ ਮੇਨ ਨਰਵਸ ਸਿਸਟਮ ਹੈ ਉਹਨੂੰ ਹੈਲਪ ਕਰਨ ਲਈ, ਮੇਨ ਨਰਵਸ ਸਿਸਟਮ ਹੋ ਗਿਆ ਨਾ ਕਿ ਅਸੀਂ ਗਿਆਨ ਇੰਦਰੀਆਂ ਰਾਹੀਂ ਇਨਫੋਰਮੇਸ਼ਨ ਲੈ ਰਹੇ ਹਾਂ ਅਤੇ ਫਿਰ ਕਰਮ ਇੰਦਰੀਆਂ ਰਾਹੀਂ ਕਰਮ ਕਰ ਰਹੇ ਹਾਂ। ਇਹ ਮੇਨ ਨਰਵਸ ਸਿਸਟਮ ਹੋ ਗਿਆ। ਉਹਦੇ ਵਿਚਾਲੇ ਆ ਗਈ ਸਾਡੀ ਮੈਮਰੀ, ਕੁਛ ਯਾਦ ਹੁੰਦਾ ਸਾਨੂੰ, ਬੁੱਧੀ, ਵਿਵੇਕ, ਉਹ ਵਿਚਾਲੇ ਆ ਗਿਆ ਕਿ ਸਾਡਾ ਬ੍ਰੇਨ ਉਸ ਜਿਹੜੀ ਇਨਫੋਰਮੇਸ਼ਨ ਜਾਂਦੀ ਹੈ ਉਹਨੂੰ ਐਨਾਲਾਈਜ਼ ਕਰਦਾ, ਫਿਰ ਉਹਦਾ ਰਿਸਪੌਂਸ ਕਰਦਾ। ਇਹ ਹੋ ਗਿਆ ਮੇਨ ਨਰਵਸ ਸਿਸਟਮ। ਲੇਕਿਨ ਉਹਦੀ ਹੈਲਪ ਵਾਸਤੇ ਦੋ ਹੈਲਪਰ ਲਾਏ ਹੋਏ ਉਹਨਾਂ ਨੇ, ਜਿਵੇਂ ਜਿਹੜੀ ਆਪਾਂ ਗੱਲ ਕਰਦੇ ਸੀ ਇਦਾ ਅਤੇ ਪਿੰਗਲਾ। ਸੁਖਮਣਾ ਨਾੜੀ ਜਿਹੜੀ ਮੇਨ ਨਰਵਸ ਸਿਸਟਮ ਦਾ ਰੂਟ ਹੈ, ਹਾਈਵੇ ਹੈ, ਅਤੇ ਉਹਨੂੰ ਹੈਲਪ ਕਰਨ ਲਈ ਦੋ ਨਾਲ ਛੋਟੀਆਂ ਨਾੜਾਂ ਨੇ ਜਿਹਨੂੰ ਸਿੰਪੈਥੈਟਿਕ ਸਿਸਟਮ ਕਹਿੰਦੇ ਆ, ਇੱਕ ਇਦਾ ਅਤੇ ਪਿੰਗਲਾ। ਜਿਹੜੀ ਪੈਰਾਸਿੰਪੈਥੈਟਿਕ ਸਿਸਟਮ ਹੁੰਦੀ ਉਹ ਵੇਗਸ ਨਰਵ ਜਿਹੜੀ ਮੇਨ ਸਾਰੀ ਬਾਡੀ ਨੂੰ ਜਿਹੜੀ ਕੰਟਰੋਲ ਕਰਦੀ ਹੈ, ਉਹ ਵੇਗਸ ਨਰਵ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਉਹ ਪੈਰਾਸਿੰਪੈਥੈਟਿਕ ਸਿਸਟਮ ਹੁੰਦਾ ਜਦੋਂ ਤੁਸੀਂ ਰਿਲੈਕਸਡ ਹੋ, ਆਰਾਮ 'ਚੋਂ, ਕੋਈ ਤੁਹਾਨੂੰ ਐਮਰਜੈਂਸੀ ਨਹੀਂ ਹੈ, ਉਹਦਾ ਸੈੱਟ ਸਿਸਟਮ ਹੁੰਦਾ। ਉਹ 'ਚ ਤੁਹਾਡਾ ਜਿਹੜਾ ਸਾਹ ਪ੍ਰਣਾਲੀ ਹੈ ਉਹ ਵੀ ਉਸ ਪੱਧਰ 'ਤੇ ਸਾਹ ਚੱਲ ਰਿਹਾ ਜਿਸ ਪੱਧਰ 'ਤੇ ਹਮੇਸ਼ਾ ਚੱਲਦਾ ਰਹੇਗਾ। ਉਹ ਜਦ ਤੱਕ ਤੁਸੀਂ ਜਿਉਂਦੇ ਹੋ ਤੁਹਾਨੂੰ ਕੋਈ ਰੈਸਟ ਕਰਨ ਦੀ ਲੋੜ ਨਹੀਂ ਪਏਗੀ, ਤੁਹਾਨੂੰ ਉਹਦੇ 'ਚ ਥਕਾਵਟ ਨਹੀਂ ਹੋਏਗੀ। ਉਹ ਇੱਕ ਸਾਈਕਲ ਬਣਿਆ ਹੋਇਆ ਕਿ ਤੁਸੀਂ 14, 15, 16 ਘੰਟੇ ਲਈ ਕੰਮ ਕਰੋਗੇ, 8 ਘੰਟੇ ਸੋਵੋਗੇ ਤਾਂ ਫਿਰ ਉਹ ਫਰੈਸ਼ ਹੋ ਜਾਏਗਾ, ਫਿਰ ਅਗਲੇ 16 ਘੰਟੇ ਲਈ ਫਿਰ ਉਹ ਤੁਸੀਂ ਕੰਮ ਕਰ ਸਕਦੇ ਹੋ। ਉਸੇ ਰੇਟ 'ਤੇ ਹਾਰਟ ਚੱਲੇਗਾ, ਦਿਲ ਚੱਲੇਗਾ, ਹਾਰਟ ਵੀ ਉਸੇ, ਬਾਕੀ ਬਾਡੀ ਦੇ ਫੰਕਸ਼ਨ ਵੀ ਅਕੋਰਡਿੰਗਲੀ ਚੱਲਣਗੇ। ਵੀ ਵੇਲੇ ਸਿਰ ਭੁੱਖ ਲੱਗੇਗੀ, ਵੇਲੇ ਸਿਰ ਲੈਟਰਿਨ ਆਏਗੀ, ਵੇਲੇ ਸਿਰ ਪਿਸ਼ਾਬ ਆਏਗਾ, ਹਰ ਕੰਮ ਕੁਦਰਤ ਦਾ ਇੱਕ ਸੈੱਟ ਸਿਸਟਮ ਚੱਲ ਰਿਹਾ। ਉਹਨੂੰ ਕੌਣ ਕੰਟਰੋਲ ਕਰ ਰਿਹਾ? ਪੈਰਾਸਿੰਪੈਥੈਟਿਕ ਸਿਸਟਮ। ਇੱਕ ਦੂਜਾ ਸਿਸਟਮ ਹੁੰਦਾ ਕਿ ਤੁਹਾਨੂੰ ਐਮਰਜੈਂਸੀ ਪੈ ਗਈ, ਹੁਣ ਤੁਹਾਡੇ ਮਗਰ ਕੋਈ ਜੰਗਲੀ ਜਾਨਵਰ ਲੱਗ ਗਿਆ, ਤੁਹਾਡੇ ਕਿਸੇ ਨਾਲ ਦੁਸ਼ਮਣੀ ਸੀ, ਤੁਹਾਡੇ 'ਤੇ ਕੋਈ ਹਮਲਾ ਹੋ ਗਿਆ, ਤੁਹਾਨੂੰ ਕਿਸੇ ਬੌਸ ਦਾ ਡਰ ਪੈ ਗਿਆ ਵੀ ਮੈਂ ਤਾਂ ਜੇ ਟਾਈਮ ਸਿਰ ਨਾ ਪਹੁੰਚਿਆ ਤਾਂ ਜਾਂ ਟਾਈਮ ਸਿਰ ਕੰਮ ਨਾ ਕੀਤਾ ਤਾਂ ਮੈਨੂੰ ਉਹ ਝੜਕਾਂ ਪੈਣਗੀਆਂ ਜਾਂ ਮੇਰੀ ਨੌਕਰੀ ਖਤਰੇ 'ਚ ਹੈ। ਤੁਸੀਂ ਫਿਰ ਤੁਹਾਨੂੰ ਡਬਲ ਟ੍ਰਿਪਲ ਸਪੀਡ 'ਤੇ ਕੰਮ ਕਰਨਾ ਚਾਹੁੰਦੇ, ਤੁਸੀਂ ਹੁਣ ਅੰਦਰੋਂ ਤੁਹਾਡੇ ਇਹੋ ਜਿਹੀ ਲੋੜ ਆ ਗਈ ਤੁਹਾਨੂੰ ਕਿ ਤੁਸੀਂ ਆਮ ਨਾਲੋਂ ਦੁੱਗਣੇ ਤਿੱਗਣੇ ਚੌਗਣੇ 10 ਗੁਣਾ ਸਪੀਡ 'ਤੇ ਕੰਮ ਕਰਨ ਦੀ ਲੋੜ ਆ ਗਈ ਤੁਹਾਨੂੰ। ਉਹਦੇ ਵਾਸਤੇ ਬਾਡੀ ਨੇ ਇੱਕ ਸਿਸਟਮ ਬਣਾਇਆ, ਉਹਨੂੰ ਕਹਿੰਦੇ ਸਿੰਪੈਥੈਟਿਕ ਸਿਸਟਮ। ਕਿ ਉਹਦੇ 'ਚ ਫਿਰ ਹਾਰਟ ਰੇਟ ਵੀ ਡਬਲ ਟ੍ਰਿਪਲ ਹੋ ਜਾਏਗਾ, ਥੋੜ੍ਹਾ ਸਾਹ ਦੀ ਪ੍ਰਣਾਲੀ, ਸਾਹ ਵੀ ਤੇਜ਼ ਚੱਲੇਗਾ, ਭੁੱਖ ਮਰ ਜਾਏਗੀ, ਧਿਆ ਮਰ ਜਾਏਗੀ। ਠੀਕ ਹੈ, ਤੁਹਾਡੀ ਕਿਹੜੀ ਚੀਜ਼ ਸਟਰੋਂਗ ਹੋਊਗੀ? ਤੁਹਾਡੇ ਇੱਕ ਤਾਂ ਹਾਰਟ ਨੂੰ ਬਹੁਤ ਜ਼ਿਆਦਾ ਖੂਨ ਜਾਏਗਾ, ਸਾਹ ਪ੍ਰਣਾਲੀ ਨੂੰ ਬਹੁਤ ਖੂਨ ਜਾਏਗਾ, ਪੱਠਿਆਂ ਨੂੰ ਬਹੁਤ ਜਾਏਗਾ ਕਿਉਂਕਿ ਉਹਦੇ 'ਚ ਭੱਜ ਦੌੜ ਕਰਨੀ ਪੈ ਸਕਦੀ ਹੈ। ਸੋ ਜਿਹੜੀ ਐਮਰਜੈਂਸੀ ਸਿਸਟਮ ਹੈ ਉਹਦੇ ਜਿਹੜੇ ਵੀ ਅੰਗ ਚਾਹੀਦੇ ਆ ਉਹਨੂੰ ਖੂਨ ਵੱਧ ਜਾਏਗਾ ਬਾਡੀ, ਉਹ 'ਤੇ ਬਾਕੀ ਸਭ ਭੁੱਲ ਜਾਏਗੀ ਬਾਡੀ। ਤੁਹਾਡੀ ਨੀਂਦ ਦਾ ਟਾਈਮ ਹੈ, ਨੀਂਦ ਗਈ। ਜੇ ਸੁਸੂ ਪੋਟੀ ਦਾ ਟਾਈਮ ਹੈ, ਸੁਸੂ ਪੋਟੀ ਖਤਮ। ਭੁੱਖ ਦਾ ਟਾਈਮ ਹੈ, ਭੁੱਖ ਖਤਮ, ਪਿਆਸ ਖਤਮ, ਸਭ ਕੁਝ ਖਤਮ। ਤਾਂ ਬਾਡੀ ਦੇ ਅੰਦਰ ਇਹੋ ਜਿਹਾ ਮੈਕਨੀਜ਼ਮ ਹੈ, ਬੜਾ ਕਮਾਲ ਦਾ ਮੈਕਨੀਜ਼ਮ ਹੈ ਉਹ ਕਿ ਤੁਹਾਨੂੰ ਬਹੁਤ ਐਕਸਟ੍ਰੀਮ ਭੁੱਖ ਲੱਗੀ ਹੈ, ਤੁਸੀਂ ਐਮਰਜੈਂਸੀ ਪੈ ਗਈ, ਤੁਹਾਡੀ ਇੱਕਦਮ ਭੁੱਖ ਮਰ ਜਾਏਗੀ। ਆਪਾਂ ਨਹੀਂ ਕਹਿੰਦੇ ਮੇਰੀ ਤਾਂ ਭੁੱਖ ਮਰ ਗਈ ਯਾਰ, ਹੁਣ ਤੁਸੀਂ ਉਹ ਗੱਲ ਸੁਣ ਲੈਂਦੇ ਇਹੋ ਜਿਹੀ ਜਿਹੜੀ ਕਿ ਤੁਹਾਨੂੰ ਡਿਸਟਰਬ ਕਰਦੀ ਹੈ, ਤੁਸੀਂ ਕਹਿੰਦੇ ਮੈਨੂੰ ਤਾਂ ਭੁੱਖ ਮਰ ਗਈ, ਮੈਂ ਨਹੀਂ ਖਾਣੀ ਰੋਟੀ। ਜੋ ਇੱਕ ਕੁਦਰਤ ਦਾ ਕਮਾਲ ਦਾ ਉਹ ਹੈ ਦੋਹਰਾ ਸਿਸਟਮ। ਰਿਲੈਕਸ ਕਰਨ ਵਾਲਾ ਸਿਸਟਮ ਅਲੱਗ ਹੈ, ਜਦੋਂ ਤੁਹਾਨੂੰ ਕੋਈ ਐਮਰਜੈਂਸੀ ਨਹੀਂ ਹੈ ਤਾਂ ਤੁਹਾਨੂੰ ਰਿਲੈਕਸ ਕਰਦੀ ਬਾਡੀ, ਲੇਕਿਨ ਜਦੋਂ ਤੁਹਾਨੂੰ ਕੋਈ ਐਮਰਜੈਂਸੀ ਹੈ ਤਾਂ ਬਾਡੀ ਸਟਿਮੂਲੇਟ ਕਰਦੀ ਹੈ। ਹੁਣ ਇੱਥੇ ਗੜਬੜ ਕੀ ਹੋਈ? ਜਿੱਥੇ ਲੋੜ ਜਿਹੜੀ ਗੱਲ ਆਪਾਂ ਪਹਿਲਾਂ ਕਰ ਰਹੇ ਸੀ, ਜਿਹੜੀ ਗੱਲ ਹੁਣ ਕਰ ਰਹੇ ਹਾਂ, ਇਹਨੂੰ ਥੋੜ੍ਹਾ ਕਨੈਕਟ ਕਰਨ ਦੀ ਵੀ ਲੋੜ ਹੈ। ਗੜਬੜ ਕੀ ਹੋਈ ਕਿ ਪੁਰਾਣੇ ਜ਼ਮਾਨੇ 'ਚ ਜਾਨਵਰਾਂ 'ਚ ਵੀ ਸਿਸਟਮ ਹੈਗਾ। ਇਹ ਜਾਨਵਰ ਵੀ ਜਿਹੜੇ ਬਹੁਤ ਤੇਜ਼ ਭੱਜਦੇ, ਜਦੋਂ ਮਤਲਬ ਸ਼ੇਰ ਕਿਤੇ ਹਿਰਨ ਦੇ ਮਗਰ ਲੱਗਿਆ ਹੁੰਦਾ, ਹਿਰਨ ਕਦੀ ਨਾਰਮਲ ਸਪੀਡ 'ਚ ਇੱਦਾਂ ਨਹੀਂ ਭੱਜਦਾ ਜਿੰਨਾ ਦੀ ਸਪੀਡ 'ਚ ਉਦੋਂ ਭੱਜਦਾ ਜਦੋਂ ਸ਼ੇਰ ਮਗਰ ਭੱਜਦਾ। ਤੁਸੀਂ ਉੱਦਾਂ ਹਿਰਨਾਂ ਨੂੰ ਦੇਖੋਗੇ ਤਾਂ ਉਹ ਨਾਰਮਲ ਜੇ ਸਪੀਡ ਤੁਰਨਗੇ, ਥੋੜ੍ਹਾ ਬਹੁਤਾ ਭੱਜਣਗੇ ਇੱਧਰ ਉੱਧਰ, ਲੇਕਿਨ ਜਿਸ ਸਪੀਡ 'ਚ ਹਿਰਨ ਉਦੋਂ ਭੱਜਦਾ ਜਦੋਂ ਸ਼ੇਰ ਉਹਦੇ ਮਗਰ ਲੱਗਿਆ, ਉਸ ਸਪੀਡ 'ਚ ਨਹੀਂ ਉਹ ਕਦੇ ਵੀ ਭੱਜਦਾ। ਜਾਨਵਰਾਂ 'ਚ ਵੀ ਹੈਗਾ। ਕਿਸੇ ਜਾਨਵਰ ਨੂੰ ਲੁਕਣ ਦੀ ਕੁਦਰਤ ਨੇ ਦਿੱਤੀ ਵੀ ਉਹ ਜਾ ਕੇ ਲੁਕ ਜਾਂਦਾ, ਕਿਸੇ ਜਾਨਵਰ ਨੂੰ ਭੱਜਣ ਦੀ ਦਿੱਤੀ ਉਹ ਭੱਜ ਜਾਂਦਾ, ਕਿਸੇ ਜਾਨਵਰ ਨੂੰ ਉੜਨ ਦੀ ਸ਼ਕਤੀ ਦਿੱਤੀ ਉੜ ਜਾਂਦਾ,
ਕਿਸੇ ਜਾਨਵਰ ਨੂੰ ਜ਼ਹਿਰ ਦੇ ਦਿੱਤਾ, ਉਹਨੂੰ ਡਰਾਉਂਦਾ, ਉਹ ਜ਼ਹਿਰ ਦੇ ਕੇ ਮਾਰ ਲੈਂਦਾ। ਤਾਂ ਅਲੱਗ-ਅਲੱਗ ਜਾਨਵਰਾਂ ਨੂੰ ਅਲੱਗ-ਅਲੱਗ ਗੁਣ ਦਿੱਤੇ ਹੋਏ ਆ ਜਦੋਂ ਉਹਦੇ ਉੱਤੇ ਹਮਲਾ ਹੁੰਦਾ, ਤਾਂ ਕਿ ਉਹ ਉਹਨੂੰ ਬਚਾ ਕਰ ਸਕਣ ਆਪਣਾ। ਇੱਦਾਂ ਮਨੁੱਖ ਦੇ ਅੰਦਰ ਵੀ ਆ ਕਿ ਮਨੁੱਖ ਦੇ ਅੰਦਰ ਜਿਹੜਾ ਤੁਹਾਡਾ ਐਮਰਜੈਂਸੀ ਵਾਲਾ ਸਿਸਟਮ ਹੈ, ਜਿਹਨੂੰ ਕਹਿੰਦੇ ਫਾਈਟ ਐਂਡ ਫਲਾਈਟ, ਫਾਈਟ ਔਰ ਫਲਾਈਟ ਜਾਂ ਫਾਈਟ ਐਂਡ ਫਲਾਈਟ, ਯਾਨੀ ਕਿ ਲੜੋ ਜਾਂ ਭੱਜੋ, ਦੋ ਹੀ ਕੰਮ ਹੁੰਦੇ ਨਾ। ਜਦੋਂ ਬੰਦੇ ਦੇ ਉੱਪਰ ਕੋਈ ਆ ਜੇ ਮੁਸੀਬਤ, ਤਾਂ ਜਾਂ ਤਾਂ ਬੰਦਾ ਲੜੇਗਾ, ਉਹਦੇ ਲਈ ਵੀ ਸੇਮ ਤਾਕਤ ਚਾਹੀਦੀ ਹੈ, ਜਾਂ ਦੌੜ ਜਾਏਗਾ, ਉਹਦੇ ਲਈ ਵੀ ਸੇਮ ਤਾਕਤ ਚਾਹੀਦੀ ਹੈ। ਮੈਕੈਨਿਜ਼ਮ ਉਹੀ ਹੈ। ਸੋ ਫਾਈਟ ਐਂਡ ਫਲਾਈਟ ਜਿਹੜੀ ਹੁੰਦੀ ਹੈ, ਇਹ ਪਹਿਲੇ ਪੁਰਾਣੇ ਜ਼ਮਾਨੇ 'ਚ ਜਿਹੜੀ ਸੀਗੀ, ਉਹ ਬੜੀ ਸਮਾਜ ਬੜਾ ਸਟੇਬਲ ਸੀਗਾ ਅਤੇ ਉਹ ਬੜੇ ਵੈਲ ਸੈੱਟ ਸੀਗੀ। ਵੀ ਤੁਸੀਂ ਸਵੇਰੇ ਉੱਠੇ, ਆਪਣੇ ਬਲਦ ਖੋਲ੍ਹੇ, ਚਲੇ ਗਏ ਖੇਤਾਂ 'ਚ ਕੰਮ ਕੀਤਾ, ਫਿਰ ਉੱਥੇ ਕੰਮ ਕੀਤਾ, ਫਿਰ ਹੱਥਾਂ ਨੂੰ ਮੁੜਿਆ, ਆ ਕੇ ਨਹਾਏ ਧੋਏ, ਰਿਲੈਕਸ ਕੀਤਾ, ਰੋਟੀ ਖਾਈ, ਸੋ ਗਏ। ਅੱਜ ਕੀ ਹੋ ਗਿਆ ਅੱਜ ਦੇ ਮਨੁੱਖ 'ਚੋਂ? ਅੱਜ ਦੇ ਮਨੁੱਖ ਦੇ ਵਿੱਚ ਬੜਾ ਅਜੀਬ ਦਾ ਕਿਸਮ, ਇਹਦਾ ਤਾਂ ਕੋਈ ਹਿਸਾਬ ਦਾ ਵੀ ਹੈ ਨਹੀਂ ਗਾ। ਨਾ ਕੋਈ ਕੰਮ ਦਾ ਟਾਈਮ ਹੈ, ਨਾ ਕੋਈ ਖਾਣ ਦਾ ਟਾਈਮ ਹੈ, ਨਾ ਪੀਣ ਦਾ ਟਾਈਮ ਹੈ, ਨਾ ਸੌਣ ਦਾ ਟਾਈਮ ਹੈ, ਕੁਛ ਵੀ ਨਹੀਂ ਹੈ। ਅਤੇ ਇਹਨਾਂ ਨੂੰ ਕੀ ਹੁੰਦਾ ਕਿ ਜਿਹੜਾ ਉਹ ਰਿਲੈਕਸੇਸ਼ਨ ਦਾ ਟਾਈਮ ਸੀ, ਜਿਹਦੇ 'ਚ ਸਾਰਾ ਕੁਛ ਦੁਬਾਰਾ, ਕਿਉਂਕਿ ਜਦੋਂ ਵੀ ਤੁਸੀਂ ਫਾਈਟ ਐਂਡ ਫਲਾਈਟ ਮੋਡ 'ਚ ਜਾਓਗੇ ਤਾਂ ਤੁਹਾਡੇ ਅੰਦਰ ਜਿਹੜੇ ਗੁੱਡ ਕੈਮੀਕਲਸ ਨੇ ਉਹ ਐਗਜ਼ੌਸਟ ਹੋ ਜਾਣਗੇ, ਜਿਹੜੇ ਤੁਹਾਨੂੰ ਚਾਹੀਦੇ ਸੀ ਕੰਮ ਕਰਨ ਲਈ, ਅਤੇ ਬੈਡ ਇਕੱਠੇ ਹੋ ਜਾਣਗੇ, ਕਿਉਂਕਿ ਉਹਨਾਂ ਨੇ ਗੁੱਡ ਨੇ ਕੰਮ ਕੀਤਾ, ਉਹਦਾ ਕਚਰਾ ਇਕੱਠਾ ਹੋ ਗਿਆ। ਸੋ ਦੋਨੋਂ ਕੰਮ ਹੋਣਗੇ। ਆਪਾਂ ਸਵੇਰੇ ਫਰੈਸ਼ ਕਿਉਂ ਹੁੰਦੇ ਹਾਂ ਅਤੇ ਸ਼ਾਮ ਨੂੰ ਕਿਉਂ ਥੱਕ ਜਾਂਦੇ ਹਾਂ? ਕਦੇ ਸੋਚਿਆ ਆਪਾਂ? ਉਹ ਸਾਰਾ ਨਰਵਸ ਸਿਸਟਮ ਦਾ ਖੇਲ ਹੈ ਕਿ ਨਰਵਸ ਸਿਸਟਮ ਦੇ ਜਿਹੜੇ ਨਿਊਰੋ ਟਰਾਂਸਮਿਟਰਸ ਨੇ, ਰਾਤ ਨੂੰ ਜਦੋਂ ਅਸੀਂ ਸੋ ਜਾਂਦੇ ਹਾਂ ਤਾਂ ਉਹ ਨਿਊਰੋ ਟਰਾਂਸਮਿਟਰ ਦਾ ਇੱਕ ਲੈਵਲ ਬਣ ਜਾਂਦਾ ਸਾਡੇ ਅੰਦਰ, ਕਿ ਇਹ ਨਿਊਰੋ ਟਰਾਂਸਮਿਟਰ ਦਾ ਬਲ ਜਿਨ੍ਹਾਂ ਨੇ ਨਰਵਸ ਸਿਸਟਮ ਨੂੰ ਚਲਾਉਣਾ, ਉਹਦਾ ਲੈਵਲ ਬਣ ਗਿਆ, ਉਹ ਸਾਨੂੰ ਅਗਲੇ ਫਿਰ ਕੁਛ ਘੰਟਿਆਂ ਲਈ ਕੰਢੇ 'ਤੇ ਰੱਖਦਾ। ਜਦੋਂ ਅਸੀਂ ਕੰਮ ਕਰਦੇ ਹਾਂ, ਜੇ ਉਹ ਸਾਨੂੰ ਕੰਮ ਫਾਈਟ ਐਂਡ ਫਲਾਈਟ ਕਰਨਾ ਪੈ ਗਿਆ ਤਾਂ ਉਹ ਤਾਂ ਘੰਟੇ 'ਚ ਹੀ ਸਾਰੇ ਐਗਜ਼ੌਸਟ ਹੋ ਜਾਣਗੇ। ਉਸ ਤੋਂ ਬਾਅਦ ਤੁਹਾਨੂੰ ਆਰਾਮ ਕਰਨਾ ਪਏਗਾ। ਜੇ ਤੁਸੀਂ ਨਾਰਮਲੀ ਵੀ ਚੱਲ ਰਹੇ ਹੋ ਤਾਂ ਵੀ ਤੁਹਾਨੂੰ ਰਾਤ ਨੂੰ ਪ੍ਰੋਪਰਲੀ ਆਰਾਮ ਕਰਨਾ ਚਾਹੀਦਾ, ਤਾਂ ਹੀ ਉਹ ਦੁਬਾਰਾ ਬਣਨਗੇ। ਹੁਣ ਅੱਜ ਅਸੀਂ ਆਪਣੇ ਆਲੇ ਦੁਆਲੇ ਇੱਕ ਐਸਾ ਜੁਗਾੜ ਖੜਾ ਕਰ ਲਿਆ, ਇੱਕ ਤਾਂ ਖੜਾ ਕਰਤਾ ਲਾਈਫ ਨੇ, ਵੀ ਤੁਸੀਂ ਮਾਰਾਮਾਰੀ ਹੈ ਲਾਈਫ 'ਚ ਬਹੁਤ ਜ਼ਿਆਦਾ। ਉਹ ਮਾਰਾਮਾਰੀ ਦਾ ਅਸਰ ਤੁਹਾਡੇ ਇੱਥੇ ਬਹੁਤ ਜ਼ਿਆਦਾ ਹੁੰਦਾ, ਤੁਸੀਂ ਸੋ ਜਾਂਦੇ ਹੋ ਤਾਂ ਵੀ ਤੁਹਾਡੇ 'ਤੇ ਰਹਿੰਦਾ ਉਹ। ਇੱਕ ਅਸੀਂ ਸ਼ੌਕੀਆ ਪਾਲ ਰਿਹਾ ਵੀ ਜੀ ਸੁੱਤੇ ਦੇਖਣ ਲੱਗਿਆ ਵੀ ਜੇ ਟੀ ਵੀ ਦੇਖੀ ਜਾਂਦੇ ਉਹ 'ਚ ਜੋ ਸੁਆਹ ਖੇ ਕਚਰਾ ਦੇਖੀ ਜਾਂਦੇ ਆ, ਉਹ ਸਾਰਾ ਉਹ ਲੈ ਕੇ ਸੌਂਦੇ ਆ, ਉਹ ਨੀਂਦ ਨਹੀਂ ਆਉਂਦੀ। ਬਹੁਤ ਲੋਕਾਂ ਦੀ ਵੀ ਸਾਨੂੰ ਨੀਂਦ ਨਹੀਂ ਆਉਂਦੀ। ਨੀਂਦ ਸੁਆਹ ਆਏਗੀ ਜੇ ਤੁਸੀਂ 10 ਵਜੇ ਤੱਕ ਟੀ ਵੀ ਦੇਖੀ ਜਾ ਰਹੇ ਹੋ, ਤਾਂ ਟੀ ਵੀ ਦੇ ਵਿੱਚ ਜੋ ਤੁਸੀਂ ਕਿਰਦਾਰ ਦੇਖੇ, ਵਰਦ ਪਾਗਲ ਕਿਸਮ ਦੇ, ਵਾਇਲੈਂਸ, ਬੰਦੂਕਾਂ, ਸੈਕਸ, ਬਾਰੂ, ਪਤਾ ਨਹੀਂ ਕਿਆ ਉਹ ਕਿਵੇਂ ਸੋ ਜਾਓਗੇ ਤੁਸੀਂ? ਉਸ ਦੀ ਨਹੀਂ ਸੌਂਗੇ ਤਾਂ ਫਿਰ ਉਹ ਸਾਰੇ ਨਿਊਰੋ ਟਰਾਂਸਮਿਟਰ ਨਹੀਂ ਬਣਨਗੇ। ਦੂਜਾ ਕਚਰਾ ਵੀ ਸਾਫ਼ ਹੋਣਾ। ਦੋਨੋਂ ਕੰਮ ਕਰਨੇ ਕੁਦਰਤ ਨੇ। ਕਦੋਂ ਕਰਨੇ ਉਹਨੇ? ਜਦੋਂ ਤੁਸੀਂ ਸੋ ਗਏ। ਉਹ ਜਿਹੜਾ ਸਲੀਪਿੰਗ ਟਾਈਮ ਹੈ, ਪੁਰਾਣੇ ਬਜ਼ਾਨੇ ਬਜ਼ੁਰਗ ਜਿਹੜੇ ਸੀਗੇ ਉਹ ਕਹਿੰਦੇ ਸੀ ਸੂਰਜ ਡੁੱਬਣ ਤੋਂ ਪਹਿਲਾਂ ਖਾ ਲਓ। ਸੂਰਜ ਡੁੱਬਣ ਤੋਂ ਪਹਿਲਾਂ ਖਾ ਲੈਂਦੇ ਹੁੰਦੇ ਸੀਗੇ, ਫਿਰ ਉਹ ਫੌਰੀ ਨਹੀਂ ਸੀ ਸੌਂਦੇ ਹੁੰਦੇ। ਫਿਰ ਘੰਟਾ ਡੇਢ ਘੰਟਾ ਟੱਬਰ ਬਹਿ ਜਾਂਦਾ ਸੀ ਖਾਣਾ ਖਾ ਕੇ, ਫਿਰ ਹਾ ਹੀ ਹੂ ਉਹ ਕਹਾਣੀਆਂ ਸੁਣਾਉਂਦਾ, ਦਾਦੀ ਸਲੀਪ ਸਟੋਰੀ ਸੁਣਾਉਂਦੇ ਸੀ। ਆਪਾਂ ਬਣੀ ਨਹੀਂ ਹੋਈ ਵੀ ਮਾਂ ਨੂੰ ਕਹਿੰਦੇ ਸੀ ਜਾਂ ਦਾਦੀ ਨੂੰ ਕਹਿੰਦੇ ਸੀ ਕਹਾਣੀ ਸੁਣਾਓ ਸੌਣ ਤੋਂ ਪਹਿਲਾਂ, ਕਹਾਣੀ ਸੁਣਾਓ। ਇਹ ਬੜਾ ਸਾਡਾ ਪੁਰਾਣਾ ਟਰਡੀਸ਼ਨ ਹੈ ਓਲਡਸ। ਇਸ ਕਹਾਣੀ ਸੁਣਦੇ ਸੋ ਜਾਂਦੇ ਸੀ। ਕਹਾਣੀ ਕੁੜੀ ਨਹੀਂ ਸੀ, ਪੂਰੀ ਨਹੀਂ ਸੀ ਹੁੰਦੀ ਕਦੇ ਵੀ ਕਹਾਣੀ। ਉਹ ਤਾਂ ਬੱਚੇ ਕੀ ਹੁੰਦੇ ਸੀ ਜਿਹੜੇ ਕਹਾਣੀ ਸੁਣਦੇ ਸੋ ਜਾਂਦੇ ਸੀਗੇ। ਸਵੇਰੇ ਉਹ ਕੂਕ ਸੌਂਦੇ ਸੀ 7-8 ਘੰਟੇ, ਫਿਰ ਸਵੇਰੇ ਉੱਠਦੇ ਸੀਗੇ ਅਤੇ ਫਿਰ ਫਰੈਸ਼ ਦੇ ਫਰੈਸ਼। ਉਹ ਕੀ ਹੁੰਦਾ ਕਿ ਜਦੋਂ ਤੁਸੀਂ ਸਵੇਰੇ, ਤਾਂ ਉਹ ਤੁਹਾਡੇ ਅੰਦਰ ਜਿਹੜੇ ਨਿਊਰੋ ਟਰਾਂਸਮਿਟਰਸ ਨੇ ਉਹ ਵਧੀਆ ਲੈਵਲ 'ਤੇ, ਅਤੇ ਜਿਹੜੇ ਮਾੜੇ ਕੈਮੀਕਲਸ ਨੇ ਜਿਹੜੇ ਇਕੱਠੇ ਹੋਏ ਸੀ ਦਿਨ 'ਚ ਕੰਮ ਕਰਦੇ ਆ, ਉਹ ਖਤਮ ਹੋ ਗਏ। ਦੋ ਕੰਮ ਹੋਏ, ਡੀਟੌਕਸੀਫਿਕੇਸ਼ਨ ਹੋ ਗਈ ਅਤੇ ਤੁਹਾਡੇ ਰਿਜੂਵੀਨੇਸ਼ਨ ਹੋ ਗਈ। ਉਹਨਾਂ ਜਿਹੜੇ ਗੁੱਡ ਕੈਮੀਕਲ ਦੁਬਾਰਾ ਬਣ ਗਏ, ਬੈਡ ਕੈਮੀਕਲਸ ਬਾਹਰ ਨਿਕਲ ਗਏ, ਤਾਂ ਤੁਸੀਂ ਫਰੈਸ਼ ਉੱਠੇ। ਫਿਰ ਜਿਵੇਂ ਤੁਸੀਂ ਕੰਮ ਕਰਦੇ ਹੋ ਤਿਵੇਂ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ। ਹੁਣ ਅੱਜ ਦਾ ਕੀ, ਜਦੋਂ ਮਾਰਾਮਾਰੀ ਹੋ ਗਈ, ਜੇ ਤਾਂ ਤੁਹਾਡੀ ਲਾਈਫ ਸੈੱਟ ਹੋਵੇ। ਹੁਣ ਪੁਰਾਣੀ ਲਾਈਫ ਕੀ ਸੀਗੀ? ਲੁਹਾਰ ਦਾ ਮੁੰਡਾ ਲੁਹਾਰ ਬਣ ਗਿਆ, ਤਖਾਣ ਦਾ ਤਖਾਣ ਬਣ ਗਿਆ, ਜੱਟ ਦਾ ਜੱਟ ਬਣ ਗਿਆ, ਬਾਣੀਆ ਦਾ ਬਾਣੀਆ ਬਣ ਗਿਆ। ਕੋਈ ਤਾਂ ਤਣਾਅ ਨਹੀਂ ਸੀਗਾ, ਰੂਟੀਨ 'ਚ ਕੰਮ ਚੱਲ ਰਿਹਾ, ਰਿਲੈਕਸ ਆ। ਉਹ ਕੰਮ ਕਰਦੇ ਹੋਏ ਵੀ ਕੋਈ ਟੈਨਸ਼ਨ ਕੋਈ ਨਹੀਂ ਹੈ। ਅੱਜ ਕੀ ਹਾਲਤ ਹੈ?
ਅੱਜ ਹਾਲਤ ਇਹ ਹੈ ਵੀ ਪਹਿਲੀ ਗੱਲ ਤਾਂ ਕੰਮ ਨਵਾਂ ਹੈ, ਫਿਰ ਉਹਨੂੰ ਸਿੱਖੋ, ਫਿਰ ਬੌਸ ਉੱਪਰ ਆ, ਹੋਰ ਟੈਨਸ਼ਨ ਤੇ ਟੈਨਸ਼ਨ, ਟੈਨਸ਼ਨ ਤੇ ਟੈਨਸ਼ਨ, ਟੈਨਸ਼ਨ ਤੇ ਟੈਨਸ਼ਨ ਹੈ। ਪਹਿਲੇ ਜਿਹੜੇ ਗੁਰੂ ਹੁੰਦੇ ਸੀ ਉਹ ਮਾਪੇ ਹੁੰਦੇ ਸੀ, ਹੁਣ ਜਿਹੜੇ ਗੁਰੂ ਉਹ ਹੋਰ ਹੁੰਦੇ ਨੇ। ਹਾਂ, ਸੋ ਉਹ ਜਿਹੜਾ ਸੀਗਾ ਸਾਰਾ ਦਾ ਸਾਰਾ ਵਰਤਾਰਾ ਜਿਹੜਾ ਬਦਲ ਗਿਆ। ਉਦੋਂ ਉਹ ਟੋਟਲੀ ਜਿਹੜੇ ਗੁੱਡ ਕੈਮੀਕਲ ਸੀਗੇ ਉਹ ਐਗਜ਼ੌਸਟ ਨਹੀਂ ਸੀ ਹੁੰਦੇ, ਸਾਰਾ ਦਿਨ ਕੱਟ ਜਾਂਦੇ ਸੀਗੇ। ਅੱਜ ਕੀ ਹੁੰਦਾ, ਜਦੋਂ ਤੁਸੀਂ ਮਾਰਾਮਾਰੀ ਹੋ ਰਹੀ ਹੈ, ਤੁਹਾਨੂੰ ਹਰ ਵੇਲੇ ਕੋਈ ਥ੍ਰੈਟ, ਤੁਹਾਡੇ ਬੌਸ ਦਾ ਡਰ ਹੈ, ਤੁਹਾਡੇ ਕਿਤੇ ਹੋਰ ਜਿਹੜੀ ਨੈਗੇਟਿਵਿਟੀ ਹੈ ਤੁਹਾਡੇ ਆਲੇ ਦੁਆਲੇ, 50 ਕਿਸਮ ਦੀ ਬੈਡ ਇਨਫੋਰਮੇਸ਼ਨ ਹੈ, 50 ਕਿਸਮ ਦਾ ਝੂਠ ਸੱਚ ਹੈ, ਤਾਂ ਉਹ ਤੁਸੀਂ 2-3 ਘੰਟਿਆਂ 'ਚ ਤੁਹਾਡੇ 4 ਘੰਟਿਆਂ 'ਚ ਉਹ ਗੁੱਡ ਕੈਮੀਕਲਸ ਖਤਮ, ਬੈਡ ਕੈਮੀਕਲ ਇਕੱਠੇ ਹੋ ਗਏ। ਹੁਣ ਤੁਸੀਂ ਕੀ ਕਰੋਗੇ, ਬਾਰ-ਬਾਰ ਚਾਹ ਪੀਓਗੇ ਉਹ ਮਾੜੀ, ਕੋਈ ਬੀੜੀ ਪੀਣ ਵਾਲਾ ਬੀੜੀ ਪੀਏਗਾ, ਕੋਈ ਤੰਬਾਕੂ ਲਾਉਣ ਵਾਲਾ ਉਹ ਤੰਬਾਕੂ ਲਾਏਗਾ, ਕੁਛ ਨਾ ਕੁਛ ਲਾਓਗੇ। ਕਿਉਂ ਲੈਣਾ ਪੈ ਰਿਹਾ ਉਹਨੂੰ? ਜੇ ਅਸੀਂ ਜਿਹੜੇ ਕਹਿੰਦੇ ਇਹ ਵੀ ਨਰਵਸ ਸਿਸਟਮ ਦੀਆਂ 2 ਡਿਸਆਰਡਰ ਨੇ, ਜਿਹਨੂੰ ਅਸੀਂ ਕਹਿੰਦੇ ਫਾਈਬਰੋਮਾਲਜੀਆ ਅਤੇ ਕਰੋਨਿਕ ਫਟੀਗ ਸਿੰਡਰੋਮ, ਜਿਨ੍ਹਾਂ ਦੀ ਅਕਸਰ ਗੱਲ ਨਹੀਂ ਹੁੰਦੀ। ਕਰੋਨਿਕ ਫਟੀਗ ਸਿੰਡਰੋਮ ਅਤੇ ਫਾਈਬਰੋਮਾਲਜੀਆ ਦਾ ਮਤਲਬ ਹੈ ਇੱਥੋਂ ਵੀ ਇੱਧਰੋਂ ਵੀ ਦੁਖ ਰਿਹਾ, ਆ ਵੀ ਦੁਖ ਰਹੀ ਹੈ, ਪਿੱਠ ਵੀ ਦੁਖ ਰਹੀ ਹੈ, ਗਰਦਨ ਵੀ ਦੁਖ ਰਹੀ ਹੈ, ਸਿਰ ਵੀ ਦੁਖ ਰਿਹਾ ਹੈ, ਫਾਈਬਰੋਮਾਲਜੀਆ। ਕਰੋਨਿਕ ਫਟੀਗ ਸਿੰਡਰੋਮ ਥੱਕੇ ਢਿੱਲੜ ਜੇ, ਕੋਈ ਚੁਸਤੀ ਨਹੀਂ ਹੈ, ਥੱਕੇ 2 ਘੰਟੇ ਬਾਅਦ ਹੀ ਅਸੀਂ ਥੱਕ ਜਾਂਦੇ ਹਾਂ। ਕਿੱਥੇ ਕੁਦਰਤ ਨੇ ਸਾਨੂੰ ਤਿਆਰ ਕਰਨੇ ਕਿੰਨੇ ਘੰਟੇ ਲਈ ਕੀਤਾ ਸੀਗਾ? 8 ਘੰਟੇ ਸੋ ਗਏ 16 ਘੰਟੇ ਵਾਸਤੇ। 2-3-4 ਘੰਟੇ ਬਾਅਦ ਸਾਡੀ ਫੂਕ ਨਿਕਲ ਜਾਂਦੀ ਹੈ। ਨੌਜਵਾਨ ਦਾ 4 ਘੰਟੇ 3 ਘੰਟੇ ਦਾ ਕੱਟ ਲੂਗਾ, ਮੇਰੇ ਵਰਗਾ ਤਾਂ 2 ਘੰਟੇ ਬਾਅਦ ਫੂਕ ਨਿਕਲ ਜਾਂਦੀ ਹੈ। ਉਹ ਕੀ ਕਰੂਗਾ ਫਿਰ? ਚਾਹ ਪੀਊਗਾ ਬਾਰ-ਬਾਰ, ਕੋਈ ਬੀੜੀ ਪੀਊਗਾ, ਕੁਛ ਨਾ ਕੁਛ ਕਰਕੇ ਫਿਰ, ਕਿਉਂਕਿ ਲੋੜ ਤਾਂ ਹੁਣ ਤੁਹਾਡੀ ਜ਼ਿੰਦਗੀ ਜਿਹੜੀ ਇੰਨੀ ਮਾਰਾਮਾਰੀ ਵਾਲੀ ਹੋ ਗਈ ਹੈ, ਤੁਹਾਡੀ ਲੋੜ ਹੈ ਵੀ ਸ਼ਾਮ ਤੱਕ ਭਾਈ ਸਾਹਿਬ ਕੁਛ ਨਾ ਕੁਛ ਕਰੋ, ਤਾਂ ਜੀਵਨ ਚੱਲੇਗਾ, ਤਾਂ ਕਬੀਲਦਾਰੀ ਚੱਲੇਗੀ। ਉਹ ਚਲਾਉਣਾ ਸ਼ਾਮ ਤੱਕ ਸਰੀਰ ਨੂੰ, ਕਿਵੇਂ ਚਲਾਓਗੇ? ਕੋਈ ਪੇਨ ਕਿਲਰ ਖਾਏਗਾ, ਗੋਲੀਆਂ ਖਾਂਦੇ ਲੋਕ, ਬਹੁਤ ਲੋਕ ਪੇਨ ਕਿਲਰ ਖਾਈ ਜਾਂਦੇ, ਸਿਰ ਦੁਖਦਾ, ਦੇ ਪੈਰਾਸਟਾਮੋਲ, ਦੇ ਡਿਕਲੋਫੈਨਿਕ। ਸੋ ਕਿੱਥੋਂ ਆ ਰਿਹਾ? ਉੱਥੋਂ ਰਿਹਾ ਜਿੱਥੇ ਅਸੀਂ ਗਲਤੀ ਕਰ ਰਹੇ ਹਾਂ, ਕਿ ਆਪਣੇ ਨਰਵਸ ਸਿਸਟਮ ਨੂੰ ਸਮਝਿਆ ਹੀ ਨਹੀਂ ਅਸੀਂ ਕਿ ਨਰਵਸ ਸਿਸਟਮ ਦੇ ਅੰਦਰ ਮੈਕੈਨਿਜ਼ਮ ਹੈ ਜਿਹੜਾ ਦਿਵਸ ਰਾਤ ਦੋਏ ਦਾਈ ਦਾਇਆ ਜਿਹੜੇ ਨੇ, ਦਿਨ ਅਤੇ ਰਾਤ ਜਿਹੜੇ ਨੇ ਸਾਡੇ ਦਾਈ ਦਾਇਆ ਨੇ, ਅਸੀਂ ਉਹਦੀ ਕਦਰ ਹੀ ਨਹੀਂ ਕੀਤੀ ਵੀ ਦਿਨ ਵੇਲੇ ਕਰਨ ਵਾਲੇ ਕੰਮ ਦਿਨ 'ਚ ਕਰਨੇ ਆ, ਰਾਤ ਨੂੰ ਕਰਨ ਵਾਲੇ ਕੰਮ ਰਾਤ ਨੂੰ ਹੋਣ ਦੇਣੇ ਆ, ਉਹ 'ਚ ਕੋਈ ਇੰਟਰਫੀਰੈਂਸ ਨਹੀਂ ਕਰਨੀ, ਦਖਲਅੰਦਾਜ਼ੀ ਨਹੀਂ ਕਰਨੀ। ਅੱਜ ਅਸੀਂ ਕੀ ਆ, ਕਿੰਨੇ ਵਜੇ ਸੋ ਰਹੇ ਜੀ? 2 ਵਜੇ ਸੋ ਰਹੇ ਹਾਂ ਜੀ। ਉੱਠ ਕਿੰਨੇ ਵਜੇ ਜੀ? ਪਤਾ ਨਹੀਂ, 9 ਵਜੇ 10 ਵਜੇ ਉੱਠ ਰਹੇ ਹਾਂ ਜੀ। ਕੋਈ ਨਾ ਸੌਣ ਦਾ ਟਾਈਮ, ਨਾ ਜਾਗਣ ਦਾ ਟਾਈਮ, ਨਾ ਕੋਈ ਇਹ ਹਿਸਾਬ ਕਿਤਾਬ ਵੀ ਕੋਈ ਉੱਠ ਕੇ ਆਪਣਾ ਕੋਈ ਪੂਜਾ ਪਾਠ ਕਰਨਾ ਹੈ, ਕੋਈ ਉਹਨੂੰ ਉਹ ਪੁਰਾਣੇ ਰਿਸ਼ੀਆਂ ਮੁਨੀਆਂ ਨੂੰ, ਗੁਰੂਆਂ ਨੂੰ, ਗੁਰਬਾਣੀ ਨੂੰ, ਗੁਰਦੁਆਰੇ। ਜੇ ਅਸੀਂ ਸੁਣਾਂਗੇ ਤਾਂ ਹੀ ਸਾਨੂੰ ਯਾਦ ਰਹੂਗਾ ਨਾ ਕਿ ਅਸੀਂ ਇੱਕ ਬੱਝੇ ਹੋਏ ਹਾਂ, ਤਾਂ ਉਹਦੇ ਬਿਨਾਂ ਭੁੱਲ ਜਾਂਦੇ ਹਾਂ। ਫਿਰ ਮੈਂ ਘਮੰਡ ਹੋ ਗਈ, ਮੈਂ ਪ੍ਰਧਾਨ ਹੋ ਗਿਆ। ਮੈਂ ਪ੍ਰਧਾਨ ਹੋਇਆ ਤਾਂ ਉਹਨੇ ਹੋਰ ਟੈਨਸ਼ਨ ਕ੍ਰੀਏਟ ਕੀਤਾ ਕਿ ਮੈਂ ਪ੍ਰਧਾਨ, ਤਾਂ ਮੈਂ ਕਹੀ ਜਾਣਾ ਮੈਂ ਪ੍ਰਧਾਨ, ਤੁਸੀਂ ਬੈਠੇ ਤੁਸੀਂ ਕਹਿੰਦੇ ਤੁਸੀਂ ਪ੍ਰਧਾਨ, ਅਤੇ ਆਪਣਾ ਤਾਂ ਕਿਤੇ ਤਾਲਮੇਲ ਹੀ ਨਹੀਂ ਬਣੇਗਾ। ਸੋ ਜਿੰਨੇ ਬੰਦੇ ਬੈਠੇ ਕੰਮ ਕਰ ਰਹੇ, ਸਭ ਦੀ ਮੈਂ ਪ੍ਰਧਾਨ ਹੈ। ਉਹ ਆਪਸ 'ਚ ਇੱਕ ਦੂਜੇ ਦੀ ਲੱਤ ਖਿੱਚਣੀ, ਇੱਕ ਦੂਜੇ ਨੂੰ ਨੀਚਾ ਦਿਖਾਉਣਾ, ਇੱਕ ਦੂਜੇ ਨੂੰ ਮਤਲਬ ਠਿੱਬੀ ਲਾਉਣੀ, ਉਹ ਆ ਗਿਆ, ਉਹ ਹੋਰ ਐਗਜ਼ੌਸਟ ਕਰਦਾ। ਉਹ ਕਿੰਨੀਆਂ ਸੂਖਮ ਗੱਲਾਂ ਨੇ ਜਿੱਥੋਂ ਅਸੀਂ ਗਲਤੀਆਂ ਕਰਦੇ ਹਾਂ, ਅਤੇ ਕਿੱਡੀਆਂ ਬੱਜਰ ਫਿਰ ਉਹਦੇ ਸ਼ਕਲ ਲੈਂਦੀਆਂ ਨੇ, ਕਿ ਨਸ਼ਿਆਂ ਦੀ ਸ਼ਕਲ, ਬੀੜੀਆਂ ਦੀ ਸ਼ਕਲ, ਬਾਰ-ਬਾਰ ਚਾਹ ਪੀਣ ਦੀ ਸ਼ਕਲ, ਕਿਤੇ ਨਾ ਕਿਤੇ ਫਿਰ ਉੱਥੋਂ ਭਟਕ ਜਾਂਦੇ ਹਾਂ। ਤਾਂ ਫਿਰ ਹੋਰ ਉਸ ਤੋਂ ਵੀ ਅੱਗੇ ਜਾਂਦੇ, ਸਕੈਟਰੀ ਦੀਆਂ ਦਵਾਈਆਂ ਖਾ ਰਿਹਾ, ਕੋਈ ਪੇਨ ਕਿਲਰ ਖਾ ਰਿਹਾ। ਵਰਤਾਰਾ ਸ਼ੁਰੂ ਕਿੱਥੋਂ ਹੋਇਆ ਕਿ ਅਸੀਂ ਬੇਸਿਕ ਗੱਲ ਭੁੱਲ ਗਏ ਕਿ ਅਸੀਂ ਸਾਡਾ ਜੀਵਨ ਜਾਂਚ ਸੀਗੀ, ਜਿਹੜਾ ਜੀਵਨ ਦਿਨਚਰਿਆ ਸੀ, ਉਹ ਸਾਡੇ ਬਜ਼ੁਰਗਾਂ ਨੇ ਸਾਨੂੰ ਕਿੱਦਾਂ ਦੀ ਸਿਖਾਈ ਸੀਗੀ, ਅਤੇ ਅਸੀਂ ਉਹਨੂੰ ਕਿੱਦਾਂ ਦਾ ਬਣਾ ਦਿੱਤਾ। ਉਹ ਗੱਲ ਤਾਂ ਸਾਰੀ ਇੰਨੀ ਕੁ ਸੀਗੀ ਕਿ ਨਰਵਸ ਸਿਸਟਮ ਦੇ ਅਗਰ ਹੈਂਡਲ ਕਰਨ ਯੋਗ ਚੀਜ਼ ਰਹੇਗੀ ਤਾਂ ਉਹ ਠੀਕ ਚੱਲੀ ਜਾਏਗੀ। ਜੇ ਇਹਦੇ ਵੱਸ ਤੋਂ ਬਾਹਰ ਹੋਏਗੀ ਤਾਂ ਫਿਰ ਟੈਨਸ਼ਨ ਕ੍ਰੀਏਟ ਕਰੇਗੀ। ਸਪੋਜ਼ ਮੇਰੇ ਹਾਲਾਤ ਮੈਥੋਂ ਮੰਗਦੇ ਆ ਕਿ ਵੀ ਮੈਂ 12 ਘੰਟੇ ਜਾਂ 14 ਘੰਟੇ ਐਕਟਿਵ ਰਹਾਂ, ਮੈਂ ਉਹ ਕਰ ਪਾ ਨਹੀਂ ਰਿਹਾ, ਫਿਰ ਕੀ ਹੋਊਗਾ? ਮੇਰੇ ਅੰਦਰ ਐਂਗਜ਼ਾਇਟੀ ਪੈਦਾ ਹੋਊਗੀ ਨਾ, ਡਿਪਰੈਸ਼ਨ ਪੈਦਾ ਹੋਊਗਾ। 4 ਬੰਦੇ ਮੈਨੂੰ ਗਾਲਾਂ ਕੱਢਣਗੇ ਜੇ ਮੈਂ ਕੰਮ ਕਰ ਨਹੀਂ ਪਾ ਰਿਹਾ। ਤਾਂ ਆਲੇ ਦੁਆਲੇ ਜਿਨ੍ਹਾਂ ਨੇ ਕੰਮ ਲੈਣਾ, ਉਹ ਚਾਹੇ ਬੌਸ ਹੈ, ਚਾਹੇ ਤੁਹਾਡੇ ਕੋਈ ਮਰੀਜ਼ ਨੇ ਜਾਂ ਕੋਈ, ਤਾਂ ਉਹ ਤੁਹਾਨੂੰ ਅਕਿਊਜ਼ ਕਰਨਗੇ ਵੀ ਤੁਸੀਂ ਕੰਮ ਹੀ ਨਹੀਂ ਕਰ ਰਹੇ। ਤਾਂ ਉਹ ਤਣਾਅ ਹੋ ਗਿਆ, ਤਣਾਅ ਹੋਊਗਾ ਤਾਂ ਮੇਰੀ ਐਂਗਜ਼ਾਇਟੀ ਹੋਏਗੀ, ਨਰਵਸ ਸਿਸਟਮ ਡਿਸਆਰਡਰਸ ਹੋਣਗੇ, ਕੋਈ ਬਾਈਪੋਲਰ ਦਾ ਮਰੀਜ਼ ਹੋ ਜਾਊਗਾ, ਕੋਈ ਐਂਗਜ਼ਾਇਟੀ ਦਾ। ਤਾਂ ਇੱਦਾਂ ਨਰਵਸ ਸਿਸਟਮ ਦੀ ਸੋ ਇਹ ਜਿਹੜਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਇਹ ਛੋਟੀਆਂ ਸੂਖਮ ਗੱਲਾਂ ਤੋਂ ਪੈਦਾ ਹੁੰਦਾ, ਅਤੇ ਬੜੀ ਬੱਜਰ ਸ਼ਕਲ ਲੈ ਲੈਂਦਾ। ਫਿਰ
ਉਹ ਫਿਰ ਵੱਡੇ ਵੱਡੇ ਸਮਾਜਿਕ ਮਸਲੇ ਬਣ ਜਾਂਦੇ। ਦੇਖੋ ਆ ਜਦ ਤੁਸੀਂ ਅਖਬਾਰਾਂ ਪੜ੍ਹ ਕੇ ਦੇਖੋ ਜਾਂ ਜੋ ਪਿਛਲੇ 2-4 ਦਿਨਾਂ 'ਚ ਵਾਪਰਿਆ, ਇਹ ਕੀ ਹੈ ਸਾਰਾ। ਤਾਂ ਇੱਦਾਂ ਇਹ ਸਾਰੇ ਦਾ ਸਾਰਾ ਮੈਂ ਸਮਝਦਾ ਕਿ ਤਾਂ ਇਹਦੇ 'ਚੋਂ ਜਿਹੜਾ ਨਿਕਲਣ ਵਾਸਤੇ ਹੁਣ ਨਿੱਕੀ ਜਿਹੀ ਗੱਲ ਜੇ ਇਹਨੂੰ ਸਮਝ ਲਈਏ ਆਪਾਂ ਕਿ ਮਾਰਾਮਾਰੀ, ਦੇਖੋ ਅਸੀਂ ਸਾਰੇ ਲੋਕ ਮਾਰਾਮਾਰੀ ਬਹੁਤ ਕਰ ਰਹੇ ਹਾਂ, ਸਾਰੇ ਹੀ ਕਰਦੇ ਹਾਂ ਆਪਾਂ। ਮੈਂ ਤਾਂ ਕਈ ਵਾਰ ਕਹਿੰਦਾ ਹੁੰਦਾ ਵੀ ਇਹ ਜਿਹੜੀ ਚੂਹਾ ਰੇਸ ਹੈ, ਰੈਟ ਰੇਸ ਹੈ, ਇਹ ਤਾਂ ਸਭ ਭੱਜੇ ਜਾ ਰਹੇ ਆ, ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਆ। ਜੇ ਕਿਸੇ ਨੂੰ ਪੁੱਛੋ ਕਿੱਥੇ ਜਾਣਾ, ਕਿਸੇ ਨੂੰ ਪਤਾ ਨਹੀਂ ਕਿੱਥੇ ਪਹੁੰਚਣਾ। ਜੇ 10,000 ਰੁਪਏ ਮਹੀਨਾ ਕਮਾਉਣ ਵਾਲਾ ਬੰਦਾ ਭੱਜ ਰਿਹਾ ਅਤੇ ਵਿੱਚ ਲੱਖ ਰੁਪਇਆ ਮਹੀਨਾ ਕਮਾਉਣ ਵਾਲਾ ਭੱਜੀ ਜਾ ਰਿਹਾ, 10,000 ਵਾਲੇ ਨੂੰ ਇਹ ਇੱਛਾ ਹੈ ਕਿ ਮੈਂ ਵਧਾ ਕੇ 20,000 ਕਰ ਲਾਂ, ਅਤੇ ਲੱਖ ਵਾਲੇ ਨੂੰ ਇਹ ਇੱਛਾ ਮੈਂ 2 ਲੱਖ ਕਰ ਲਾਂ, ਅੱਗੇ ਕਰੋੜ ਵਾਲੇ ਨੂੰ ਇੱਛਾ ਮੈਂ 2 ਕਰੋੜ ਕਰ ਲਾਂ। ਅਤੇ ਕੋਈ ਅੰਤ ਤਾਂ ਹੈ ਨਹੀਂ ਇਹਦਾ, ਠੀਕ ਹੈ ਨਾ। ਤਾਂ ਕਰਨ ਦਾ ਕੋਈ ਐਂਡ ਨਹੀਂ ਹੈਗਾ। ਇਸ 'ਤੇ ਬੰਦੇ ਦੀਆਂ ਲੋੜਾਂ ਕਿੰਨੀਆਂ ਕਿ ਨੇ। ਅਸੀਂ ਆਪਣੇ ਆਲੇ ਦੁਆਲੇ ਫਾਲਤੂ ਦੀਆਂ ਐਸੀਆਂ ਲੋੜਾਂ ਖੜੀਆਂ ਕਰ ਲਈਆਂ ਨੇ। ਸਾਡੇ ਘਰਾਂ ਦਾ ਸਾਰਾ ਆਰਕੀਟੈਕਚਰ, ਸਾਡੇ ਕੱਪੜੇ, ਸਾਡਾ ਖਾਣ ਪੀਣ ਐਡਾ ਮਹਿੰਗਾ ਕਰਤਾ, ਅਸੀਂ ਐਡਾ ਬੇਹੂਦਾ ਕਰਤਾ ਫੁਕਰਾਪੰਥੀ 'ਚੋਂ, ਫਾਲਤੂ ਦੀ ਫੁਕਰਾਪੰਥੀ 'ਚੋਂ। ਸਿੰਪਲ ਕੱਪੜੇ ਪਾਈਏ ਅਸੀਂ, ਜੇ ਸਿੰਪਲ ਖਾਈਏ, ਜਿਹਦੇ 'ਚ ਉਮਰ ਵੀ ਵੱਡੀ ਹੋਊਗੀ, ਅਤੇ ਸਿੰਪਲ ਘਰਾਂ 'ਚ ਰਹੀਏ। ਤੁਸੀਂ ਮੈਂ ਅੱਜ ਸਾਡਾ ਸਾਰਾ ਕਿੰਨਾ ਖੋਖਲਾਪਨ ਹੋ ਗਿਆ ਕਿ ਇਹ ਪ੍ਰੂਵ ਹੋ ਗਿਆ ਕਿ ਜੋ ਅਸੀਂ ਖਾ ਰਹੇ ਹਾਂ ਉਹ ਗਲਤ ਹੈ, ਅਤੇ ਜੋ ਖਾਣਾ ਚਾਹੀਦਾ ਉਹ ਸਿੰਪਲ ਖਾਣਾ ਚਾਹੀਦਾ, ਖੇਤਾਂ 'ਚੋਂ ਆਇਆ ਉਹ ਸਸਤਾ ਹੈ। ਨਾਲੇ ਤਾਂ ਅਸੀਂ ਮਹਿੰਗਾ ਖਾ ਰਹੇ ਹਾਂ, ਆਪਣੇ ਲਈ ਸਮੱਸਿਆ ਖੜੀ ਕਰ ਰਹੇ ਹਾਂ ਵੀ ਮਹਿੰਗਾ ਖਾ ਕੇ ਫਿਰ ਖਰਚੇ ਖੜੇ ਕਰ ਲੈਣੇ, ਫਿਰ ਮੁੜ ਕੇ ਮਾਰਾਮਾਰੀ ਕਰਦੇ ਆ ਸਾਰਾ ਦਿਨ। ਉਹ ਵੈਸਟਰਨ ਕੰਟਰੀ ਕਰਦੇ ਲੋਕ 5 ਦਿਨ ਗਧਿਆਂ ਨੂੰ ਕੰਮ ਕਰਦੇ ਆ, 2 ਦਿਨ ਉਡਾ ਦਿੰਦੇ, ਦਾਰੂ ਸ਼ਾਰੂ ਪੀ ਕੇ ਤੇ ਹੋਰ ਪਾ ਕੇ 2-3 ਫਿਰ 5 ਦਿਨ ਗਧਿਆਂ ਨੂੰ ਕੰਮ ਕਰਦੇ ਆ। ਅਤੇ ਇਹਦੇ ਨਾਲ ਚੰਗਾ ਹੈ ਤੁਸੀਂ ਆਪਣੀਆਂ ਲੋੜਾਂ ਸੀਮਿਤ ਕਰ ਲਓ। ਅਤੇ ਸੀਮਿਤ ਲੋੜਾਂ ਤਾਂ ਬਹੁਤ ਥੋੜ੍ਹੀਆਂ ਨੇ, ਕੁਛ ਵੀ ਨਹੀਂ ਹੈ। ਇਹ ਵੀ ਆ ਗਿਆ ਕਿ ਜੇ ਫੈਸ਼ਨਦਾਰ ਕੱਪੜੇ ਪਾਉਣੇ ਨੁਕਸਾਨ ਕਰਦੇ ਆ। ਇਹ ਵੀ ਆ ਗਿਆ ਕਿ ਜਿਹੋ ਜਿਹੇ ਅੱਜ ਤੁਸੀਂ ਅੱਜ ਘਰ ਬਣਾ ਰੱਖੇ ਕੋਠੀਆਂ, ਜਿਹਦੇ ਪੱਥਰ ਅਤੇ ਸੀਮਿੰਟ ਅਤੇ ਉਹ ਲਾ ਰੱਖਿਆ, ਇਹ ਨੁਕਸਾਨ ਕਰਦੇ ਆ। ਕੱਚੇ ਘਰ ਜ਼ਿਆਦਾ ਬਿਹਤਰ ਸੀਗੇ, ਕੱਚੇ ਘਰ ਕਿਤੇ ਜ਼ਿਆਦਾ ਸਾਇੰਟੀਫਿਕ ਸੀਗੇ। ਲੋਕ ਜਿਹੜੇ ਝੁੱਗੀਆਂ 'ਚ ਰਹਿੰਦੇ ਸੀ ਅਤੇ ਕੱਚੇ ਘਰਾਂ 'ਚ ਰਹਿੰਦੇ ਸੀਗੇ, ਕਿਤੇ ਜ਼ਿਆਦਾ ਸਾਇੰਟੀਫਿਕ ਸੀ। ਲੋਕ ਹੁਣ ਇੱਥੋਂ ਤੱਕ ਆ ਗਿਆ ਕਿ ਲੋਕ ਹੁਣ ਕੱਚੇ ਘਰ ਬਣਾਉਣ ਲੱਗੇ ਫਿਰ ਦੁਬਾਰਾ। ਤਾਂ ਇੱਕ ਸਾਰਾ ਵਰਤਾਰਾ ਕਿਤੇ ਨਾ ਕਿਤੇ ਗੱਲ ਕੀ ਹੈ ਕਿ ਅਸੀਂ ਉਸ ਸਿਸਟਮ ਨੂੰ, ਉਸ ਚੀਜ਼ ਨੂੰ ਜੋੜ ਕੇ ਦੇਖ ਨਹੀਂ ਰਹੇ ਚੇਤਨਾ ਦੇ ਪੱਧਰ 'ਤੇ। ਜੇ ਅਸੀਂ ਚੇਤਨਾ ਜਿਹਨੂੰ ਜੋੜ ਲਈਏ ਤਾਂ ਫਿਰ ਸਾਰਾ ਕੁਝ ਠੀਕ ਹੋ ਜਾਏਗਾ। ਹੁਣ ਸਾਰਾ ਕੁਝ ਕ੍ਰਿਟਿਸਾਈਜ਼ ਕਰਨ ਦਾ, ਸਾਰੀ ਦੀ ਨੁਕਤਾਚੀਨੀ ਕਰਨ ਦਾ ਆਪਣਾ ਮਕਸਦ ਇਹ ਨਹੀਂ ਕਿ ਉਹਨੂੰ ਮਾੜਾ ਕਹਿਣਾ। ਠੀਕ ਹੈ, ਸ਼ਾਇਦ ਇਹ ਵੀ ਹੋ ਸਕਦਾ ਕਿ ਮਨੁੱਖ ਦੀ ਫਿਤਰਤ ਹੈ ਕਿ ਪਹਿਲਾਂ ਗਲਤੀਆਂ ਕਰਦਾ ਫਿਰ ਸੁਧਾਰਦਾ, ਪਹਿਲਾਂ ਜੁੱਤੀਆਂ ਖਾਂਦਾ ਫਿਰ ਸੁਧਰਦਾ, ਇਹ ਫਿਤਰਤ ਹੈ। ਚਲੋ ਇੱਦਾਂ ਵੀ ਹੈਗਾ ਤਾਂ ਵੀ ਕੋਈ ਗੱਲ ਨਹੀਂ, ਲੇਕਿਨ ਹੁਣ ਠੀਕ ਤਾਂ ਕਰ ਲਈਏ ਆਪਾਂ। ਹੁਣ ਠੀਕ ਇਹਨੂੰ ਕਿਵੇਂ ਕਰੀਏ ਕਿ ਉਹ ਸਾਰੀ ਚੀਜ਼ ਜਿਹੜੀ ਆਪਾਂ ਕਹੀਏ ਵੀ ਇੱਦਾਂ ਗਲਤ ਹੋ ਰਹੀ ਹੈ, ਇਹਨੂੰ ਠੀਕ ਕਰਨ ਦਾ ਤਰੀਕਾ ਕੀ ਹੈ। ਉਹਨੂੰ ਠੀਕ ਕਰਨ ਦਾ ਤਰੀਕਾ ਬੜਾ ਸਪਸ਼ਟ ਹੈ ਕਿ ਜੋ ਆਪਾਂ ਮਿਸ ਕੀਤਾ ਹੈ ਉਹਨੂੰ ਫਿਰ ਕਨੈਕਟ ਕਰੀਏ, ਕਿ ਅਸੀਂ ਆਪਣੇ ਆਪ ਨੂੰ ਮੈਂ ਅੱਡ ਰੱਖ ਕੇ ਨਹੀਂ, ਵੀਨੈਸ, ਉਹ ਵੀਨੈਸ ਜਿਹੜੀ ਹੈ 1 ਤੋਂ 2 'ਚ ਵੀਨੈਸ ਹੋ ਜਾਂਦੀ ਹੈ, 2 ਤੋਂ 5 'ਚ ਵੀਨੈਸ ਹੋ ਜਾਂਦੀ ਹੈ, ਫਿਰ ਉਹ ਵੀਨੈਸ ਵੱਡੀ ਘੇਰੇ ਨੇ। ਮਤਲਬ ਆਪਣੇ ਆਲੇ ਦੁਆਲੇ ਕਿਤੇ ਅਖੀਰਲਾ ਵੱਡਾ ਛਤਰ ਹੈ ਉਹ ਕਾਸਮੋਸ ਹੈ, ਕਾਸਮਿਕ ਚੇਤਨਾ ਹੈ, ਜਿਹਨੂੰ ਪਰਮਾਤਮਾ ਵੀ ਕਹਿੰਦੇ ਆ। ਉਹ ਪਰਮਾਤਮਾ ਉਹਨੂੰ ਫਿਰ ਉਸ ਆਪਣੀ ਚੇਤਨਾ 'ਚ ਅਗਰ ਵਸਾ ਲਈਏ ਆਪਾਂ ਕਿ ਅਸੀਂ ਇੱਕ ਵੱਡੇ ਵਿਰਾਟ ਰੂਪ ਦਾ ਇੱਕ ਕਣ, ਲੇਕਿਨ ਕਿਉਂਕਿ ਵਿਰਾਟ ਰੂਪ ਦਾ ਕਣ ਤਾਂ ਵਿਰਾਟ ਹੀ ਹਾਂ ਅਸੀਂ ਵੀ। ਮਤਲਬ ਨਾ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਥੱਲੇ ਕਰਕੇ ਦੇਖੀਏ ਕਿਉਂਕਿ ਅਸੀਂ ਵਿਰਾਟ ਦਾ ਹੀ ਰੂਪ ਹਾਂ, ਫਿਰ ਜਿੱਦਾਂ ਦਾ ਵਿਰਾਟ ਹੈ ਉੱਦਾਂ ਦਾ ਹੀ ਕਣ ਹੈ, ਤਾਂ ਫਿਰ ਇਹਦਾ ਮਤਲਬ ਬਹੁਤ ਗ੍ਰੇਟ ਵੀ ਹਾਂ ਅਸੀਂ। ਲੇਕਿਨ ਅਸੀਂ ਕਣ ਅਤੇ ਵਿਰਾਟ ਦਾ ਹਿੱਸਾ, ਵੱਖਰੇ ਨਹੀਂ ਹਾਂ, ਉਹ ਤੋਂ ਵੱਖਰੇ ਨਹੀਂ ਹਾਂ। ਜੇ ਅਸੀਂ ਵੱਖਰਾਪਨ ਸੋਚਾਂਗੇ ਤਾਂ ਫਿਰ ਉਲਝ ਜਾਵਾਂਗੇ। ਉਹਦੇ ਜਿਹੜਾ ਮੈਕੈਨਿਜ਼ਮ, ਉਹਦਾ ਨਾਂ ਜਿਹੜਾ ਸਾਇੰਸ ਨੇ ਅੱਜ ਦਿੱਤਾ ਮੈਡੀਟੇਸ਼ਨ, ਕਿ ਮੈਡੀਟੇਸ਼ਨ ਕਰਨੀ ਅੱਜ ਦੇ ਮਨੁੱਖ ਲਈ ਬੇਹੱਦ ਜ਼ਰੂਰੀ ਹੈ। ਮੈਡੀਟੇਸ਼ਨ ਨਹੀਂ ਕਰਾਂਗੇ ਆਪਾਂ ਤਾਂ ਉਹ ਕਨੈਕਟ ਨਹੀਂ ਕਰ ਸਕਦੇ, ਆਪਾਂ ਹੋਲ ਨੂੰ ਨਹੀਂ ਦੇਖ ਸਕਦੇ। ਫਿਰ ਅਸੀਂ ਜਦੋਂ ਬਾਹਰਲੇ ਰੌਲੇ ਗੋਲੇ 'ਚ ਜੋ ਬਾਹਰੀ ਰੌਲਾ ਜੇ 'ਚ ਰੁਲੇ ਰਹਾਂਗੇ ਤਾਂ ਫਿਰ ਇੱਦਾਂ ਹੀ ਉਲਝੇ ਜਾਵਾਂਗੇ ਜਿੱਦਾਂ ਹੁਣ ਉਲਝੇ ਪਏ ਅਸੀਂ, ਨਿੱਕੀਆਂ ਗੱਲਾਂ ਦੇ ਉੱਪਰ ਉਲਝੇ ਰਹਾਂਗੇ ਅਸੀਂ। ਝੂਠ ਸਾਡੇ ਵਾਸਤੇ ਸੱਚ ਹੋ ਜਾਏਗਾ, ਸੱਚ ਸਾਡੇ ਵਾਸਤੇ ਝੂਠ ਹੋ ਜਾਏਗਾ, ਅਤੇ ਨਿੱਕੀਆਂ ਗੱਲਾਂ 'ਚ ਲੜਾਈਆਂ ਝਗੜੇ, ਈਰਖਾ, ਵੈਰ ਵਿਰੋਧ, ਮਾਰ ਧਾੜ, ਹਿੰਸਾ। ਇਹ ਕਿਉਂ ਹੈ? ਕਿਉਂਕਿ ਅਸੀਂ ਅੰਦਰ ਕਦੀ ਝਾਕਦੇ ਹੀ ਨਹੀਂ ਹਾਂ। ਕਿ ਮੈਡੀਟੇਸ਼ਨ ਬੜਾ ਸਿੰਪਲ ਜਿਹਾ ਪ੍ਰੋਸੀਜਰ ਹੈ, ਜਿਹਨੂੰ ਜੇ ਆਪਾਂ ਡਿਫਾਈਨ ਕਰਨਾ ਹੋਵੇ ਤਾਂ ਮੈਡੀਟੇਸ਼ਨ ਦਾ ਮਤਲਬ ਹੈ ਬਾਹਰੋਂ ਆਪਣੀ ਚੇਤਨਾ ਨੂੰ
ਉਖਾੜ ਕੇ ਅੰਦਰ ਲੈ ਜਾਣਾ, ਬਸ ਇੰਨਾ ਹੀ ਮਸਲਾ ਹੈ। ਸਿੰਪਲ ਵਨ ਲਾਈਨ ਅਗਰ ਡੈਫੀਨੇਸ਼ਨ ਮੈਡੀਟੇਸ਼ਨ ਦੀ ਦਿੱਤੀ ਜਾਵੇ ਧਿਆਨ ਯੋਗ ਦੀ, ਤਾਂ ਆਪਣੀ ਚੇਤਨਾ ਨੂੰ ਬਾਹਰੋਂ ਅੰਦਰ ਲੈ ਜਾਣਾ। ਬਾਹਰ ਜਿਹੜੀ ਪਦਾਰਥ ਦੀ ਦੁਨੀਆ, ਅੰਦਰ ਵਿਚਾਰਾਂ ਦੀ ਦੁਨੀਆ। ਆਪਾਂ ਇਹਦੇ ਉੱਤੇ ਵੀਡੀਓ ਵੀ ਬਣਾ ਚੁੱਕੇ ਹਾਂ ਵੀ ਕਿਸ ਤਰੀਕੇ ਨਾਲ ਮੈਡੀਟੇਸ਼ਨ ਕਰਨੀ ਹੈ, ਵੀ ਕਿੱਦਾਂ ਕਰਨੀ ਹੈਗੀ। ਹਾਂ, ਸੋ ਇਹ ਜਿਹੜਾ ਜਿੰਨੇ ਆਪਾਂ ਵਰਤਾਰੇ ਵਰਤੇ, ਉਹਦੇ ਨਾਲ ਕੀ ਹੁੰਦਾ, ਨਰਵਸ ਸਿਸਟਮ ਫਿਰ ਤੁਹਾਡਾ ਉਸ ਵਿਰਾਟ ਨਾਲ ਜੁੜ ਜਾਂਦਾ। ਉਹ ਕਿਉਂਕਿ ਵਿਰਾਟ ਤੋਂ ਸ਼ਕਤੀ ਲੈ ਰਿਹਾ ਨਰਵਸ ਸਿਸਟਮ। ਨਰਵਸ ਸਿਸਟਮ ਦੀ ਅਲਟੀਮੇਟ ਸ਼ਕਤੀ ਕਿੱਥੋਂ ਆ ਰਹੀ ਹੈ? ਅਲਟੀਮੇਟ ਸ਼ਕਤੀ ਤਾਂ ਭੋਜਨ ਤੋਂ ਆਉਂਦੀ ਹੈ, ਹਵਾ ਤੋਂ ਆਉਂਦੀ, ਪਾਣੀ ਤੋਂ ਆਉਂਦੀ ਹੈ। ਭੋਜਨ, ਹਵਾ, ਪਾਣੀ ਕਿਹਦਾ ਹਿੱਸਾ ਨੇ? ਉਹ ਕੁਦਰਤ ਦਾ ਹਿੱਸਾ ਨੇ। ਅਤੇ ਕੁਦਰਤ ਕਿਹਦਾ ਹਿੱਸਾ? ਉਹ ਸੂਰਜ ਪਰਿਵਾਰ ਦਾ ਹਿੱਸਾ ਹੈ। ਸੂਰਜ ਤੋਂ ਲੈ ਰਿਹਾ ਤਾਂ ਸੂਰਜ ਤੋਂ ਊਰਜਾ ਲੈ ਰਿਹਾ, ਅਤੇ ਸੂਰਜ ਪਰਿਵਾਰ ਅੱਗੇ ਬ੍ਰਹਿਮੰਡੀ ਊਰਜਾ ਤੋਂ ਲੈ ਰਹੇ ਹਾਂ। ਤਾਂ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਜਦੋਂ ਅਸੀਂ ਮੈਡੀਟੇਸ਼ਨ ਜਾਂਦੇ ਹਾਂ, ਅੰਦਰ ਜਾਂਦੇ ਹਾਂ, ਵਿਚਾਰਾਂ ਦੀ ਦੁਨੀਆ ਜਾਂਦੇ, ਤਾਂ ਫਿਰ ਉਹ ਕਨੈਕਸ਼ਨ ਸਾਡਾ ਉਹ ਜਿਹੜਾ ਅਸੀਂ ਭੁੱਲ ਗਏ ਸੀਗੇ, ਰੁਲ ਗਏ ਸੀਗੇ ਬਾਹਰ ਦੇ ਰਾਮ ਰੌਲੇ 'ਚ, ਉਹ ਰੁਲਣਾ ਜਿਹੜਾ ਸਾਡਾ ਫਿਰ ਸਾਡੇ ਅੰਦਰ ਮੈਮਰੀ ਫਿਰ ਦੁਬਾਰਾ ਰਿਵਾਈਵ ਹੋ ਜਾਂਦੀ ਹੈ। ਅਤੇ ਫਿਰ ਸਾਨੂੰ ਇਹ ਜੇ ਅਸੀਂ ਰੋਜ਼ ਕਰਦੇ ਰਹੀਏ ਮੈਡੀਟੇਸ਼ਨ, ਅਗਰ ਰੋਜ਼ ਕਰਦੇ ਰਹੀਏ, ਅਗਰ ਇਹ ਸਾਨੂੰ ਯਾਦ ਰਹੇ ਸਾਰਾ ਕੁਛ, ਤਾਂ ਅਸੀਂ ਬਿਲਕੁਲ ਗਲਤੀਆਂ ਨਹੀਂ ਕਰਾਂਗੇ। ਬਿਲਕੁਲ ਗਲਤੀਆਂ ਨਹੀਂ ਕਰੇਗਾ, ਕੋਈ ਇਨਸਾਨ ਗਲਤੀ ਨਹੀਂ ਕਰੇਗਾ। ਅਤੇ ਮੈਡੀਟੇਸ਼ਨ ਜਿਹੜਾ ਇੰਨਾ ਸੌਖਾ ਪ੍ਰੋਸੈਸ ਹੈ ਕਿ 5 ਸਾਲ ਦੇ ਬੱਚੇ ਨੂੰ ਵੀ ਮੈਡੀਟੇਸ਼ਨ ਕਰਨੀ ਸਿਖਾਈ ਜਾ ਸਕਦੀ ਹੈ, ਔਰ 80 ਸਾਲ ਦੇ ਬੁੱਢੇ ਨੂੰ ਵੀ ਸਿਖਾਈ ਜਾ ਸਕਦੀ ਹੈ। ਬਹੁਤ ਹੀ ਸਿੰਪਲ ਪ੍ਰੋਸੀਜਰ ਹੈ, ਜਿਹਦੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਇਹਦੀ ਜਿਹੜੀ ਬਹੁਤ ਹੀ ਪਿਆਰੀ ਪੌੜੀ ਹੈ, ਕੁਦਰਤੀ ਪੌੜੀ ਹੈ, ਨੈਚੁਰਲ ਪੌੜੀ, ਉਹ ਸਾਹ ਨੇ ਤੁਹਾਡੇ, ਕਿ ਸਾਹ ਦੀ ਪੌੜੀ ਨੂੰ ਪਕੜੋ, ਬਾਹਰੋਂ ਚੇਤਨਾ ਉਖਾੜੋ, ਅੰਦਰ ਲੈ ਜਾਓ। ਉਹਦੇ ਅਲੱਗ-ਅਲੱਗ ਟੈਕਨੀਕ ਗੁਰੂਆਂ ਨੇ ਦੱਸੇ। ਸਾਡੇ ਵਿਪਾਸਨਾ ਜਿਹੜੀ ਆ ਉਹ ਸ਼ੁੱਧ ਵਿੱਚ ਉਹਦੇ ਸਿਰ 'ਤੇ ਹੀ ਹੈ। ਡਾਕਟਰ ਸਾਹਿਬ ਇੱਕ ਚੀਜ਼ ਹੋਰ ਦੱਸੋ ਕਿ ਇੱਕ ਬੰਦੇ ਨੇ ਮੈਡੀਟੇਸ਼ਨ ਕਰ ਲਈ, ਅਤੇ ਮੈਡੀਟੇਸ਼ਨ ਕਰਨ ਦੇ ਨਾਲ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਉਹਦੀਆਂ ਨਰਵਸ ਸਿਸਟਮ ਅੰਦਰ ਕਿਸ ਤਰ੍ਹਾਂ ਕੰਮ ਕਰਦਾ, ਵੀ ਜਿਹੜਾ ਮੈਡੀਟੇਸ਼ਨ ਨਾਲ ਜਿਹੜੀਆਂ ਬਿਮਾਰੀਆਂ ਠੀਕ ਹੋਣ ਲੱਗੀਆਂ? ਉਹਦੇ 'ਚ ਗੱਲ ਤਾਂ ਕਾਫੀ ਲੰਬੀ ਚੌੜੀ ਕੀਤੀ ਜਾ ਸਕਦੀ ਹੈ, ਮੇਰੇ ਖਿਆਲ 'ਚ ਆਪਾਂ ਕਾਫੀ ਲੰਬਾ ਹੋ ਜਾਏਗਾ ਆਪਣਾ, ਤਾਂ ਆਪਾਂ ਹਾਂ ਬਸ ਆਪਾਂ ਇੰਨੇ ਕਮੈਂਟ ਨਾਲ ਮੇਰੇ ਖਿਆਲ 'ਚ ਆਪਾਂ ਕੰਕਲੂਡ ਕਰ ਦਿੰਦੇ ਇਹਨੂੰ, ਕਿ ਜਦੋਂ ਅਸੀਂ ਅੰਦਰ ਜਾਂਦੇ ਹਾਂ ਤਾਂ ਅੰਦਰ ਬਾਹਰ ਹੈ ਸਾਡਾ ਚੇਤਨ ਮਨ। ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕਰਾਂਗੇ ਉੱਥੇ ਵੀ ਚੇਤਨ ਮਨ ਹੀ ਹੈ, ਜੇ ਉਹੀ ਮਨ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸਾਨੂੰ। ਬੌਡੀ ਵਰਤਾਂਗੇ ਸਾਹ ਦੀ, ਲੇਕਿਨ ਅੰਦਰ ਜਦੋਂ ਚਲੇ ਜਾਂਦੇ ਹਾਂ ਅਸੀਂ, ਬਾਹਰਲੇ ਤੋਂ ਟੁੱਟਦੇ ਹਾਂ, ਜਦੋਂ ਜਿਹੜਾ ਬਾਹਰ ਦੀ ਪਦਾਰਥ ਦੀ ਦੁਨੀਆ ਤੋਂ ਟੁੱਟਦੇ ਹਾਂ, ਤਾਂ ਅੰਦਰ ਜਿਹੜਾ ਉਹਨੂੰ ਕਹਿੰਦੇ ਅਚੇਤਨ ਮਨ, ਸਬਕੌਂਸ਼ੀਅਸ ਮਾਈਂਡ। ਸਬਕੌਂਸ਼ੀਅਸ ਮਾਈਂਡ ਜਿਹੜਾ ਹੈ ਉਹ ਉਹੀ ਹੈ ਜਿਹਨੂੰ ਆਮ ਭਾਸ਼ਾ 'ਚ ਆਤਮਾ ਕਹਿੰਦੇ ਹਾਂ। ਆਤਮਾ ਇੰਡੀਵਿਜੂਅਲ ਹੈ, ਪਰਮਾਤਮਾ ਜਨਰਲ ਹੈ, ਕਾਸਮਿਕ ਹੈ ਬਸ ਹੈ। ਆਤਮਾ ਵੀ ਪਰਮਾਤਮਾ ਦਾ ਹੀ ਹਿੱਸਾ ਹੈ, ਰੂਪ ਹੀ ਨਹੀਂ, ਉਸੇ ਦਾ ਹਿੱਸਾ ਹੈ। ਰੂਪ ਹੀ ਇਕੱਲਾ ਨਹੀਂ, ਉਹੀ ਹੈ। ਉਹ ਇੰਡੀਵਿਜੂਅਲਾਈਜ਼ਡ ਹੈ, ਉਸ ਵਿਅਕਤੀ ਨਾਲ ਜੁੜ ਕੇ ਉਹਦੀ ਇੱਕ ਆਈਡੈਂਟੀਟੀ ਬਣ ਗਈ ਉਸ ਆਤਮਾ ਦੀ, ਕਿਉਂਕਿ ਉਸ ਰੂਪ ਨਾਲ ਜੁੜਿਆ ਹੋਇਆ। ਪੰਛੀ ਚਾਹੇ ਤਾਂ ਪੰਛੀ ਦੀ ਬਣ ਗਈ, ਜੇ ਸੱਪ ਚਾਹੇ ਤਾਂ ਸੱਪ ਦੀ ਬਣ ਗਈ, ਜੇ ਮਨੁੱਖ ਚਾਹੇ ਤਾਂ ਮਨੁੱਖ ਦੀ ਬਣ ਗਈ। ਮਨੁੱਖ ਦੀ ਸਭ ਤੋਂ ਵਿਕਸਿਤ ਹੈ, ਇਸ ਕਰਕੇ ਆਪਾਂ ਮਨੁੱਖ ਦੀ ਗੱਲ ਕਰਦੇ ਹਾਂ। ਤਾਂ ਉਹਦੀ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਹ ਆਤਮਾ ਹੈ, ਅਤੇ ਉਹ ਪਰਮਾਤਮਾ ਦਾ ਹਿੱਸਾ ਹੈ, ਉਸਕੇ ਪਰਮਾਤਮਾ ਹੀ ਹੈ ਉਹ। ਅਤੇ ਜਦੋਂ ਉੱਥੇ ਜਾ ਕੇ ਤੁਸੀਂ ਕੰਮ ਕਰਦੇ ਹੋ, ਉੱਥੇ ਜਾ ਕੇ ਆਪਣੀ ਚੇਤਨਾ ਨੂੰ ਟਿਕਾਉਂਦੇ ਹੋ, ਤਾਂ ਤੁਹਾਡਾ ਜਿਹੜਾ ਕੌਂਸ਼ੀਅਸ ਮਾਈਂਡ ਹੈ ਉਹਦੇ ਅਕੋਰਡਿੰਗਲੀ ਕੰਮ ਕਰਨਾ ਸ਼ੁਰੂ ਕਰ ਦਿੰਦਾ। ਫਿਰ ਉਹ ਜਿਹੜਾ ਕੱਲ੍ਹ ਤੱਕ ਉਲਝਿਆ ਹੋਇਆ ਸੀਗਾ, ਜਿਹੜਾ ਕੱਲ੍ਹ ਤੱਕ ਭਟਕਿਆ ਹੋਇਆ ਸੀਗਾ, ਉਹ ਭਾਂਤ ਦੀਆਂ ਬੇਵਕੂਫੀਆਂ ਕਰਦਾ ਸੀ, ਭਾਂਤ ਦੀਆਂ ਗਲਤੀਆਂ ਕਰਦਾ ਸੀਗਾ। ਤਾਂ ਮੋਮੈਂਟ ਤੁਸੀਂ ਮੈਡੀਟੇਸ਼ਨ ਕਰਨੀ ਸ਼ੁਰੂ ਕਰੋਗੇ, ਡੇਲੀ ਤੁਸੀਂ ਪਾਓਗੇ ਕਿ ਤੁਹਾਡੀ ਪਰਸਨੈਲਿਟੀ ਚੇਂਜ ਹੋਈ ਜਾ ਰਹੀ ਹੈ, ਔਰ ਤੁਹਾਡੇ ਅੰਦਰ ਇੰਪਰੂਵਮੈਂਟ ਹੋ ਰਹੀ ਹੈ, ਸੁਧਾਰ ਆ ਰਿਹਾ। ਉਹਦੇ ਬੜੀਆਂ ਕਲੀਅਰ ਕੱਟ ਇੰਡੀਕੇਸ਼ਨ ਤੁਹਾਨੂੰ ਦਿਸਣਗੀਆਂ ਕਿ ਲੋਕ ਤੁਹਾਡੇ ਵੱਲ ਜ਼ਿਆਦਾ ਅਟਰੈਕਟ ਹੋਣਗੇ, ਤੁਹਾਡੀ ਪਰਸਨੈਲਿਟੀ ਬਹੁਤ ਲਵਿੰਗ ਹੋ ਜਾਏਗੀ, ਤੁਸੀਂ ਕਿਸੇ ਨਾਲ ਉੱਚਾ ਨੀਵਾਂ ਨਹੀਂ ਬੋਲੋਗੇ, ਲੋਕ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆਉਣਗੇ, ਤੁਸੀਂ ਲੋਕਾਂ ਨਾਲ ਪਿਆਰ ਨਾਲ ਪੇਸ਼ ਆਵੋਗੇ, ਕਿਉਂਕਿ ਤੁਸੀਂ ਉਹ ਇੱਕੋ ਕੁਛ ਹੀ ਹੋ। ਤੁਸੀਂ ਉਹ ਰਿਲਾਈਜ਼ ਕਰ ਰਿਹਾ ਕਿ ਜਿਹਦੇ ਬੰਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਉਹ ਨਹੀਂ ਹੈ, ਤੁਸੀਂ ਹੀ ਹੋ, ਕਿਉਂਕਿ ਤੁਹਾਡਾ ਹੀ ਹਿੱਸਾ ਉਹ। ਸੋ ਇਸ ਕਰਕੇ ਜਿਹੜਾ ਇਹ ਜਿਹੜਾ ਕਿਤੇ ਨਾ ਕਿਤੇ ਇਹ, ਔਰ ਉਹਦੇ 'ਚ ਉਹ ਸਭ ਜਦੋਂ ਅਸੀਂ ਸਬਕੌਂਸ਼ੀਅਸ ਮਾਈਂਡ 'ਤੇ ਪਹੁੰਚ ਜਾਂਦੇ ਹਾਂ, ਤਾਂ ਉੱਥੇ ਬੜਾ ਕਮਾਲ ਦਾ ਵਰਤਾਰਾ ਹੁੰਦਾ ਕਿ ਉੱਥੇ ਜਾ ਕੇ ਤੁਸੀਂ ਜੋ ਮਰਜ਼ੀ ਮੰਗ ਲਓ। ਜਿਹੜੀ ਗੁਰਬਾਣੀ 'ਚ ਆਉਂਦੇ ਨਾ ਕਿ ਜਿਹੜੀ ਜੋ ਮੰਗਦੇ ਠਾਕੁਰ ਆਪਣੇ ਸੇ ਸੋਈ ਦੇ, ਉਹ ਜਿਹੜੀ ਅਰਦਾਸ ਹੈ, ਜੇ ਉਸ ਪੱਧਰ 'ਤੇ ਅੰਤਰਮੁਖੀ ਹੋ ਕੇ ਜੇ ਅਸੀਂ ਸਬਕੌਂਸ਼ੀਅਸ ਮਾਈਂਡ ਦੇ ਲੈਵਲ 'ਤੇ ਪਹੁੰਚ ਕੇ ਅਰਦਾਸ ਕਰ ਦਈਏ, ਅਰਦਾਸ ਕਦੀ ਅਨਆਨਸਰਡ ਨਹੀਂ ਜਾਂਦੀ। ਉਸ ਅਰਦਾਸ ਦੇ ਵਿੱਚ ਜਿਹੜਾ ਸ਼ੁੱਧ ਮਨ ਨਾਲ ਜਿਹੜੀ ਜਦੋਂ ਕਰਦੇ ਹਾਂ ਅਸੀਂ,
ਸਾਡੇ ਕੋਲ ਸਪੋਜ਼ ਸਾਡਾ ਬੱਚਾ ਹੈ ਕੋਈ ਉਹ ਦੁਖੀ ਹੈ, ਕੋਈ ਸਾਡਾ ਪੜੋਸੀ ਦੁਖੀ ਹੈ, ਕੋਈ ਸਾਡੇ ਆਲੇ ਦੁਆਲੇ ਦੁਖੀ ਹੈ, ਉਹਦੇ ਲਈ ਤੁਸੀਂ ਅਰਦਾਸ ਕਰਦੇ ਹੋ, ਜਾਂ ਆਪਣੇ ਤੁਹਾਡੀ ਕੋਈ ਜੈਨੂਅਨ ਕੋਈ ਤੁਹਾਨੂੰ ਜਿਹੜੀ ਚੀਜ਼ ਚਾਹੀਦੀ ਹੈ ਨਹੀਂ ਮਿਲ ਰਹੀ ਤਾਂ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਬਹੁਤ ਸਪਸ਼ਟ ਰੂਪ 'ਚ। ਅਤੇ ਤਾਂ ਹੀ ਜਿਹੜੀ ਸੀਗੀ ਜਿਹੜੀ ਲੋਕ ਜਿਹੜੇ ਸੀਗੇ ਜਾ ਕੇ ਸੰਤਾਂ ਮਹਾਤਮਾ ਕੋਲ ਜਾਂਦੇ ਸੀਗੇ ਮੰਨਤਾਂ ਮੰਨਣ, ਤਾਂ ਸੰਤ ਮਹਾਤਮਾ ਨੂੰ ਗਾਈਡ ਕਰਦੇ ਸੀ, ਕੋਲੇ ਬਿਠਾ ਲੈਂਦੇ ਸੀ, ਤਾਂ ਉਹਨਾਂ ਦੇ ਔਰੇ ਨਾਲ ਹੀ ਉਹ ਇਛਾਵਾਂ ਪੂਰੀਆਂ। ਕੋਈ ਔਰਾ ਹੁੰਦਾ ਜਿਹੜਾ ਮਹਾਂਪੁਰਖਾਂ ਦਾ ਔਰਾ ਵੀ ਬਹੁਤ ਕਮਾਲ ਦਾ ਹੁੰਦਾ, ਉਹਦੇ ਔਰੇ 'ਚ ਆ ਕੇ ਦੂਜਾ ਬੰਦਾ ਵੀ ਉਸੇ 'ਚ ਆ ਜਾਂਦਾ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਹੋਰ ਤਾਰਾ ਸੀਗਾ, ਅਤੇ ਉਹ ਤੁਸੀਂ ਮੈਡੀਟੇਸ਼ਨ 'ਚ ਬਹੁਤ ਈਜ਼ੀਲੀ ਸਿੱਖ ਸਕਦੇ ਹੋ। ਉਹਦੇ ਜਿੱਦਾਂ ਦਾ ਤੁਸੀਂ ਉਹਦੇ 'ਚ ਕਰੋਗੇ ਇਮੈਜਿਨ, ਸਪੋਜ਼ ਤੁਸੀਂ ਬਿਮਾਰ ਹੋ, ਜੇ ਤੁਸੀਂ ਉੱਥੇ ਜਾ ਕੇ ਇਹ ਅਰਦਾਸ ਕਰਦੇ ਹੋ ਕਿ ਮੈਂ ਤਾਂ ਤੰਦਰੁਸਤ ਹੋਣਾ ਹੈ ਪਰਮਾਤਮਾ, ਜਾਂ ਮੈਨੂੰ ਤੰਦਰੁਸਤ ਕਰ ਦੇ, ਤਾਂ ਉਹ ਤੰਦਰੁਸਤੀ ਬਹੁਤ ਕੁਇਕਲੀ ਤੁਹਾਡੇ ਵੱਲ ਆਏਗੀ, ਤੁਹਾਡੇ ਵੱਲ ਕੁਇਕਲੀ। ਇੱਦਾਂ ਕੋਈ ਵੀ ਮੰਗ ਤੁਸੀਂ ਜਿਹੜੀ ਰੱਖੋਗੇ ਉਹ ਤੁਹਾਡੇ ਵੱਲ ਆਏਗੀ। ਬਸ ਇੱਕੋ ਹੀ ਸ਼ਰਤ ਹੁੰਦੀ ਹੈ ਉਹਦੇ 'ਚ ਕਿ ਤੁਸੀਂ ਉਹਦੇ 'ਚ ਕਿਸੇ ਦਾ ਬੁਰਾ ਨਹੀਂ ਹੋਣਾ ਚਾਹੀਦਾ, ਕਿਉਂਕਿ ਸਬਦ ਦਾ ਭਲਾ ਜਿਹੜਾ ਬਹੁਤ ਜ਼ਰੂਰੀ ਹੈ। ਕਿ ਤੁਸੀਂ ਕਿਸੇ ਦੇ ਕਦੀ ਭਲਾ ਮੰਗ ਰਹੇ ਹੋ, ਲੇਕਿਨ ਉਹਦੇ 'ਚ ਉਸ ਭਲੇ 'ਚ ਕਿਸੇ ਦਾ ਬੁਰਾ ਨਾ ਹੋਵੇ, ਨੁਕਸਾਨ ਨਾ ਹੋਵੇ, ਕਿਸੇ ਦਾ ਨੈਗੇਟਿਵ ਨਾ ਹੋਵੇ। ਉਹਦੇ 'ਚ ਉਹ ਫਿਰ ਆਨਸਰ ਨਹੀਂ ਕਰਦੀ, ਫਿਰ ਉਹ ਜਿਹੜਾ ਪਰਮਾਤਮਾ ਨੇਚਰ ਹੈ ਆਨਸਰ ਨਹੀਂ ਕਰਦੀ, ਕਿਉਂਕਿ ਉਹ ਨੇਚਰ ਉਹਦੀ ਵੀ ਓਨੀ ਹੈ। ਜੇ ਤੁਸੀਂ ਬੁਰਾ ਸੋਚ ਰਹੇ ਹੋ, ਪਰਮਾਤਮਾ ਉਹਦਾ ਵੀ ਓਨਾ ਹੀ ਹੈ। ਅਤੇ ਇਸ ਕਰਕੇ ਤੁਸੀਂ ਆਪਣੇ ਲਈ ਜੋ ਮਰਜ਼ੀ ਮੰਗੋ, ਚਾਹੇ ਪੈਸੇ ਮੰਗੋ, ਚਾਹੇ ਘਰ ਮੰਗੋ, ਚਾਹੇ ਜੋ ਮਰਜ਼ੀ ਮੰਗੋ, ਲੇਕਿਨ ਉਹਦੇ 'ਚ ਕਿਸੇ ਦਾ ਬੁਰਾ ਨਹੀਂ ਹੋਣਾ ਚਾਹੀਦਾ। ਉਹ ਜਦੋਂ ਤੁਸੀਂ ਬਾਰ-ਬਾਰ ਮੰਗੋਗੇ ਤਾਂ ਉਹਦੇ ਸਾਧਨ ਜਿਹੜੇ ਨੇ ਤੁਹਾਨੂੰ ਦਿਖਣੇ ਸ਼ੁਰੂ ਹੋ ਜਾਣਗੇ। ਪਹਿਲਾਂ ਜਿਹੜੇ ਬਿਲਕੁਲ ਤੁਸੀਂ ਸੋਚ ਵੀ ਨਹੀਂ ਸਕਦੇ ਸੀ ਵੀ ਇਹ ਸਾਧਨ ਐਂ ਹੋ ਜਾਣਗੇ, ਉਹ ਸਾਧਨ ਤੁਹਾਡੇ ਆਲੇ ਦੁਆਲੇ ਆਟੋਮੈਟਿਕਲੀ ਕਿਸੇ ਨਾ ਕਿਸੇ ਬੰਦੇ ਦੇ ਥਰੂ, ਕਿਸੇ ਵਿਅਕਤੀ ਦੇ ਥਰੂ, ਕਿਸੇ ਲੋਟਰੀ ਦੇ ਥਰੂ, ਕਿਸੇ ਨਾ ਕਿਸੇ ਪਾਸੇ ਆਉਣੇ ਸ਼ੁਰੂ ਹੋ ਜਾਣ, ਆਪਣੇ ਆਪ ਰਸਤੇ ਖੁੱਲ੍ਹਣ ਲੱਗ ਜਾਂਦਾ। ਹਾਂ, ਇਹ ਕੁਦਰਤ ਦਾ ਮੈਕੈਨਿਜ਼ਮ ਹੈ, ਪਰਮਾਤਮਾ ਦਾ ਮੈਕੈਨਿਜ਼ਮ ਹੈ, ਜਿਹਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਔਰ ਬਾਕੀ ਜਿਹੜੀਆਂ ਗੱਲਾਂ ਬਹੁਤ ਛੋਟੀਆਂ ਨੇ ਜਿਹਦੇ 'ਤੇ ਅਸੀਂ ਰੁਲੇ ਫਿਰਦੇ ਹਾਂ, ਤਾਂ ਮੈਂ ਸਮਝਦਾ ਕਿ ਜੇ ਆਪਾਂ ਠੀਕ ਢੰਗ ਨਾਲ ਆਪਣੇ ਨਰਵਸ ਸਿਸਟਮ ਦੀ ਫੰਕਸ਼ਨਿੰਗ ਔਰ ਉਸ ਨਰਵਸ ਸਿਸਟਮ ਦੇ ਕਨੈਕਸ਼ਨ ਜਿਹੜੇ ਕਾਸਮੋਸ ਨਾਲ ਨੇ ਉਹ ਸਮਝ ਲਈਏ, ਤਾਂ ਦੁਨੀਆ ਦੀ ਕੋਈ ਸਮੱਸਿਆ ਜਿਹੜੀ ਇਹੋ ਜਿਹੀ ਨਹੀਂ ਹੈ ਜਿਹੜੀ ਹੱਲ ਨਹੀਂ ਹੋ ਸਕਦੀ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਪੂਰੇ ਵਿਸਥਾਰ ਦੇ ਨਾਲ ਇੱਕ ਅਜਿਹੀ ਜਾਣਕਾਰੀ ਦਿੱਤੀ ਹੈ ਸ਼ਾਇਦ ਜਿਸ ਦੇ ਉੱਤੇ ਸ਼ਾਇਦ ਅੱਜ ਤੱਕ ਪਹਿਲਾਂ ਕਦੇ ਗੱਲ ਨਾ ਕੀਤੀ ਹੋਵੇ। ਪਰ ਨਾਲ ਤੁਹਾਡੇ ਤੋਂ ਇਹ ਵੀ ਵਾਅਦਾ ਲਵਾਂਗੇ ਕਿ ਅਗਲੀ ਵਾਰ ਆਪਾਂ ਨਰਵਸ ਸਿਸਟਮ ਦੀਆਂ ਬਿਮਾਰੀਆਂ ਦੀ ਇੱਕ ਡਿਟੇਲ ਵਾਈਜ਼ ਪੂਰੀ ਕਿਹੜੇ ਪਾਰਟ ਦੇ ਵਿੱਚ ਕਿਹੜੀ ਨਰਵਸ ਸਿਸਟਮ ਦੀਆਂ ਬਿਮਾਰੀਆਂ ਹੁੰਦੀਆਂ ਨੇ, ਅਤੇ ਉਸ ਬਿਮਾਰੀਆਂ ਨੂੰ ਅਸੀਂ ਕਿਸ ਤਰੀਕੇ ਨਾਲ ਠੀਕ ਕਰ ਸਕਦੇ ਹਾਂ, ਕਿਹੜੇ ਸਾਡੇ ਉਹ ਪਦਾਰਥ ਨੇ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਨੂੰ ਠੀਕ ਕਰ ਸਕਦੇ ਹਾਂ, ਕਿਹੜੇ ਸਾਡੇ ਕੋਲ ਢੰਗ ਤਰੀਕੇ ਦੇ ਜਿਨ੍ਹਾਂ ਨਾਲ ਉਹਨਾਂ ਬਿਮਾਰੀਆਂ ਨਾਲ ਆਪਾਂ ਟੈਕਲ ਕਰ ਸਕਦੇ ਹਾਂ। ਤੁਹਾਡਾ ਬਹੁਤ ਧੰਨਵਾਦ ਜੀ ਸਾਹਿਬ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਨਰਵਸ ਸਿਸਟਮ ਕਿਸ ਤਰ੍ਹਾਂ ਬਾਡੀ ਦੇ ਅੰਦਰ ਕੰਮ ਕਰਦਾ, ਕਿੱਦਾਂ ਨਰਵਸ ਸਿਸਟਮ ਇੱਕ ਕਾਸਮੋਸ ਦੇ ਨਾਲ, ਇੱਕ ਬ੍ਰਹਿਮੰਡ ਦੇ ਨਾਲ ਜਿਹੜਾ ਉਹਦਾ ਕੀ ਕਨੈਕਸ਼ਨ ਹੈਗਾ, ਕਿੱਦਾਂ ਅਸੀਂ ਉਹ ਬ੍ਰਹਿਮੰਡ ਕਾਸਮੋਸ ਨਾਲ ਟੁੱਟਦੇ ਹਾਂ ਅਤੇ ਸਾਡਾ ਜਿਹੜਾ ਕਿੱਥੇ ਜਾ ਕੇ ਨੁਕਸਾਨ ਹੁੰਦਾ, ਕਿੱਦਾਂ ਸਾਡੀ ਸੋਚ ਬਦਲ ਜਾਂਦੀ ਹੈ, ਕਿੱਦਾਂ ਜੇ ਅਸੀਂ ਆਪਣੀ ਸੋਚ ਬਦਲਣੀ ਸ਼ੁਰੂ ਕਰੀਏ ਅਤੇ ਫਿਰ ਸਾਡਾ ਕਨੈਕਸ਼ਨ ਜਿਹੜਾ ਉਹ ਬਾਹਰਲੀ ਦੁਨੀਆ ਦੇ ਨਾਲ ਆਪਣੇ ਆਪ ਜੁੜਦਾ ਚਲਾ ਜਾਂਦਾ। ਚੰਗੀ ਸੋਚ ਬਣਾਉਂਦੇ ਹਾਂ ਅਤੇ ਚੰਗਾ ਸੋਚਦੇ ਆਪਣੇ ਆਪ ਜਿਹੜੇ ਨੇ ਉਹ ਰਸਤੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ, ਅਤੇ ਕਿੱਦਾਂ ਜਿਹੜਾ ਉਹ ਸਾਰਾ ਨਰਵਸ ਸਿਸਟਮ ਜਿਹੜਾ ਉਹ ਪਰਮਾਤਮਾ ਦੇ ਅਧੀਨ ਹੋ ਕੇ ਇੱਕ ਮਿੱਕ ਹੋ ਕੇ ਜਿਹੜਾ ਉਹ ਸਾਰੇ ਸਿਸਟਮ ਦੇ ਵਿੱਚ ਰਚ ਜਾਂਦਾ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹੋ ਜਿਹੀਆਂ ਜਾਣਕਾਰੀਆਂ ਬਹੁਤ ਘੱਟ ਮਿਲਣਗੀਆਂ, ਕਿਉਂਕਿ ਇਹ ਬਿਨਾਂ ਪੈਸੇ ਤੋਂ, ਬਿਨਾਂ ਕਿਸੇ ਦਵਾਈ ਤੋਂ, ਬਿਨਾਂ ਕਿਸੇ ਹੋਰ ਹੀਲ ਉਜਤ ਕੀਤੇ ਬਿਨਾਂ ਇਸ ਨੂੰ ਸਿਰਫ ਅਸੀਂ ਸਰਵਣ ਕਰਨਾ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਨੂੰ ਢਾਲਣਾ ਹੈਗਾ, ਅਤੇ ਫਿਰ ਉਸ ਤੋਂ ਬਾਅਦ ਰਿਜ਼ਲਟ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਣਗੇ। ਅਤੇ ਜੇ ਅਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨੂੰ, ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ, ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।